17ਵੀਂ ਜਿਹੜੀ ਲੈਣੀ ਹੈ ਜੀ ਪੌੜੀ, ਨਹੀਂ 17ਵੀਂ ਨਹੀਂ 16ਵੀਂ ਲੈਣੀ ਹੈ, 16ਵੀਂ ਪੌੜੀ ਲੈਣੀ 1243 ਅੰਗ। ਉਹ ਸਾਰੰਗ ਰਾਗ ਦੀ ਪੌੜੀ ਜਿਹੜੀ ਲੈ ਰਹੇ ਹਾਂ ਆਪਾਂ, ਇਹਦੇ ਵਿੱਚ ਦੂਜੀ ਪਾਤਸ਼ਾਹੀ ਦਾ ਸ਼ਲੋਕ ਆ ਰਿਹਾ ਹੈ ਜੀ। ਇਹਨਾਂ ਦੇ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਜਿਹੜੇ ਹੈਗੇ, ਇਹਨਾਂ ਦੇ ਸ਼ਲੋਕ ਹੀ ਹੈਗੇ ਤੇ ਇਹਦੇ ਵਿੱਚ ਇਹਨਾਂ ਨੇ ਸਿਰਫ, ਔਰ ਸ਼ਲੋਕ ਵੀ ਐਸੇ ਜਿਹੜੇ ਹੈਗੇ ਡੂੰਘੇ ਸ਼ਲੋਕ ਹੈ ਕਿ ਬਹੁਤ ਹੀ ਜਿਹੜਾ ਹੈਗਾ, ਜਿਸ ਤਰ੍ਹਾਂ ਨਾ ਕੋਈ ਕੁਝ ਸਮੁੰਦਰ ਪਾ ਦਿੱਤਾ, ਸਾਰੀ ਬਾਣੀ ਕੁਝ ਸਮੁੰਦਰ ਹੈਗੀ ਤੇ ਇਹਨਾਂ ਦੇ ਸ਼ਲੋਕ ਜਿਹੜੇ ਹੈਗੇ ਉਹ ਤਾਂ ਕਮਾਲ ਹੀ ਕਰ ਦਿੰਦੇ ਆ। ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ, ਇਸ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ 15ਵੇਂ ਦੇ ਵਿੱਚ ਦੱਸਿਆ ਸੀ ਭਈ ਦੇਖ ਜਿਹੜਾ ਹੈਗਾ, ਜੇ ਕੂੜ ਦੇ ਨਾਲ ਜੁੜੇਗਾ ਤੇ ਗੱਲ ਬਣਨੀ ਨਹੀਂ ਆ, ਸੱਚ ਦੇ ਨਾਲ ਜੁੜਨਾ ਪੈਣਾ ਆ। ਜੇ ਬਾਹਰ ਕਰਮ ਕਾਂਡ ਕੱਲਾ ਕਰਦਾ ਰਹੇਗਾ, ਬਾਹਰ ਹੀ ਨਹਾਉਂਦਾ ਧੋਂਦਾ ਰਹਿ ਜਾਏਗਾ ਤੇ ਜਨਮ ਹਾਰ ਜਾਏਗਾ ਤੇ ਪ੍ਰਗਟ ਉਹੀ ਤੇਰੇ ਅੰਦਰ ਤੇਰਾ ਹੈਗਾ, ਤੇਰਾ ਮਨ ਜਿਹੜਾ ਹੈਗਾ, ਤੇਰਾ ਹਿਰਦਾ ਜਿਸ ਤਰ੍ਹਾਂ ਦਾ ਹੈਗਾ ਉਸ ਤਰ੍ਹਾਂ ਦਾ ਫਲ ਤੈਨੂੰ ਮਿਲਣਾ ਹੈ। ਜੇ ਕੂੜੇ ਲਾਲਚ ਲੱਗੇਗਾ ਫਿਰ ਜਿਹੜਾ ਹੈਗਾ, ਫਿਰ ਜਨਮ ਮਰਨ ਦਾ ਗੇੜ ਨਹੀਂ ਮੁੱਕਣਾ। ਹੁਣ ਇਸੇ ਥਾਟ ਨੂੰ ਮਹਾਰਾਜ ਅੱਗੇ ਵਧਾ ਰਹੇ ਆ। ਸ਼ਲੋਕ ਮਹਲਾ ਦੂਜਾ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ। ਇਹ ਵੇਦਾਂ ਦੇ ਬਾਰੇ ਜਿਹੜੇ ਹੈਗੇ, 4 ਵੇਦ ਜਿਹੜੇ ਹੈਗੇ, ਕਹਿੰਦੇ ਇਹਦੇ ਵਿੱਚ ਜਿਹੜਾ ਹੈਗਾ ਕਥਾਵਾਂ ਕਹਾਣੀਆਂ ਹੈਗੀਆਂ, ਇਹ ਵੇਦਾਂ ਨੇ ਜਿਹੜੀਆਂ ਇਹ ਪਰਿਪਾਟੀ ਲਿਆਂਦੀ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਇਹਦੇ ਵਿੱਚ ਪਾਪ ਤੇ ਪੁੰਨ ਦਾ ਵਿਚਾਰ ਹੈਗਾ ਵੀ ਆਹ ਕੰਮ ਕਰਾਂਗੇ, ਕਰਮ ਜਿਹੜੇ ਹੈਗੇ, ਜੇ ਪਾਪ ਕਰਾਂਗੇ ਤੇ ਆਪਾਂ ਨੂੰ ਜਿਹੜਾ ਹੈਗਾ ਨਰਕ ਮਿਲੂਗਾ, ਪੁੰਨ ਕਰਾਂਗੇ ਤੇ ਸਵਰਗ ਮਿਲੂਗਾ। ਕਥਾ ਬੇਦੀ ਆਣੀ, ਪਾਪ ਪੁੰਨ ਵਿਚਾਰ। ਕਿੱਥੇ ਲਿਖਿਆ ਜੀ ਸਵਰਗ ਮਿਲੂਗਾ ਨਰਕ ਮਿਲੂਗਾ? ਅਗਲੀ ਲਾਈਨ ਪੜ੍ਹੀ ਆਪਾਂ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਕਹਿੰਦੇ ਭਾਈ ਜੋ ਵੀ ਆਪਾਂ, ਵੇਦ ਕਹਿੰਦੇ ਆ ਜੋ ਵੀ ਤੁਸੀਂ ਕਿਸੇ ਨੂੰ, ਜੋ ਤੁਸੀਂ ਕਿਸੇ ਨੂੰ ਦਓਗੇ, ਜੇ ਤੁਸੀਂ ਪੁੰਨ ਕਿਸੇ ਦਾ ਭਲਾ ਕਰੋਗੇ ਤੇ ਗਾਹਾਂ ਤੁਹਾਡਾ ਵੀ ਭਲਾ ਹੋ ਜਾਊਗਾ। ਦੇ ਦੇ ਲੈਣਾ, ਜੋ ਦਓਗੇ ਉਹ ਤੁਹਾਨੂੰ ਮਿਲੂਗਾ, ਤੇ ਲੈ ਲੈ ਦੇਣਾ, ਜਿਹੜਾ ਲੈ ਲਿਆ ਤੁਸੀਂ ਕਿਸੇ ਕੋਲੋਂ, ਕਿਸੇ ਨੇ ਆਪਣੇ ਤੇ ਉਪਕਾਰ ਕਰਤਾ ਤੇ ਫਿਰ ਆਪਾਂ ਨੂੰ ਉਹ ਦੇਣਾ ਪਊਗਾ। ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਨਰਕ ਦੇ ਵਿੱਚ ਕੱਕੇ ਦੀ ਤਿਆਰੀ, ਸੁਰਗ ਦੇ ਗੱਗੇ ਦੀ ਤਿਆਰੀ। ਕਹਿੰਦੇ ਬਈ ਨਰਕ ਸੁਰਗ ਦੇ ਵਿੱਚ ਅਵਤਾਰ ਹੁੰਦਾ ਰਹੂਗਾ, ਇਹ ਜਨਮ ਮਰਨ ਦਾ ਗੇੜਾ ਜਿਹੜਾ ਹੈਗਾ ਨਹੀਂ ਖਤਮ ਹੋਏਗਾ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਉੱਤਮ ਮੱਧਮ ਜਾਤੀ ਜਿਨਸੀ, ਪਰਮੇ ਭਵੈ ਸੰਸਾਰ। ਇਹ ਸਾਰਾ ਦਾ ਸਾਰਾ ਸੰਸਾਰ ਜਿਹੜਾ ਹੈਗਾ ਦੇ ਅਨੁਸਾਰ ਇਹ ਲੋਕ ਜਿਹੜੇ ਹੈਗੇ ਆ, ਇਹਨਾਂ ਜਾਤਾਂ ਦੇ ਵਿੱਚ ਉੱਚੀ ਜਾਤ, ਨੀਵੀਂ ਜਾਤ, 4 ਇਹਨਾਂ ਨੇ ਵੰਡ ਦਿੱਤੀਆਂ ਜਾਤਾਂ, ਬ੍ਰਾਹਮਣ, ਛਤਰੀ, ਸ਼ੂਦਰ, ਵੈਸ਼। ਇਹ ਅਲੱਗ-ਅਲੱਗ ਇਹਨਾਂ ਦੀਆਂ ਕੈਟਾਗਰੀਆਂ ਕਰਤੀਆਂ, ਕਈ ਕਿਸਮਾਂ ਦੀਆਂ। ਉੱਤਮ ਮੱਧਮ ਜਾਤੀ, ਜਾਤਾਂ, ਜਿਨਸੀ, ਅਨੇਕਾਂ ਕਿਸਮਾਂ। ਭਰਮੇ ਭਵੈ, ਕਹਿੰਦੇ ਸੰਸਾਰ ਸਾਰਾ ਜਿਹੜਾ ਹੈਗਾ ਇਸੇ ਭਰਮਾਂ ਦੇ ਵਿੱਚ ਹੀ ਭਵ ਰਿਹਾ ਆ। ਲੋਕੀ ਜਿਹੜੇ ਹੈਗੇ ਆ ਇਹਦੇ ਵਿੱਚ ਹੀ ਚੱਲੀ ਜਾ ਰਹੇ ਆ। ਔਰ ਭਰਮ ਦੇ ਵਿੱਚ ਭਵਨ ਦੇ ਨਾਲ ਕੀ ਹੁੰਦਾ? ਭਰਮ, ਧੋਖਾ, ਟਰੈਪ ਤੇ ਨਿਕਲ ਨਹੀਂ ਪਾ ਰਹੇ। ਇਹ ਮਨੁੱਖਾ ਜੋ ਨਾ ਮਿਲਦੀ ਆ, ਔਰ ਨਰਕ ਸੁਰਗ ਜਿਹੜਾ ਹੈਗਾ ਫਿਰ ਉਹਨਾਂ ਨੂੰ ਜਿਹੜਾ ਹੈਗਾ ਮਨੁੱਖ ਜੂਨ ਮਿਲ ਜਾਂਦੀ ਆ, ਜਾਂ ਨਰਕਾਂ ਦੇ ਵਿੱਚ ਜਿਹੜੀਆਂ ਇੰਨੀਆਂ ਜੂਨਾਂ ਹੈਗੀਆਂ, ਭੋਗੀ ਜੂਨਾਂ, ਉਹਨਾਂ ਦੇ ਵਿੱਚ ਜਾਣਾ ਪੈਂਦਾ ਹੈ। ਇਸੇ ਤਰੀਕੇ ਦੇ ਨਾਲ ਇਹ ਸੰਸਾਰ ਦੀ ਗਤੀ ਚੱਲਦੀ ਰਹਿੰਦੀ ਆ। ਜੀਵ ਜਿਹੜੇ ਹੈਗੇ ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਇਹਨਾਂ ਜੂਨਾਂ ਦੇ ਵਿੱਚ ਹੀ ਜਿਹੜਾ ਹੈਗਾ ਟਰਾਂਸਫਰ ਹੁੰਦੇ ਰਹਿੰਦੇ। ਉੱਤਮ ਮੱਧਮ ਜਾਤੀ ਜਿਨਸੀ, ਇਹਨਾਂ ਉੱਚੀਆਂ ਨੀਵੀਆਂ ਜਾਤਾਂ ਦੇ ਵਿੱਚ, ਕਿਸਮਾਂ ਦੇ ਵਿੱਚ। ਭਰਮੈ ਭਵੈ ਸੰਸਾਰ, ਭਰਮਾਂ ਦੇ ਵਿੱਚ ਸਾਰਾ ਸੰਸਾਰ ਇਸੇ ਤਰੀਕੇ ਦੇ ਨਾਲ ਭਵ ਰਿਹਾ, ਪੈਂਦਾ ਰਿਹਾ, ਪੈ ਰਿਹਾ ਹੈ, ਭੌਂ ਰਿਹਾ ਹੈ। ਇਸ ਤੋਂ ਬਾਅਦ ਹੁਣ ਅੱਗੇ ਜਿਹੜਾ ਹੈਗਾ ਦੇਖੋ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ।
ਅੰਮ੍ਰਿਤ ਬਾਣੀ ਆ ਗਈ। ਅੰਮ੍ਰਿਤ ਬਾਣੀ ਕੀ ਹੈਗੀ? ਅੰਮ੍ਰਿਤ ਬਾਣੀ ਹੈਗੀ ਜਿਹੜੇ ਬ੍ਰਹਮ ਗਿਆਨੀ ਹੈਗੇ ਆ, ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋ ਗਿਆ, ਜਿਨ੍ਹਾਂ ਨੇ ਪਰਮਾਤਮਾ ਵਾਲੀ ਯਾਤਰਾ ਕਰ ਲਈ, ਜਿਹੜੇ ਨਰਕ ਸੁਰਗ ਦੇ ਉੱਪਰ ਜਿਹੜੇ ਆ ਮੁਕਤ ਹੋ ਗਈਆਂ ਜਿਹੜੀਆਂ ਰੂਹਾਂ, ਉਹਨਾਂ ਨੇ ਆਪਣੇ ਜੀਵਾਂ ਤੇ ਉਪਕਾਰ ਕੀਤਾ। ਜਿਹੜੇ ਹੈਗੇ ਆਪਣੇ ਐਕਸਪੀਰੀਐਂਸਿਸ ਜਿਹੜੇ ਹੈਗੇ, ਉਹਨਾਂ ਦੇ ਤਜਰਬੇ ਜਿਹੜੇ ਹੈਗੇ, ਉਹ ਆਪਾਂ ਨੂੰ ਜਿਹੜਾ ਹੈਗਾ ਇਸ ਅੰਮ੍ਰਿਤਮਈ ਬਾਣੀ, ਇਸ ਨੇ ਅੰਮ੍ਰਿਤ ਦੇਣਾ ਹੈ ਆਪਾਂ ਨੂੰ। ਇਹ ਜਿਹੜਾ ਹੈਗਾ ਇਹ ਗਿਆਨ ਧਿਆਨ ਵਿੱਚ ਆਈ। ਕੀ ਮਤਲਬ ਬਈ ਅੰਮ੍ਰਿਤ ਬਾਣੀ ਸੁਣ ਸੁਣ ਤੇਰੀ ਓਏ ਪਰਮਗਤ ਮੇਰੀ। ਜੀ ਹਾਂਜੀ ਹਾਂਜੀ ਹਾਂਜੀ। ਅੰਮ੍ਰਿਤ ਬਾਣੀ ਤਤ ਗਿਆਨ ਧਿਆਨ ਵਿੱਚ ਆਈ। ਇਹ ਤਤ ਵਸਤੂ, ਤਤ ਨੂੰ ਵਿਖਾਣ ਰਹੀ ਆ। ਬਈ ਇਨਸਾਨ ਆਪਾਂ ਇਸ ਸੰਸਾਰ ਮਾਲਕ ਪਰਮਾਤਮਾ ਨੇ ਬਣਾਇਆ ਆ। ਇਹ ਇੰਨੀਆਂ ਜੂਨਾਂ ਬਣਾਈਆਂ ਆ, ਇਹ ਕਾਹਦੇ ਵਾਸਤੇ ਬਣਾਈਆਂ ਹੈਗੀਆਂ? ਇਹ ਇਨਸਾਨ ਦੀ ਜੂਨ ਆਪਾਂ ਨੂੰ ਮਿਲੀ ਹੋਈ ਆ, ਕਿਉਂ ਮਿਲੀ ਹੋਈ ਆ? ਬਾਕੀਆਂ ਨੂੰ ਇਹ ਦੂਸਰੀਆਂ ਜੂਨਾਂ, ਤੇ ਮੈਨੂੰ ਇਨਸਾਨ ਦੀ ਜੂਨ ਮਿਲੀ ਹੋਈ ਆ, ਇਹ ਮੇਰਾ ਧਰਮ ਕੀ ਹੈਗਾ? ਅੰਮ੍ਰਿਤ ਬਾਣੀ ਤੱਤ ਵਿਖਾਣੀ ਹੈ, ਤੱਤ ਨੂੰ ਵਿਖਾਣ ਦੀ ਆ। ਤੱਤ ਕੀ ਹੈਗਾ? ਤੱਤ ਹੈਗਾ ਗਿਆਨ ਔਰ ਧਿਆਨ। ਆਹ ਤੱਤ ਹੈਗਾ। ਇਹ ਅੰਮ੍ਰਿਤ ਬਾਣੀ ਜਿਹੜੀ ਹੈਗੀ ਆ, ਇਹ ਸਾਨੂੰ ਸੋਝੀ ਦਿੰਦੀ ਹੈ, ਜਾਣਕਾਰੀ ਦਿੰਦੀ ਆ। ਭਾਈ ਧਿਆਨ ਲਗਾ, ਧਿਆਨ ਕਰ। ਔਰ ਗਿਆਨ ਜਿਹੜਾ ਹੈਗਾ, ਐਕਚੁਅਲ ਬਾਣੀ ਜਿਹੜੀ ਕਹਿੰਦੀ ਆ, ਗਿਆਨ ਜਿਹੜਾ ਹੈਗਾ, ਇਹ ਜਿਹੜਾ ਹੈਗਾ ਆਖਰੀ ਗਿਆਨ ਨਹੀਂ ਹੈਗਾ। ਆਖਰੀ ਗਿਆਨ ਨੂੰ ਨਹੀਂ ਬਾਣੀ ਮੰਨਦੀ। ਆਖਰੀ ਗਿਆਨ ਤਾਂ ਠੀਕ ਹੈ, ਆਖਰੀ ਗਿਆਨ ਆਪਾਂ ਨੇ ਲੈਣਾ ਆ, ਬਈ ਇਹਦੇ ਨਾਲ ਆਪਾਂ GPS ਆ, ਪਤਾ ਲੱਗੂਗਾ ਆਪਾਂ ਨੇ ਯਾਤਰਾ ਕਿਵੇਂ ਕਰਨੀ ਹੈ। ਪਰ ਬਾਣੀ ਕਹਿੰਦੀ ਹੈ ਗਿਆਨ ਕਮਾਈਏ ਪੂਛ ਜਨਾ। ਇਹ ਜਨ ਜਿਹੜੇ ਹੈਗੇ, ਇਹ ਅੰਮ੍ਰਿਤ ਬਾਣੀ ਜਿਹੜੀ ਹੈਗੀ, ਇਹ ਇੱਕ ਬੰਦੇ ਦੀ ਬਾਣੀ ਨਹੀਂ ਹੈਗੀ। ਅੰਮ੍ਰਿਤ ਬਾਣੀ ਇਹ ਜਿਹੜੇ ਹੈਗੇ, ਇਹਦੇ ਚ ਕੋਈ ਹਿੰਦੂ ਮੁਸਲਮਾਨ ਸਿੱਖ ਜਿਹੜਾ ਹੈਗਾ, ਇਹ ਕੁਛ ਨਹੀਂ ਹੈਗਾ ਇਹਦੇ ਵਿੱਚ। ਇਹ ਅਲੱਗ-ਅਲੱਗ ਜਿਹੜੇ ਹੈਗੇ ਧਰਮਾਂ ਦੇ ਵਿੱਚ, ਕੋਈ ਮੁਸਲਮਾਨ ਆ, ਨਾਮਦੇਵ ਜੀ ਮਹਾਰਾਸ਼ਟਰੀਅਨ ਸੀਗੇ, ਫਰੀਦ ਜੀ ਮੁਸਲਮਾਨ ਹੈਗੇ ਆ, ਭੀਖਣ ਜੀ ਮੁਸਲਮਾਨ ਹੈਗੇ ਆ। ਅਲੱਗ-ਅਲੱਗ ਜਿਹੜੇ ਹੈਗੇ ਆ, ਅਲੱਗ-ਅਲੱਗ ਕੈਟੇਗਰੀਆਂ ਤੋਂ ਜਿਹੜੇ ਹੈਗੇ, ਜਿਨ੍ਹਾਂ ਨੇ ਵੀ ਧਿਆਨ ਸਿਮਰਨ ਕਰਕੇ ਜਿਹੜੇ ਮੁਕਤ ਹੋ ਗਈਆਂ ਰੂਹਾਂ, ਇਹ ਉਹਨਾਂ ਦੀ ਬਾਣੀ ਹੈਗੀ ਭਾਈ, ਉਹਨਾਂ ਦੇ ਬੋਲ ਹੈਗੇ ਆ। ਔਰ ਦੇਖੋ ਕਿੰਨਾ ਉਪਕਾਰ ਕੀਤਾ ਹੈ ਆਪਾਂ ਨੇ ਆਪਣੇ ਉੱਤੇ। ਇਹ ਪਹਿਲੀ ਪਾਤਸ਼ਾਹੀ ਜਿਹੜੀ ਕਿੱਥੋਂ ਜਿਹੜੀ ਹੈਗੀ ਆ, ਬਟਾਲੇ ਆਉਂਦੇ ਸੀ ਆਪਣੇ ਸਹੁਰੇ ਰਸਤੇ ਦੇ ਵਿੱਚ। ਫਿਰ ਜਿਹੜਾ ਹੈਗਾ ਉਹ ਫਰੀਦਕੋਟ ਜਿਹੜਾ ਹੈਗਾ, ਆਪਣੇ ਉੱਥੋਂ ਜਿਹੜੇ ਹੈਗੇ 6ਵੇਂ ਪਤਾ ਨਹੀਂ ਕਿਹੜੇ ਫਰੀਦ ਜੀ ਦੀ ਜਗ੍ਹਾ ਤੇ ਸੀਗੇ, ਉਹਨਾਂ ਨੇ ਫਰੀਦ ਜੀ ਆਈ। ਇਸ ਤਰੀਕੇ ਦੇ ਨਾਲ ਪਹਿਲੀ ਪਾਤਸ਼ਾਹੀ ਨੇ ਬਾਣੀ ਇਕੱਠੀ ਕਰਨੀ ਸ਼ੁਰੂ ਕੀਤੀ। ਔਰ ਤਾਂ ਜਿਹੜਾ ਹੈਗਾ ਇਹ ਆਪਾਂ ਨੂੰ ਜਿਹੜੀ ਤੱਤ ਵਸਤੂ ਵਿਖਾਣਦੀ ਆ, ਉਹ ਬਾਣੀ ਆਪਾਂ ਨੂੰ ਧਿਆਨ ਵਿੱਚ ਆਈ ਭਾਈ। ਇਹ ਜਿਹੜੀ ਇਹਦੇ ਕਰਮ ਕਾਂਡਾਂ ਤੋਂ ਉੱਪਰ, ਔਰ ਇਹ ਜਿਹੜੀ ਹੈਗੀ ਆ, ਇਹ ਜਿਸ ਤਰ੍ਹਾਂ ਜਿਹੜਾ ਹੈਗਾ ਪਹਿਲਾਂ ਭਵ ਰਹੇ ਸੀਗੇ ਨਰਕ ਸੁਰਗ ਤੋਂ ਉੱਪਰ, ਇਹ ਬਾਣੀ ਆਈ ਮੁਕਤ ਕਰਨ ਵਾਸਤੇ, ਪਰਮਾਤਮਾ ਦੇ ਨਾਲ ਜਿਹੜਾ ਜੀਵ ਨੂੰ ਮਿਲਾਉਣ ਵਾਸਤੇ, ਆਤਮ ਗਿਆਨ ਦੇਣ ਵਾਸਤੇ ਆਈ ਇਹ ਬਾਣੀ। ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਗੁਰਮੁਖੇ ਆਖੀ ਗੁਰਮੁਖੇ ਜਾਤੀ, ਸੁਰਤੀ ਕਰਮ ਧਿਆਈ। ਕਹਿੰਦੇ ਬਾਣੀ ਕਿਹਨਾਂ ਨੇ ਆਖੀ? ਕਹਿੰਦੇ ਗੁਰਮੁਖਾਂ ਨੇ ਆਖੀ ਹੈ ਬਾਣੀ। ਗੁਰਮੁਖ ਕੌਣ ਹੈ? ਕਹਿੰਦੇ ਬ੍ਰਹਮ ਗਿਆਨੀ ਹੈਗੇ, ਉਹਨਾਂ ਨੇ ਆਖੀ ਹੈ ਇਹ ਬਾਣੀ। ਗੁਰਮੁਖਾਂ ਨੇ ਹੀ ਜਾਤੀ ਹੈ, ਜਿਹੜੇ ਗੁਰਮੁਖ ਸਿਸਟਮ ਦੇ ਵਿੱਚ ਹੈ। ਗੁਰਮੁਖ ਜਿਹੜੇ ਹੈਗੇ, ਜਿਨ੍ਹਾਂ ਨੇ ਜਿਹੜੇ ਪ੍ਰੈਕਟੀਕਲ ਕੀਤਾ ਹੈ, ਉਹਨਾਂ ਨੇ ਹੀ ਇਹਨੂੰ ਜਿਹੜਾ ਹੈਗਾ ਇਹਦੀ ਜਾਣਕਾਰੀ ਦਿੱਤੀ ਹੈ, ਜਾਣੀ ਹੈ, ਇਹਨੂੰ ਜਾਣਿਆ ਹੈਗਾ। ਗੁਰਮੁਖਾਂ ਨੇ ਹੀ ਆਖਿਆ, ਗੁਰਮੁਖੀ ਇਹਨੂੰ ਜਾਣਦੇ। ਇਹਦਾ ਭੇਤ ਜਿਹੜਾ ਹੈ ਗੁਰਮੁਖਾਂ ਨੂੰ ਹੀ ਪਤਾ ਲੱਗਦਾ ਹੈ। ਕੀ ਭੇਤ? ਸੁਰਤੀ ਕਰਮੇ ਧਿਆਈ। ਕਹਿੰਦੇ ਇਹ ਕਰਮ ਹੋ ਜਾਣ, ਜੇ ਕਿਤੇ ਬਖਸ਼ਿਸ਼ ਹੋ ਜਾਏ ਨਾ, ਤੇ ਧਿਆਨ ਦੇ ਵਿੱਚ ਜਾਏਗਾ। ਧਿਆਨ ਕੀ ਹੈਗਾ? ਕਹਿੰਦੇ ਸੁਰਤ ਦੇ ਨਾਲ ਯਾਤਰਾ ਕਰਨੀ, ਆਪਣੀ ਸੁਰਤ ਜਿਹੜੀ ਆਤਮਾ ਤੱਕ ਲੈ, ਸੁਰਤ ਆਤਮਾ ਚ ਲੀਨ ਕਰਨੀ। ਇਹ ਕਹਿੰਦੇ ਆ ਬਖਸ਼ਿਸ਼ ਹੈਗੀ ਭਾਈ। ਇਹ ਹੈਗੀ ਗੁਰਮੁਖ ਬਾਣੀ ਦਾ, ਹੈਗਾ ਗੁਰਮੁਖ ਬਾਣੀ, ਇਹ ਜਿਹੜੀ ਗੁਰਮੁਖਾਂ ਨੇ ਆਖੀ ਆ। ਔਰ ਗੁਰਮੁਖਾਂ ਨੇ ਜਿਹੜੇ ਹੈਗੇ ਇਹਦੇ ਭੇਤ ਪਾਇਆ, ਕਿਉਂਕਿ ਇਹ ਬਾਣੀ ਜਿਹੜੀ ਹੈ, ਇਹ ਅੱਖਰਾਂ ਦੇ ਨਾਲ ਇਹਦਾ ਭੇਤ ਨਹੀਂ ਪਤਾ ਲੱਗਣਾ। ਇਹਦੇ ਵਿੱਚ ਜਿਹੜਾ ਹੈਗਾ ਭੇਤ ਗੁਪਤ ਹੈਗਾ।
ਇਹਦੇ ਵਿੱਚੋਂ ਜਿਹੜਾ ਹੈਗਾ ਚੌਥੇ ਪਦ ਦੀ ਗੱਲ ਬੁੱਝਣੀ ਪੈਂਦੀ ਆ। ਇਹ ਮੁੰਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਦੀ ਭਾਲ, ਸਮਝੇ ਸੂਝੇ ਪੜ ਪੜ ਬੂਝੇ, ਅੰਤ ਨਿਰੰਤਰ ਸਾਚਾ। ਗੁਰਮੁਖੇ ਆਖੀ ਗੁਰਮੁਖੇ ਤੁਰਤੀ ਕਰਮੇ ਧਿਆਈ। ਸੁਰਤ ਦੇ ਨਾਲ ਪਾਈ ਯਾਤਰਾ ਕਰਨੀ ਹੈ, ਸੁਰਤ ਦੀ ਯਾਤਰਾ ਹੈ, ਬਾਹਰ ਮੁਖੀ ਯਾਤਰਾ ਨਹੀਂ ਹੈਗੀ। ਹੁਣ ਅੱਗੇ ਆਖਰੀ ਲਾਈਨ ਮੇਰੇ ਖਿਆਲ, ਹੁਕਮ ਸਾਜ ਹੁਕਮਾਂ ਵਿੱਚ ਰੱਖੈ, ਹੁਕਮੇ ਅੰਦਰ ਵੇਖੈ। ਕਹਿੰਦੇ ਸਾਰੀ ਖੇਡ ਸਾਰੀ ਦੁਨੀਆ ਜੋ ਮਾਲਕ ਨੇ ਬਣਾਈ ਹੈ, ਸਾਰੇ ਜੀਵ, ਕਹਿੰਦੇ ਉਸ ਮਾਲਕ ਨੇ ਹੁਕਮ ਦੇ ਨਾਲ ਸਾਜਣਾ ਕੀਤੀ ਇਹਨਾਂ ਦੀ। ਮਾਲਕ ਨੇ ਹੁਕਮ ਦੇ ਨਾਲ ਆਪਣਾ, ਉਸ ਮਾਲਕ ਨੇ ਆਪਣੇ ਅੰਦਰੋਂ ਇਹਨਾਂ ਦੀ ਆਪਣੀ ਪਾਵਰ ਦੇ ਨਾਲ ਇਹਨਾਂ ਦੀ ਸਾਜਣਾ ਕੀਤੀ ਹੈ। ਇਹ ਆਪਣੇ ਅੰਦਰੋਂ ਹੀ ਜਿਹੜੀ ਹੈਗੀ ਇਹ ਸਾਰੀ ਦੀ ਸਾਰੀ ਇਹਦੀ ਰਚਨਾ ਹੋਈ ਹੈ। ਇਹ ਮਾਇਆ ਜਿਹੜੀ ਆ ਮਾਲਕ ਦੀ ਛਾਇਆ ਹੈਗੀ ਆ, ਮਾਲਕ ਦੇ ਨਾਲ ਨਾਲ ਨੇ ਆਪਣੀ ਛਾਇਆ ਜਿਹੜੀ ਆਪਣੇ ਨਾਲ ਨਾਲ ਹੀ ਤੁਰਦੀ ਆ। ਹੁਕਮ ਸਾਜ ਹੁਕਮਾਂ ਵਿੱਚ ਰੱਖੈ, ਹੁਕਮੇ ਅੰਦਰ ਵੇਖੈ। ਕਹਿੰਦੇ ਹੁਕਮ ਦੇ ਵਿੱਚ ਹੀ ਮਾਲਕ ਨੇ ਰੱਖਿਆ ਹੋਇਆ ਇਹਨੂੰ, ਆਪਣੇ ਕਾਨੂੰਨ ਦੇ ਨਾਲ। ਮਾਲਕ ਦੇ ਲਾਜ਼, ਮਾਲਕ ਦੇ ਨਿਯਮ ਸਾਰੇ ਚੱਲਦੇ ਆ ਇਸ ਸੰਸਾਰ ਦੇ ਵਿੱਚ। ਹੁਕਮ ਸਾਜ ਹੁਕਮਾਂ ਵਿੱਚ ਰੱਖੈ, ਹੁਕਮੇ ਅੰਦਰ ਦੇਖ ਵੇਖੈ। ਕਹਿੰਦੇ ਇਹਨੂੰ ਆਪਣੇ ਹੁਕਮ ਦੇ ਵਿੱਚ ਉਹ ਪੂਰੀ ਤਰ੍ਹਾਂ ਗੌਰ ਦੇ ਨਾਲ ਦੇਖ ਵੀ ਰਿਹਾ ਹੈ। ਪੂਰਾ ਕੰਟਰੋਲ ਹੈਗਾ ਮਾਲਕ ਪਰਮਾਤਮਾ ਦਾ। ਨਾਨਕ ਅੱਗੋਂ ਹਉਮੈ ਟੁੱਟੈ, ਤਾਂ ਕੋ ਲਿਖੀਏ ਲੇਖੈ। ਕਹਿੰਦੇ ਅੱਗੋਂ ਕਹਿੰਦੇ ਦੇਖ ਲਾ ਭਾਈ ਆਹ ਕੰਮ ਕਰਨਾ ਹੈ। ਪਹਿਲਾਂ ਹਉਮੈ ਜਿਹੜੀ ਹੈਗੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਾਇਸਸ ਜਿਹੜੀਆਂ ਪਾਈਆਂ ਹੋਈਆਂ, ਰੋਗ ਪਾਏ ਹੋਏ ਆ। ਆਖਰੀ ਇੱਕ ਜਿਹੜਾ ਹੈਗਾ ਮਾਲਕ ਨੇ ਹਉਮੈ ਪਾਈ ਹੋਈ ਹੈ। ਇਹ 5 ਤੇ 1 ਹਉਮੈ, ਮੇਨ ਚੀਜ਼ ਹਉਮੈ ਹੈਗੀ। ਆਪਣਾ ਜਨਮ ਮਰਨ ਦਾ ਕਾਰਨ ਹਉਮੈ ਹੈਗੀ। ਹਉਮੈ ਮਤਲਬ ਮੈਂ, ਹਉ ਤੇ ਮੈਂ ਤੇ ਮੈਂ ਕੌਣ? ਮੈਂ ਕਰਤਾ ਹੈ। ਕਰਤਾ ਪਰਮਾਤਮਾ ਹੈਗਾ। ਤੇ ਜੇ ਤੂੰ ਕਰਤਾ ਹੈਗਾ ਤੇ ਮਾਲਕ ਨੇ 5 ਤੱਤ ਬਣਾਇਆ, ਤੂੰ 6ਵਾਂ ਬਣਾ ਕੇ ਦਿਖਾ ਦੇ। ਕੋਈ ਮਾਲਕ ਵੱਲੋਂ ਕੋਈ ਚੀਜ਼ ਡਿਜ਼ਾਈਨ ਤਾਂ ਕਰਕੇ ਦਿਖਾ ਨਾ। ਜੇ ਤੂੰ ਕਰਤਾ ਹੈਗਾ ਤੇ ਮਾਲਕ ਚੀਜ਼ਾਂ ਨੂੰ ਯੂਜ਼ ਕਰੀ ਜਾ ਰਹੇ ਆ, ਮਾਲਕ ਦੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਆਪਣੀ ਸਟੈਂਪ ਲਾਈ ਜਾ ਰਹੇ ਆ। ਇਹ ਤਾਂ ਕੋਈ ਜਿਹੜੀ ਹੈਗੀ ਆ ਕਰਤਾ ਪੁਣਾ ਤਾਂ ਨਹੀਂ ਹੋਇਆ। ਨਾਨਕ ਅੱਗੋਂ ਹਉਮੈ ਟੁੱਟੇ, ਤਾਂ ਕੋ ਲਿਖੀਏ ਲੇਖੇ। ਤਾਂ ਭਾਈ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਇਹ ਇਸ ਪਰਮਾਤਮਾ ਦੀ ਲਿਖਤ ਦੇ ਵਿੱਚ ਜਿਹੜਾ ਹੈਗਾ ਉਹ ਇੱਥੋਂ ਪ੍ਰਵਾਨ ਹੁੰਦੀ ਆ। ਬੂੰਦ ਜਿਹੜੀ ਆ ਤਾਂ ਸਾਗਰ ਦੇ ਵਿੱਚ ਮਿਲਦੀ ਆ ਭਾਈ। ਹਾਂਜੀ ਗੁਰਪ੍ਰੀਤ ਸਾਹਿਬ। ਹਾਂਜੀ ਠੀਕ ਹੈ ਨਿਜਰ ਸਾਹਿਬ, ਆਪ ਪਹਿਲੀ ਤੋਕ ਬੋਲ ਦੋ। ਹਾਂਜੀ। ਪਹਿਲਾ ਦੂਜਾ ਆਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਤੇ ਲੈਣਾ ਲੈ ਦੇਣਾ, ਨਰਕ ਸੁਰਗ ਅਵਤਾਰ। ਹਾਂਜੀ ਅਰਥ ਵੀ ਸਮਝਾ ਦਿਓ। ਕਥਾ ਕਹਾਣੀ ਜਿਹੜੀ ਹੈਗੀ ਆ ਇਹ ਵੇਦਾਂ ਨੇ ਜਿਹੜੀ ਹੈਗੀ ਆ, ਇਹ ਕਥਾ ਕਹਾਣੀਆਂ ਜਿਹੜੀਆਂ ਵੇਦਾਂ ਦੀਆਂ ਹੈਗੀਆਂ ਉਹਨਾਂ ਨੇ ਇਹ ਲਿਆਂਦੀ। ਇਹ ਚੀਜ਼ ਵੇਦਾਂ ਤੋਂ ਆ ਗਈ, 4 ਵੇਦਾਂ ਤੋਂ ਆ ਚੀਜ਼ ਆ ਗਈ। ਪਾਪ ਪੁੰਨ ਦਾ ਵਿਚਾਰ ਹੈਗਾ। ਆ ਪਾਪ ਹੈਗੇ, ਆ ਕਰਮ, ਇਹ ਪਾਪ ਆ, ਪਰ ਆ ਪੁੰਨ ਹੈਗਾ। ਬਸ ਪਾਪ ਪੁੰਨ ਦੀ ਵਿਚਾਰ ਦੱਸ ਰਹੇ। ਪਾਪ ਕਰੇਗਾ ਨਰਕ ਚ ਜਾਏਗਾ, ਪੁੰਨ ਕਰੇਗਾ ਤੇ ਸਵਰਗ ਚ ਜਾਏਗਾ। ਦੇ ਲੈਣਾ ਲੈ ਦੇਣਾ। ਜੋ ਤੂੰ ਜਿਹੜਾ ਹੈਗਾ ਦੇ ਰਿਹਾ ਆ ਉਹ ਤੈਨੂੰ ਵਾਪਸ ਆਉਣਾ ਹੈ ਤੇਰੇ ਕੋਲ। ਦੇ ਲੈਣਾ, ਇਹਨੂੰ ਲੈਣਾ ਪਊਗਾ, ਤੇ ਲੈ ਦੇਣਾ, ਜੋ ਲੈ ਲਿਆ ਉਹ ਤੈਨੂੰ ਦੇਣਾ ਪਊਗਾ। ਤੇ ਨਰਕ ਸੁਰਗ ਅਵਤਾਰ, ਨਰਕ ਸੁਰਗ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਹੀ ਗਤੀ ਹੁੰਦੀ ਰਹੇਗੀ। ਔਰ ਇਸ ਸੰਸਾਰ ਤੋਂ ਜਿਹੜਾ ਹੈਗਾ ਇਸ ਤੋਂ ਬਾਹਰ ਨਹੀਂ ਆ ਪਾਏਗਾ। ਇਹ ਜਿਹੜੀ ਹੈਗੀ ਮਾਲਕ ਨੇ ਜਿਹੜਾ ਹੈਗਾ ਜਨਮ ਮਰਨ ਦਾ ਗੇੜਾ ਪਾਇਆ ਹੋਇਆ ਆ, ਇਹਦੇ ਚੋਂ ਬਾਹਰ ਨਹੀਂ ਆ ਪਾਏਗਾ। ਹਾਂਜੀ ਵੀਰ ਜੀ। ਮਤਲਬ ਕੀ ਕਹਿਣਾ ਕੀ ਚਾਹੁੰਦੇ ਨੇ ਇੱਥੇ ਵਿੱਚ ਬਾਣੀ ਚ? ਗੁਰੂ ਜੀ ਆਪਾਂ ਨੂੰ ਕੀ ਸਮਝਾਉਣਾ ਚਾਹੁੰਦੇ ਨੇ? ਇਹ ਕਹਿੰਦੇ ਆ ਵੀ ਜਿਹੜਾ ਹੈਗਾ ਇਹ ਕਥਾ ਕਹਾਣੀ ਜਿਹੜੀ ਹੈਗੀ ਵੇਦਾਂ ਨੇ ਕੀ ਲਿਆਂਦਾ। ਕਹਿੰਦੇ ਕਥਾ ਕਹਾਣੀ ਇਹ ਜਿਹੜੇ ਹੈਗੇ ਇੱਕ ਕਥਾ ਕਹਾਣੀ ਇਹ ਤਾਲੀਮ ਜਿਹੜੀ ਹੈਗੀ ਵੇਦ ਦੱਸ ਰਹੇ ਆ ਬਈ ਆਹ ਪਾਪ ਹੈਗਾ ਤੇ ਆਹ ਪੁੰਨ ਹੈਗਾ। ਆਹ ਕਰਮ ਕਰਾਂਗੇ ਆਹ ਪਾਪ ਹੈਗਾ, ਤੇ ਆਹ ਕਰਮ ਆਹ ਪੁੰਨ ਹੈਗਾ। ਇਹਦੇ ਨਾਲ ਜਿਹੜਾ ਹੈਗਾ ਸਵਰਗ ਤੇ ਨਰਕ ਦੇ ਵਿੱਚ ਜਿਹੜਾ ਹੈਗਾ
ਇਹ ਅਵਤਾਰ ਮਿਲਦਾ ਹੈ। ਔਰ ਦੇ ਲੈਣਾ, ਲੈ ਦੇਣਾ। ਜੋ ਦਿੰਦੇ ਆ ਆਪਾਂ ਹੱਥੀਂ ਦੇ ਰਹੇ ਆ ਤੇ ਉਹੀ ਆਪਾਂ ਨੂੰ ਲੈਣਾ ਪਊਗਾ। ਜੋ ਵੀ ਕਰ ਰਹੇ ਆ ਆਪਾਂ, ਉਹਦਾ ਫਲ ਆਪਾਂ ਨੂੰ ਮਿਲਣਾ ਹੈ ਭਾਈ। ਜੋ ਕਿਸੇ ਨੂੰ ਦੇ ਰਹੇ ਆ, ਜੋ ਪੁੰਨ ਕਰ ਰਹੇ ਆ ਤੇ ਸਵਰਗ ਦੇ ਵਿੱਚ ਚਲੇ ਜਾਵਾਂਗੇ, ਨਰਕ ਜੇ ਪਾਪ ਚਲੇ ਜਾਵਾਂਗੇ। ਇਹ ਪਰ ਅਵਤਾਰ ਹੁੰਦਾ ਰਹੇਗਾ, ਬਾਹਰ ਜਨਮ ਮਰਨ ਦੇ ਗੇਟ ਚੋਂ ਬਾਹਰ ਨਹੀਂ ਆਵਾਂਗੇ ਇਹਦੇ ਨਾਲ। ਜੇ ਵੇਦਾਂ ਨੂੰ ਆਪਾਂ ਜਿਹੜੇ ਹੈਗੇ ਆ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਗਿਆਨ ਲੈਂਦੇ ਰਵਾਂਗੇ, ਇਹਨਾਂ ਨੂੰ ਜਿਹੜਾ ਹੈਗਾ ਵੇਦਾਂ ਦਾ ਪਾਠ ਕਰਦੇ ਰਵਾਂਗੇ ਤੇ ਇਹਦੇ ਨਾਲ ਆਹੀ ਕੁਛ ਹੋਣਾ ਹੈ। ਹਾਂਜੀ ਵੀਰ ਜੀ, ਠੀਕ ਹੈ ਨਿੱਜਰ ਸਾਹਿਬ। ਹਾਂਜੀ ਅੱਗੇ ਚੱਲੋ ਜੀ, ਹੁਣ ਤੁਸੀਂ ਅੱਗੇ ਬੋਲੋ। ਹਾਂ, ਉੱਤਮ ਮੱਧਮ ਜਾਤੀ ਜਿਨਸੀ ਭਰਮੇ ਪਵੈ ਸੰਸਾਰ। ਕਹਿੰਦੇ ਸੰਸਾਰ ਜਿਹੜਾ ਹੈਗਾ ਸਾਰਾ ਦਾ ਸਾਰਾ ਉੱਚੀਆਂ ਤੇ ਨੀਵੀਆਂ ਜਾਤਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਅਨੇਕਾਂ ਕਿਸਮਾਂ ਦੀਆਂ ਜਾਤਾਂ, ਅਨੇਕਾਂ ਉਹਦੇ ਵਿੱਚ ਹੀ ਜਿਹੜਾ ਹੈਗਾ ਭੰਵ ਰਿਹਾ ਹੈ ਸੰਸਾਰ। ਜਿਹੜਾ ਹੈਗਾ ਕੋਈ ਜਿਹੜੇ ਹੈ 4 ਕੈਟੇਗਰੀਆਂ ਬਣਾਤੀਆਂ ਇਹਨਾਂ ਨੇ, ਜਿਹੜਾ ਹੈਗਾ ਬ੍ਰਾਹਮਣ, ਇੱਕ ਖੱਤਰੀ ਤੇ ਵੈਸ਼ ਤੇ ਸ਼ੂਦ, ਇਹ 4 ਕੈਟੇਗਰੀਆਂ ਹੈਗੀਆਂ। ਇਹਦੇ ਵਿੱਚ ਜਿਹੜਾ ਹੈਗਾ ਜੀਵਾਂ ਨੂੰ ਜਿਹੜਾ ਹੈਗਾ ਵਹਿਮਾਂ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਮਿਸਗਾਈਡ ਹੋ ਜਾਂਦੇ ਇਹਦੇ ਨਾਲ। ਬਈ ਸ਼ੂਦਰ ਜਿਹੜਾ ਹੈਗਾ ਉਹ ਭਗਤੀ ਨਹੀਂ ਕਰ ਸਕਦਾ। ਹਾਂਜੀ ਗੁਰਕੀ ਸਾਹਿਬ। ਇਸ ਤੋਂ ਬਾਅਦ ਅੱਗੇ ਕਹਿ ਰਹੇ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਅੰਮ੍ਰਿਤ ਬਾਣੀ ਦੀ ਗੱਲ ਕਰ ਰਹੇ ਆ। ਅੰਮ੍ਰਿਤ ਬਾਣੀ ਜਿਹੜੀ ਹੈਗੀ ਆ, ਜਿਸ ਤੋਂ ਅੰਮ੍ਰਿਤ ਪੈਦਾ ਹੋਣਾ ਆ, ਉਹ ਬੋਲ, ਉਹ ਜਿਹੜੀ ਹੈਗੀ ਉਹ ਬਚਨ, ਉਹ ਭਗਤਾਂ ਦੇ, ਉਹ ਜਿਹੜੇ ਹੈਗੇ ਬ੍ਰਹਮ ਗਿਆਨੀਆਂ ਦੇ, ਜਿਨ੍ਹਾਂ ਨੇ ਯਾਤਰਾ ਕੀਤੀ ਹੈਗੀ ਆ, ਉਹਨਾਂ ਦੇ ਐਕਸਪੀਰੀਅੰਸਿਸ ਜਿਹੜੇ ਤੱਤ ਨੂੰ ਵਿਖਾਣਦੇ ਆ। ਬਈ ਤੱਤ ਕੀ ਹੈਗਾ, ਕਾਹਦੇ ਵਾਸਤੇ ਆਪਾਂ ਆਏ ਆ ਦੁਨੀਆ ਦੇ ਵਿੱਚ, ਆਪਾਂ ਨੇ ਕੀ ਕਰਨਾ ਆ। ਅੰਮ੍ਰਿਤ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ। ਉਹ ਜਿਹੜੀ ਹੈਗੀ ਆ ਗਿਆਨ ਤੇ ਧਿਆਨ, ਗਿਆਨ ਲੈ ਕੇ ਧਿਆਨ ਕਰਨਾ ਆ। ਉਸ ਬਾਣੀ ਦਾ ਗਿਆਨ ਲਿਆ ਤੇ ਧਿਆਨ ਕਰਨਾ, ਧਿਆਨ ਕਰਕੇ ਫਿਰ ਜਿਹੜਾ ਹੈਗਾ ਆਪਣਾ ਗਿਆਨ ਜਿਹੜਾ ਹੈਗਾ ਪੈਦਾ ਹੋਏਗਾ। ਗਿਆਨ ਧਿਆਨ ਵਿੱਚ ਆਈ, ਧਿਆਨ ਸਿਮਰਨ ਦੇ ਵਿੱਚ ਆ ਗਈ। ਉਹ ਗੁਰਮੁਖੇ ਆਖੀ ਗੁਰਮੁਖੇ ਜਾਤੀ ਸੁਰਤੀ ਕਰਮੇ ਧਿਆਈ। ਉਹ ਬਾਣੀ ਜਿਹੜੀ ਹੈਗੀ ਗੁਰਮੁਖਾਂ ਨੇ ਜਿਹੜੀ ਹੈਗੀ ਆ, ਬ੍ਰਹਮ ਗਿਆਨੀਆਂ ਨੇ ਆਖੀ ਹੈਗੀ, ਬ੍ਰਹਮ ਗਿਆਨੀ ਦੇ ਬਚਨ ਹੈਗੇ। ਬ੍ਰਹਮ ਗਿਆਨੀਆਂ ਨੇ ਜਿਹੜੀ ਹੈ ਉਹਨੂੰ ਜਿਹੜਾ ਹੈਗਾ ਉਹਦਾ ਭੇਤ ਬੁੱਝਿਆ ਹੈਗਾ, ਉਸ ਬਾਣੀ ਨੂੰ ਬੁੱਝਿਆ ਹੈਗਾ। ਔਰ ਸੁਰਤੀ ਕਰਮੇ ਧਿਆਈ, ਸੁਰਤ ਦੇ ਨਾਲ ਜਿਹੜੀ ਹੈਗੀ ਆ ਇਸ ਨੂੰ ਜਿਹੜਾ ਹੈਗਾ ਕਰਮ ਦੇ ਨਾਲ, ਮਾਲਕ ਦੀ ਬਖਸ਼ਿਸ਼ ਦੇ ਨਾਲ, ਜਿਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ, ਪਾਤਰ ਹੋ ਜਾਂਦਾ ਬਖਸ਼ਿਸ਼ ਦਾ, ਉਹ ਜਿਹੜੀ ਹੈ ਸੁਰਤ ਦੇ ਨਾਲ ਧਿਆਨ ਸਿਮਰਨ ਕਰਦਾ ਹੈ। ਉਹ ਆਪਣੀ ਆਤਮਾ ਵੱਲ, ਜਿਹੜੇ ਆਤਮ ਗਿਆਨ ਦੇ ਵੱਲ ਲੈ ਕੇ ਤੇ ਆਤਮਾ ਵੱਲ ਯਾਤਰਾ ਕਰਦਾ ਹੈ। ਗੁਰਮੁਖੇ ਆਖੀ ਗੁਰਮੁਖੇ ਜਾਤੀ ਸੁਰਤੀ ਕਰਮੇ ਧਿਆਈ। ਸੁਰਤ ਦੇ ਨਾਲ, ਕਰਮਾਂ ਦੇ ਨਾਲ ਧਿਆਨ ਸਿਮਰਨ ਦੀ ਉਹ ਧਿਆਨ ਸਿਮਰਨ ਦੀ ਗੱਲ ਕਹਿ ਰਹੀ ਹੈ। ਹਾਂਜੀ ਵੀਰ ਜੀ, ਠੀਕ ਹੈ ਨਿੱਜਰ ਸਾਹਿਬ। ਇਹ ਅਸਲ ਦੇ ਵਿੱਚ ਇਹੋ ਕਹਿ ਰਹੇ ਨੇ ਕਿ ਪੁਰਾਣੇ ਜ਼ਮਾਨੇ 'ਚ ਲੋਕੀ ਗ੍ਰੰਥਾਂ ਨੂੰ ਪੜ੍ਹ ਲੈਂਦੇ ਸੀ, ਕੇਵਲ ਉਹਨਾਂ ਪੜ੍ਹਨ ਤੱਕ ਹੀ ਗੱਲ ਰਹਿ ਜਾਂਦੀ ਸੀ, ਰਾਈਟ। ਅੱਗੇ ਕਲੀਅਰ ਕਰਕੇ ਅੱਗੇ ਸੇਮ ਚੀਜ਼ ਜਿਹੜੀ ਆਪਾਂ ਕਹਿ ਰਹੇ ਹਾਂ ਨਾ, ਇਹ ਚੀਜ਼ ਅਗਲੇ ਸ਼ਲੋਕ ਦੇ ਵਿੱਚ ਕਲੀਅਰ ਹੋਏਗੀ, ਅਗਲੇ ਸ਼ਲੋਕ 'ਚ। ਹਾਂ ਠੀਕ ਹੈ। ਬਾਣੀ ਇਹ ਹੋਈ ਜੀ, ਸਾਧ ਸੰਗਤ ਜੀ, ਬਾਣੀ ਆਪਾਂ ਨੂੰ ਸਮਝਾ ਰਹੀ ਆ ਕਿ ਲੋਕੀ ਪਹਿਲਾਂ ਏਦਾਂ ਹੀ ਕਰਦੇ ਸੀ। ਲੋਕੀ ਹੁਣ ਤੇ ਕਾਫੀ ਸੁਧਰ ਗਏ ਆ ਸਿੱਖ ਧਰਮ ਤੋਂ ਬਾਅਦ। ਪਹਿਲਾਂ ਕਾਫੀ ਬੁਰਾ ਹਾਲ ਸੀ, ਲੋਕਾਂ ਦਾ ਜੀਣਾ ਆਰਾਮ ਸੀ ਧਰਤੀ ਤੇ, ਆਪਣੇ ਚ ਵੀ ਬੜਾ ਬੁਰਾ ਹਾਲ ਸੀ। ਹਾਂਜੀ ਹਾਲੇ ਵੀ ਕਰ ਰਹੇ ਹਾਂ ਗੁਰਕੀ ਸਾਹਿਬ, ਹਾਲੇ ਕਿਹੜਾ ਹਟ ਗਏ ਆਪਾਂ। ਆਹੋ, ਅੱਜ ਵੀ ਮੈਂ ਹੁਣ ਵੇਖੋ ਅਮਰੀਕਾ ਕਿੰਨੀ ਵੱਡੀ ਕੰਟਰੀ ਆ, ਗੱਲਾਂ ਤੇ ਬਹੁਤ ਉੱਚੀਆਂ ਵਾ, ਸਭ ਤੋਂ ਜ਼ਿਆਦਾ ਰੇਸਿਜ਼ਮ ਉੱਥੇ ਬਹੁਤ ਆ। ਨਿੱਜਰ ਸਾਹਿਬ ਹੈ ਨਾ? ਬਿਲਕੁਲ ਹੈਗਾ ਜੀ, ਬਿਲਕੁਲ ਹੈਗਾ। ਹੁਣ ਪਤਾ ਲੱਗਿਆ ਰੇਸਿਜ਼ਮ ਜਿਹੜਾ ਗੋਰਿਆਂ ਦਾ ਜਿਹੜਾ ਹੈਗਾ, ਟਰੰਪ ਜਿਹੜਾ ਹੈਗਾ ਕਿਵੇਂ ਇਹਨੇ ਜਿਹੜਾ ਵਾਈਟ ਹਾਊਸ ਦੇ ਉੱਤੇ ਜਿਹੜਾ ਹੈਗਾ ਕਿਸ ਤਰ੍ਹਾਂ ਜਿਹੜਾ ਹੈਗਾ ਸਾਰੇ ਇਕੱਠੇ ਕਰਕੇ ਲੈ ਕੇ ਆ ਗਿਆ ਸੀ। ਹਾਂ, ਤੇ ਹੁਣ ਵੀ ਇੱਕ ਸਰਦਾਰ ਹੀ ਪਤਾ ਨੀ ਅਮਰੀਕਾ ਦਾ ਅਟਰਨੀ ਬਣਿਆ, ਤੇ ਉਹਨੇ ਇੱਕ ਵੀਡੀਓ ਪਾਈ, ਮੇਰੇ ਕੋਲ, ਮੈਂ ਗਰੁੱਪ 'ਚ ਪਾਊਂਗਾ। ਉਹ ਕਹਿੰਦੇ ਸੀ ਮੈਨੂੰ ਲੋਕੀ ਮੇਰਾ ਨਾਂ ਨਹੀਂ ਸਾਦੇ, ਮੈਨੂੰ ਕਹਿੰਦੇ ਟਰਬਨ ਮੈਨ ਹੈਗਾ। ਇਹ ਪਤਾ ਕੀ ਹੁੰਦਾ ਵਾ ਸਾਧ ਸੰਗਤ ਜੀ, ਆਪਾਂ ਜਦੋਂ ਇਹ ਗੱਲ ਬੜੀ ਨੁਕਤੇ ਵਾਲੀ ਹੈ। ਜਿਹੜਾ ਆਪਾਂ ਜਿਹੜੀ ਜਾਤ ਪਾਤ ਵੇਖਦੇ ਆ ਨਾ, ਅਸਲ ਦੇ ਵਿੱਚ ਬੰਦਾ ਜਿਹੜਾ ਨਾ ਕਰਮਾਂ ਦੇ ਆਧਾਰ ਤੇ ਉਹਦਾ ਹੁੰਦਾ ਵਾ, ਉਹਦਾ ਕਰੈਕਟਰ ਨਿਰਧਾਰਿਤ ਕਿ ਸ਼ੂਦਰ ਆ ਜਾਂ ਬ੍ਰਾਹਮਣ ਹੈ। ਇਹ ਕੋਈ ਜਾਤ ਪਾਤ ਨਹੀਂ ਹੁੰਦੀ। ਜਾਤ ਜਦੋਂ ਏਦਾਂ ਆਪਾਂ ਤੁਰੇ ਫਿਰਦੇ ਜਾਤਾਂ ਲੱਭਦੇ ਫਿਰਦੇ ਆ, ਤੇ ਜਦੋਂ ਖੂਨ ਬੈਂਕ 'ਚ ਜਾਈਦਾ ਉਦੋਂ ਨਹੀਂ ਪੁੱਛੀਦਾ ਖੂਨ ਕਿਹਦਾ ਵਾ, ਆਪਾਂ ਕਹਿੰਦੇ ਸ਼ੁਕਰ ਹੈ ਸਾਨੂੰ ਖੂਨ ਮਿਲ ਗਿਆ। ਬਿਲਕੁਲ,
ਇਹ ਗੱਲਾਂ ਜਿਹੜੀਆਂ ਹੁੰਦੀਆਂ, ਤੁਸੀਂ ਹੁਣ ਡਾਕਟਰ ਕੋਲ ਜਾਂਦੇ ਜੋ, ਉਦੋਂ ਕੋਈ ਨਹੀਂ ਪੁੱਛਦੇ ਕਿ ਇਹਦੀ ਯਾਦ ਕੀ ਆ, ਉਦੋਂ ਤੇ ਦਵਾਈ ਚੁੱਕਦੇ ਸ਼ੁਕਰ ਕਿ ਮੈਨੂੰ ਠੀਕ ਕਰ। ਤੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ, ਇਹ ਗੱਲਾਂ ਜਿਹੜੀਆਂ ਗੁਰੂਆਂ ਨੇ ਬੜੇ ਟਾਈਮ ਪਹਿਲਾਂ ਹੀ ਆਪਾਂ ਨੂੰ ਸਮਝਾਈਆਂ ਨੇ ਕਿ ਸਾਡਾ ਫਰਜ਼ ਬਣਦਾ ਕਿ ਇਨਸਾਨ ਨੂੰ ਇਨਸਾਨ ਸਮਝੀਏ। ਜਿੱਦੋਂ ਆਪਾਂ ਮੋਸੇਸ ਹਾਂਜੀ ਹਾਂਜੀ ਠੀਕ ਹੈ ਜੀ, ਅੱਗੇ ਚਲੋ ਨਿਜਰ ਸਾਹਿਬ। ਹਾਂਜੀ, ਇੱਥੇ ਬਾਣੀ ਆਪਾਂ ਨੂੰ ਜੇ ਸਮਝਾ ਰਹੀ ਨਾ, ਹਾਂਜੀ ਲਾਸਟ ਤੋਂ ਕਿਸੇ ਨਾ ਗੁਰਮੁਖੇ ਆਖੀ ਗੁਰਮੁਖੇ ਜਾਤੀ ਸੁਰਤੀ ਕਰਮ ਧਿਆਈ। ਕਹਿੰਦੇ ਇਹ ਬਾਣੀ ਜਿਹੜੀ ਬ੍ਰਹਮ ਗਿਆਨੀਆਂ ਨੇ ਗੁਰਮੁਖਾਂ ਨੇ ਆਖੀ ਹੈਗੀ ਭਾਈ, ਔਰ ਗੁਰਮੁਖਾਂ ਨੇ ਹੀ ਇਸ ਬਾਣੀ ਨੂੰ ਸਮਝਿਆ ਹੈਗਾ। ਉਹਨਾਂ ਨੇ ਹੀ ਇਹਨੂੰ ਜਿਹੜਾ ਹੈਗਾ ਇਸ ਬਾਣੀ ਨੂੰ ਜਿਹੜਾ ਭੇਤ ਨੂੰ ਜਿਹੜੇ ਕੀ ਭੇਤ ਹੈ ਇਹਦਾ, ਕਹਿੰਦੇ ਸੁਰਤੀ, ਸੁਰਤ ਦੇ ਨਾਲ ਜਿਹੜੀ ਹੈਗੀ ਇਹ ਆਪਾਂ ਨੇ ਐਕਸ਼ਨ ਜਿਹੜਾ ਹੈਗਾ ਇਹ ਆਪਾਂ ਇਹ ਕਰਮ ਕਾਂਡਾਂ ਦੇ ਨਾਲ ਜਿਹੜੇ ਹੈਗੇ ਪਾਠਾਂ ਦੇ ਨਾਲ ਇਹ ਐਕਸ਼ਨ ਕਰਦੇ ਆ। ਇਹ ਪਾਠਾਂ ਦੇ ਨਾਲ ਜਿਹੜਾ ਹੈਗਾ ਇਹ ਖੱਟੀ ਕਰਦੇ ਆ, ਪਾਠਾਂ ਦੇ ਨਾਲ ਜਿਹੜਾ ਹੈਗਾ ਇਸ ਨੂੰ। ਤੇ ਇਹ ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਸੁਰਤ ਦੀ ਗੱਲ ਹੈਗੀ ਆ। ਸੁਰਤ ਦੇ ਨਾਲ ਅੰਦਰ ਦੀ ਯਾਤਰਾ ਹੈਗੀ। ਕਰਮਾਂ ਦੇ ਨਾਲ ਜਿਹੜਾ ਹੈਗਾ ਇਹ ਧਿਆਨ ਸਿਮਰਨ ਮਿਲਦਾ ਆ। ਆਤਮ ਗਿਆਨ ਕਰਮਾਂ ਦੇ ਨਾਲ ਗੁਰਮੁਖਾਂ ਤੋਂ ਆਤਮ ਗਿਆਨ ਮਿਲਦਾ ਹੈ, ਔਰ ਕਰਮਾਂ ਦੇ ਨਾਲ ਜਿਹੜਾ ਹੈਗਾ ਧਿਆਨ ਸਿਮਰਨ ਇਨਸਾਨ ਕਰਦਾ ਹੈ। ਹਾਂ ਬਿਲਕੁਲ ਠੀਕ ਹੈ। ਹੁਣ ਸਾਧ ਸੰਗਤ ਜੀ ਤੁਸੀਂ ਦੇਖੋ, ਹੁਣ ਤੁਸੀਂ ਧਿਆਨ ਸਿਮਰਨ ਸਾਧਨਾ ਕਰਦੇ ਜੋ, ਹੁਣ ਤੁਸੀਂ ਬਾਣੀ ਪੜ੍ਹ ਕੇ ਵੇਖੋ, ਤੁਹਾਨੂੰ ਬਾਣੀ ਖੁਦ ਦੱਸੇਗੀ ਕਿ ਬਾਣੀ ਕੀ ਕਹਿਣਾ ਚਾਹੁੰਦੀ ਹੈ। ਜਿੰਨਾ ਚਿਰ ਤੱਕ ਆਪਾਂ ਖੁਦ ਨਹੀਂ ਭਗਤੀ ਕਰਦੇ ਤੇ ਬਾਣੀ ਪੜ੍ਹਨ ਤੇ ਪਤਾ ਥੋੜੀ ਲੱਗਦਾ ਕਿ ਬਾਣੀ ਦਾ ਮਤਲਬ ਕੀ ਆ। ਹੁਣ ਜਦੋਂ ਤੁਸੀਂ ਉਸ ਡਾਇਰੈਕਸ਼ਨ ਵੱਲ ਗਤੀ ਕਰਦੇ ਜੋ, ਜਿਵੇਂ ਤੁਹਾਡੀ ਅਵਸਥਾ ਬਣੀ ਜਾਂਦੀ ਹੈ ਤਿਵੇਂ ਬਾਣੀ ਖੁੱਲੀ ਜਾਂਦੀ ਹੈ। ਬਿਲਕੁਲ ਠੀਕ। ਤੁਸੀਂ ਬਾਣੀ ਨੂੰ ਪੜ੍ਹੋਗੇ, ਤੁਹਾਨੂੰ ਬਾਣੀ ਦੱਸੋ ਕੀ ਕਹਿਣਾ ਕੀ ਚਾਹੁੰਦੀ ਹੈ। ਗੁਰੂ ਕੀ ਕਹਿ ਕੇ ਗਏ ਨੇ, ਸਾਨੂੰ ਕੀ ਨਿਰਦੇਸ਼ ਦੇ ਕੇ ਗਏ ਨੇ। ਦੇਖੋ ਸਧਾਰਨ ਬੰਦਾ ਉਹ ਚੀਜ਼ ਨੂੰ ਨਹੀਂ ਫੜ ਪਾਉਂਦਾ, ਕਿਉਂਕਿ ਉਹ ਤੇ ਇੱਕ ਅਵਸਥਾ ਦੇ ਵਿੱਚ ਗੱਲ ਕੀਤੀ ਹੈ, ਅਵਸਥਾ ਦੀ ਗੱਲ ਕੀਤੀ ਹੈ। ਹੁਣ ਆਪਾਂ ਸਧਾਰਨ ਤੌਰ ਤੇ ਬੰਦਾ ਸੰਤੋਖ ਦੀ ਗੱਲ ਕਰ ਦਿੰਦਾ, ਪਰ ਜਦੋਂ ਬਾਣੀ 'ਚ ਸੰਤੋਖ ਆਉਂਦਾ ਹੈ ਤੇ ਉਹਦੇ ਵਿੱਚ ਮਤਲਬ ਹੈ ਕੁਝ। ਉਹ ਸਾਨੂੰ ਇੱਕ ਮਤਲਬ ਮੀਲ ਸਟੋਨ ਹੈਗਾ ਹੈ, ਔਰ ਸਾਨੂੰ ਉਹ ਇੱਕ ਚੰਗੀ ਤਰ੍ਹਾਂ ਸਮਝਾ ਕੇ ਗਏ ਨੇ ਕਿ ਜਦੋਂ ਤੂੰ ਭਗਤੀ ਕੀਤੀ ਤੇ ਤੇਰੇ ਜੀਵਨ 'ਚ ਕੀ ਹੋਣਾ ਹੈ। ਔਰ ਜੇ ਮੈਨੂੰ ਪੜ੍ਹੀ ਜਾਊਂਗਾ ਤੇ ਉਹਦਾ ਮੈਨੂੰ ਮਤਲਬ ਥੋੜੀ ਸਮਝਾਉਣਾ ਹੈ, ਮੈਨੂੰ ਖੁਦ ਭਗਤੀ ਕਰਨੀ ਪਊਗੀ। ਹੁਣ ਇੱਕ ਡਾਕਟਰ ਆ ਤੇ ਤੁਸੀਂ ਡਾਕਟਰ ਦੇ ਸਾਹਮਣੇ ਕਿਸੇ ਵੀ ਮੈਡੀਕਲ ਦੀ ਕਿਤਾਬ ਕੱਢ ਕੇ ਰੱਖੋਗੇ, ਉਹਨੂੰ ਪਤਾ ਕੀ ਲਿਖਿਆ, ਉਹਨੇ ਇਹ ਵੀ ਪਤਾ ਲੱਗ ਜਾਣਾ ਹੈ ਕਿ ਕਿਹੜੀ ਕੰਮ ਦੀ ਗੱਲ ਲਿਖ ਕੇ ਗਿਆ ਵਾ ਦੂਜਾ ਡਾਕਟਰ। ਤੇ ਆਮ ਬੰਦੇ ਨੂੰ ਮੇਰੇ ਵਰਗੇ ਨੂੰ ਕੀ ਪਤਾ ਲੱਗਣਾ ਉਹ ਕੀ ਚੀਜ਼ ਲਿਖੀ ਹੈ। ਇਸੇ ਹੀ ਤਰ੍ਹਾਂ ਬਾਣੀ ਵੀ ਜਿਹੜੀ ਆ, ਬਾਣੀ ਨੂੰ ਸਮਝਣ ਦੇ ਲਈ ਵੀ ਸਾਡੀ ਅਵਸਥਾ ਚਾਹੀਦੀ ਹੈ। ਜੇਕਰ ਸਾਡੀ ਅਵਸਥਾ ਨਹੀਂ ਹੈ, ਬਾਣੀ ਸਾਨੂੰ ਸਮਝ ਨਹੀਂ ਆਏਗੀ, ਕਿਉਂਕਿ ਅਸੀਂ ਆਪਣੀ ਬੁੱਧੀ ਦੇ ਹਿਸਾਬ ਨਾਲ ਹੀ ਉਹਦਾ ਮਤਲਬ ਕੱਢ ਲੈਣਾ। ਜਦੋਂ ਅਸੀਂ ਉਸ ਡਾਇਰੈਕਸ਼ਨ ਵੱਲ ਚੱਲਾਂਗੇ ਤੇ ਸਾਨੂੰ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਬਾਣੀ 'ਚ ਮਿਲਦੇ, ਉਹ ਵੀ ਬਾਣੀ ਦੱਸਦੀ ਆ, ਤਸਦੀਕ ਕਰਦੀ ਆ ਕਿ ਤੇਰਾ ਮਾਰਗ ਜਿਹੜਾ ਬਿਲਕੁਲ ਸਹੀ ਆ। ਹੁਣ ਤੂੰ ਆਹ ਕਰਨਾ ਵਾ, ਹੁਣ ਤੇਰੇ ਤੇ ਪ੍ਰਮਾਤਮਾ ਦੇ ਵਿੱਚ ਕੀ ਰੁਕਾਵਟਾਂ ਨੇ, ਉਹਨੂੰ ਦੂਰ ਕਿੱਦਾਂ ਕਰਨਾ ਨੇ, ਇਹ ਬਾਣੀ ਸਾਨੂੰ ਸਮਝਾਉਂਦੀ ਹੈ। ਹਾਂਜੀ ਨਿਜਰ ਸਾਹਿਬ। ਹਾਂ ਦੇਖ ਲਓ, ਇਹ ਜਿਹੜਾ ਨਾ ਇਹ ਗਿਆਨ ਹੈਗਾ, ਇਹ ਜਿਹੜੀ ਹੈਗੀ ਨਾ ਜਿਹੜਾ ਆਪਾਂ ਅੰਦਰ ਯਾਤਰਾ ਕਰਦੇ ਆ, ਉਹਨੂੰ ਬਾਣੀ ਗਿਆਨ ਮੰਨਦੀ ਹੈ। ਬਾਣੀ ਚਾਹੁੰਦਾ ਹੈ ਬਸੰਤ ਰਾਗ ਦੇ ਵਿੱਚ ਗਏ ਬਈ ਗਿਆਨ ਕਮਾਈਏ ਪੂਛ ਜਨਾ। ਇਹ ਜਨ ਜਿਹੜੇ ਹੈਗੇ ਆਪਣੀ ਇਹ ਗੁਰਬਾਣੀ ਜਿਹੜੀ ਹੈਗੀ ਇਹ ਇੱਕ ਬੰਦੇ ਦੀ ਨਹੀਂ ਹੈਗੀ, ਇੱਕ ਬੰਦੇ ਦੀ ਜਿਹੜੀ ਇਹ ਗੁਰਮਤ ਇੱਕ ਬੰਦੇ ਦੀ ਨਹੀਂ ਹੈਗੀ, ਇਹ ਜਿਹੜੀ ਹੈਗੀ ਹੈ ਜਨਾਂ ਦੀ ਹੈਗੀ ਆ। ਇਹ ਮੈਜੋਰਟੀ ਨੇ ਇੱਕ ਗੱਲ ਕਹੀ ਹੋਈ ਆ ਭਾਈ, ਜਿਨ੍ਹਾਂ ਨੇ ਹਾਂਜੀ ਇਹ ਨਿਜਰ ਸਾਹਿਬ ਬਾਣੀ ਜਦੋਂ ਉਹਨਾਂ ਨੇ ਸਾਰੀਆਂ ਨਾ ਵੱਖੋ ਵੱਖ ਜਗ੍ਹਾ ਤੋਂ ਬਾਣੀ ਜਦੋਂ ਇਕੱਠੀ ਕੀਤੀ ਹੈ ਨਾ ਗੁਰੂਆਂ ਨੇ, ਉਹਦਾ ਕਾਰਨ ਹੀ ਇਹੋ ਹੀ ਸੀ ਕਿ ਜਿਹੜਾ ਉਹ, ਕਿਉਂਕਿ ਸਾਰਿਆਂ ਦਾ ਵੱਖੋ ਵੱਖ ਅਨੁਭਵ ਸ਼ਾਮਲ ਹੋਵੇ ਬਾਣੀ ਦੇ ਵਿੱਚ। ਔਰ ਬਾਣੀ ਨੇ ਸਾਨੂੰ ਜੋੜਨ ਦੇ ਬਾਰੇ ਹੀ ਦੱਸਿਆ ਹੈ। ਬਿਲਕੁਲ ਠੀਕ ਔਰ ਅੱਜ ਮੇਰੇ ਕੋਲ ਆਡੀਓ ਜੀ ਆਈ ਸੀ, ਵੀਡੀਓ ਮੈਂ ਵੇਖਣ ਡਿਆ ਸੀ ਉਹ ਕਿਸੇ ਚੈਨਲ ਦੇ ਵਿੱਚ, ਉਹ ਬੜੀ ਸੋਹਣੀ ਗੱਲਾਂ ਕੀਤੀਆਂ। ਉਹ ਕਹਿੰਦੇ ਜਿਹੜੇ 5 ਪਿਆਰੇ ਆ ਉਹ ਵੇਖੋ ਕੌਣ ਸਨ, ਉਹਨਾਂ ਦੀ ਬੈਕਗ੍ਰਾਉਂਡ ਵੇਖੋ, ਉਹ ਸਾਰੇ ਮਿਕਸ ਕੀਤੇ ਸੀ। ਇਹ ਸੱਚ ਹੀ ਗੱਲ ਕਿ ਉਦੋਂ ਫੌਜ ਤਿਆਰ ਕਰਨ ਲਈ ਸਾਰਿਆਂ ਨੂੰ ਇਕੱਠਾ ਕਰਨਾ ਪਿਆ ਸੀ, ਸਾਰੇ ਇਕੱਠੇ ਸਾਂ ਆਪਾਂ। ਪਰ ਹੁਣ ਆਪਾਂ ਆਪਾਂ ਨੂੰ ਲੋਕਾਂ ਤੇ ਅਲਰਜੀ ਕਰਦੇ ਆ, ਆਹ ਨਾ ਕਹੋ, ਉਹ ਨਾ ਕਹੋ, ਦੂਜਾ ਵੀ ਉਹ ਵੀ ਕਹੀ ਜਾਂਦੇ ਤੁਸੀਂ ਵੱਖ ਜੋ। ਉਹ ਮਤਲਬ ਕਹਿਣ ਤੋਂ ਭਾਵ ਅਧਿਆਤਮਿਕ ਸਫ਼ਰ ਤੇ ਇਹ ਵੀ ਇੱਕ ਰੁਕਾਵਟ ਹੈ ਨਿਜਰ ਸਾਹਿਬ। ਬਿਲਕੁਲ
ਬੜੀ ਵੱਡੀ ਰੁਕਾਵਟ ਜੋ। ਵੇਖੋ ਤੁਸੀਂ ਇੱਕ ਜਸਟ ਆਪਣੇ ਗੁਰੂਆਂ ਦੀ ਸੋਚ ਵੇਖੋ ਕਿ ਸਾਈਂ ਮੀਆਂ ਮੀਰ ਤੋਂ ਨਹੀਂ ਰਖਵਾਈ ਹੈ। ਉਹਨਾਂ ਤੇ ਨਹੀਂ ਕਿਹਾ ਕਿ ਧਰਮ ਆਪਣਾ ਚੇਂਜ ਕਰ ਤੇ ਤੇਰੀ ਤਾਂ ਨਹੀਂ ਰੱਖਣੀ ਹੈ। ਆਪਾਂ ਕਿੱਥੇ ਜਾ ਰਹੇ ਹਾਂ, ਆਪਣਾ ਸਟੈਂਡ ਵੇਖੀਏ। ਹੁਣ ਦੇਖ ਲਓ ਗੋਰਖੀ ਸਾਹਿਬ, ਆਪਣੇ ਜਿਹੜੇ ਆ ਨਾ ਹਰੇਕ ਪਿੰਡ ਦੇ ਵਿੱਚ ਮੈਂ ਕਹਿੰਦਾ ਹੈ 4-4 ਗੁਰਦੁਆਰੇ ਤਾਂ ਤੁਹਾਨੂੰ ਆਮ ਹੀ ਲੱਭ ਜਾਣਗੇ। ਇਹ ਜੀ ਜੱਟਾਂ ਦਾ ਗੁਰਦੁਆਰਾ, ਇਹ ਜੀ ਰਾਮਗੜੀਆਂ ਦਾ ਗੁਰਦੁਆਰਾ, ਇਹ ਜੀ ਉਹ ਦੂਸਰੇ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਹੈਗੇ ਕੀ ਉਹਨਾਂ ਨੂੰ ਕਹਿੰਦੇ ਆ, ਥੋੜਾ ਲੋਅਰ ਕੈਟੇਗਰੀ ਵਾਲੇ ਜਿਹੜੇ ਹੈਗੇ ਕਹਿੰਦੇ ਇਹ ਜੀ ਉਹਨਾਂ ਦਾ ਗੁਰਦੁਆਰਾ ਹੈ। ਬਸ ਆਪਣੀ ਆਪਣੇ ਗੁਰਦੁਆਰੇ ਆਪਣੇ ਬਣਾਏ ਜੀ। ਇਹ ਜੀ ਉਹ ਜਿਹੜੇ ਹੈਗੇ ਰਵਿਦਾਸ ਜੀਆਂ ਦਾ ਹੈਗਾ ਜੀ। ਸਾਰੇ ਦੇਖ ਲਓ ਉਹੀ ਬਾਣੀ, ਉਹੀ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਅਲੱਗ ਅਲੱਗ ਜਾਤਾਂ ਦੇ ਹੱਥ ਤੇ ਪਿਆ। ਫਿਰ ਵਾਪਸ ਆਪਾਂ ਉਹੀ ਕਰੀ ਜਾ ਰਹੇ ਹਾਂ। ਬ੍ਰਾਹਮਣ ਵੇਦ ਨਿੱਜਰ ਸਾਹਿਬ ਇੱਕ ਵੇਖੋ, ਮੈਂ ਤੁਹਾਡੇ ਨਾਲ ਗੱਲ ਕਰਦਾ, ਮੈਂ ਪਿੰਡਾਂ ਦੀ ਗੱਲ ਕਰਦਾ, ਜਰਨਲ ਆਪਾਂ ਟੌਪਿਕ ਤੇ ਡਿਸਕਸ ਕਰਦੇ ਹਾਂ। ਆਪਣੇ ਲੋਕਾਂ 'ਚ ਅਜੇ ਤੱਕ ਇੰਨੀ ਸੈਂਸ ਨਹੀਂ ਪੈਦਾ ਹੋਈ ਕਿ ਪਿੰਡਾਂ 'ਚ ਆਪਣਾ ਹਾਊਸ ਨੰਬਰ ਹੀ ਲਿਖ ਦਿਓ। ਪਿੰਡ ਕਿੱਡੀ ਕੁ ਵੱਡੀ ਗੱਲ ਹੈ। 200-300 ਨੰਬਰ ਪਲੇਟ ਬਣਾ ਕੇ ਆਪਣੇ ਪਿੰਡ 'ਚ ਵੰਡ ਦਿਓ, ਗ੍ਰਾਂਟ ਆਉਂਦੀ ਆ। ਤੁਹਾਡੇ ਪਿੰਡ ਦਾ ਸਟੇਟਸ ਤੇ ਬਣੇ ਨਾ, ਹਾਂਜੀ ਉਹ ਗਲੀ ਨੰਬਰ ਹੈਗਾ ਜੇ, ਹਾਊਸ ਨੰਬਰ ਇੰਨਾ ਹੈਗਾ ਜੇ, ਨਾਰਥ ਸਾਊਥ ਈਸਟ ਵੈਸਟ, ਕਿੰਨਾ ਕੁ ਔਖਾ ਕੰਮ ਹੈ। ਬਿਲਕੁਲ। ਪਰ ਸਾਡੇ ਲੋਕਾਂ ਨੂੰ ਇਹ ਪਤਾ ਵਾ ਕਿ ਗੁਰਦੁਆਰਾ ਬਣਨਾ ਚਾਹੀਦਾ ਤੇ ਉਹ ਵੀ ਬੜਾ ਵੱਡਾ ਬਣਨਾ ਚਾਹੀਦਾ। ਇਹ ਸਾਡੀ ਸੋਚ ਨੂੰ ਮੈਨੂੰ ਲੱਗਦਾ ਕਿ ਕਿਸੇ ਮਤਲਬ ਨਵੀਂ ਸੋਚ ਨੂੰ ਲੋੜ ਆ ਅੱਗੇ ਆਉਣ ਦੀ, ਕਿ ਜਿਹੜੀ ਸਾਡੀ ਸੋਚ ਕਿਸੇ ਜਗ੍ਹਾ 'ਚ ਆ ਕੇ ਰੁਕ ਗਈ ਆ। ਆਪਾਂ ਇੱਕ ਘੁੰਮਣ ਘੇਰੀ 'ਚ ਘੁੰਮ ਰਹੇ ਹਾਂ। ਅਸੀਂ ਲੋਕਾਂ ਨੂੰ ਕੱਢਣਾ ਸੀ, ਸਗੋਂ ਅਸੀਂ ਆਪ ਹੀ ਘੁੰਮਣਾ ਸ਼ੁਰੂ ਕਰਤਾ। ਹੁਣ ਵੀ ਆਪਾਂ ਇੱਕ ਆਪਣੀ ਵੱਖਰੀ ਹੋਂਦ ਬਣਾਉਣਾ ਚਾਹੁੰਦੇ ਹਾਂ। ਅਸੀਂ ਵੱਖਰੇ ਹਾਂ, ਅਸੀਂ ਵੱਖਰੇ ਹਾਂ। ਵੱਖਰਾ ਕੋਈ ਨਹੀਂ ਹੈਗਾ। ਸਭ ਤੋਂ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਕਿ ਤੂੰ ਇਨਸਾਨ ਬਣ, ਕਿਉਂਕਿ ਜਦ ਤੱਕ ਆਪਾਂ ਨਿੱਜਰ ਸਾਹਿਬ ਇਨਸਾਨ ਹੀ ਨਹੀਂ ਬਣਦੇ, ਆਪਾਂ ਕਿੱਦਾਂ ਇੱਕ ਚੰਗਾ ਜੀਵਨ ਬਤੀਤ ਕਰ ਸਕਾਂ। ਬਿਲਕੁਲ। ਤੇ ਇਹ ਤੇ ਬੜਾ ਵੱਡਾ। ਹੁਣ ਵੇਖੋ ਪਿੰਡਾਂ 'ਚ ਵੇਖੋ, ਹਾਂ ਮੜੀਆਂ ਵੀ 2-2 ਮੜੀਆਂ ਨੇ ਪਿੰਡਾਂ 'ਚ। ਤੇ ਉਹ ਵੀ ਹੁਣ ਇੱਥੇ ਅੰਮ੍ਰਿਤਸਰ ਜਦੋਂ ਸਾਡੇ ਸ਼ਮਸ਼ਾਨ ਘਾਟ 2 ਹੀ ਹੈਗੇ ਆ, ਤੇ ਤੁਸੀਂ ਵੇਖ ਲਓ 2 ਸ਼ਮਸ਼ਾਨ ਘਾਟ ਹੈਗੇ ਆ। ਤੇ ਉਹ ਹੁਣ ਇੱਥੇ ਤੇ ਨਹੀਂ ਪੁੱਛਦੇ ਕਿ ਤੁਹਾਡੀ ਜਾਤ ਕਿਹੜੀ ਹੈ। ਉੱਥੇ ਤੇ ਸਾਰੇ ਹੀ, ਉੱਥੇ ਜੋ ਮੈਂ ਵੇਖਣਾ 40-50 ਕਿਸਮ ਦੇ ਜਿਹੜੇ ਸਰੀਰ ਇਕੱਠੇ ਛੱਡਦੇ, ਉੱਥੇ ਕੋਈ ਨਹੀਂ ਪੁੱਛਦਾ। ਉੱਥੇ ਕਿਉਂ ਨਹੀਂ ਸਾਨੂੰ ਜਾਤਾਂ ਸੁੱਝਦੀਆਂ। ਤੇ ਇਹ ਲੋੜ ਹੈਗੀ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਆਉਣ ਦੀ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਅੱਗੇ ਮਹਾਰਾਜ ਕਹਿੰਦੇ ਆ ਪਰਮਾਤਮਾ ਦੇ ਬਾਰੇ, ਖੇਡ ਦੇ ਬਾਰੇ ਥੋੜਾ ਜਿਹੀ ਜਾਣਕਾਰੀ ਦੇ ਰਹੇ ਭਾਈ ਵੀ ਹੁਕਮ ਸਾਜ ਪਰਮਾਤਮਾ ਨੇ ਆਪਣੇ ਹੁਕਮ ਦੇ ਨਾਲ ਆਪਣੇ ਅੰਦਰੋਂ ਜਿਹੜੀ ਹੈਗੀ ਆ ਆਪਣੀ ਇਸ ਸ੍ਰਿਸ਼ਟੀ ਜਿਹੜੀ ਬਣੀ ਹੋਈ ਆ ਇਹਦੀ ਸਾਜਨਾ ਕੀਤੀ ਆ ਸਾਰੇ ਜੀਵਾਂ ਦੀ, ਤੇ ਹੁਕਮ ਵਿੱਚ ਰੱਖਿਆ। ਉਹ ਆਪਣੇ ਹੁਕਮ ਦੇ ਵਿੱਚ ਹੀ ਇਹਨਾਂ ਨੂੰ ਰੱਖ ਰਿਹਾ ਆ ਉਹ ਮਾਲਕ ਪਰਮਾਤਮਾ। ਔਰ ਹੁਕਮੇ ਅੰਦਰ ਵੇਖੇ, ਹੁਕਮ ਵਿੱਚ ਰੱਖਿਆ ਦਾ ਮਤਲਬ ਕੀ ਹੈ, ਉਹਨੇ ਨਿਯਮ ਬਣਾਏ, ਆਪਣੇ ਮਾਲਕ ਦੇ ਨਿਯਮ ਚੱਲਣੇ ਆ ਭਾਈ। ਇਹ ਸ੍ਰਿਸ਼ਟੀ ਉਹਦੇ ਹਿਸਾਬ ਦੇ ਨਾਲ ਚੱਲਣੀ ਹੈ। ਸਾਰੇ ਜੀਵ ਜਿਹੜੇ ਹੈਗੇ ਉਹਨੇ ਜੋ ਸਲਾਟ ਬਣਾਏ ਹੋਏ ਆ, ਜਿਸ ਤਰ੍ਹਾਂ ਦੀ ਉਹਨੇ ਪ੍ਰੋਵੀਜ਼ਨ ਕੀਤੀ ਆ, ਉਸ ਤਰੀਕੇ ਦੇ ਨਾਲ ਹੀ ਉਹਨੇ ਦੇ ਵਿੱਚ ਹੀ ਖੇਡ ਸਕਦੇ ਆ ਆਪਾਂ। ਜਿਸ ਤਰ੍ਹਾਂ ਜਿਹੜੀ ਫੁੱਟਬਾਲ ਦੀ ਟੀਮ ਹੈਗੀ ਆ, ਉਹ ਜੋ ਨਿਯਮ ਬਣਾਏ ਆ, ਇਹ ਅੰਦਰ ਖਿਡਾਰੀ ਸਾਰੇ ਜਿਹੜੇ ਹੈਗੇ ਵੀ ਹੱਥ ਨੂੰ ਲੱਗ ਗਈ ਬਾਲ ਤੇ ਹੈਂਡਬਾਲ ਹੋ ਜਾਏਗਾ, ਫਿਰ ਪੈਨਲਟੀ ਹੋ ਜਾਂਦੀ ਆ। ਇਸ ਤਰ੍ਹਾਂ ਜਿਹੜੀ ਹੈਗੀ ਗੇਮ, ਉਹ ਜਿਹੜੀ ਜਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਮਾਲਕ ਨੇ ਨਿਯਮ ਬਣਾਇਆ, ਤੇ ਜੀਵ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਖੇਡ ਨੂੰ ਖੇਡ ਸਕਦੇ ਆ। ਔਰ ਮਾਲਕ ਪੂਰੀ ਇਸ ਨੂੰ ਹੁਕਮੇ ਅੰਦਰ ਵੇਖੇ, ਉਹ ਆਪਣੇ ਹੁਕਮ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਦੇਖ ਰਿਹਾ ਆ। ਤੇ ਆਖਰੀ ਦੇ ਵਿੱਚ ਮਹਾਰਾਜ ਕਹਿੰਦੇ ਆ, ਨਾਨਕ ਅੱਗੋਂ ਹਉਮੈ ਟੁੱਟੈ ਤਾਂ ਕੋ ਲਿਖੀਏ ਲੇਖਾ। ਜੇ ਕੋਈ ਜਿਹੜਾ ਹੈਗਾ ਆਹ ਕੰਮ ਕਰਨਾ ਹੈ, ਅੱਗੋਂ ਪਹਿਲਾਂ ਇਹ ਜਨਮ ਸਰੀਰ ਦੇ ਹੁੰਦੇ ਹੋਏ ਹੀ ਜੇ ਕੋਈ ਆਪਣੀ ਹਉਮੈ ਜਿਹੜੀ ਹੈਗੀ ਆ ਉਹਨੂੰ ਤੋੜ ਲੈਂਦਾ ਆ। ਹਉਮੈ ਕੀ ਹੈ? ਆਪਣਾ ਕਰਤਾ ਪੁਣਾ। ਆਪਾਂ ਫਾਲਸ ਜਿਹੜੇ ਹੈਗੇ ਕਰਤਾ ਬਣੇ ਹੋਏ ਆ, ਕਰ ਕੁਛ ਵੀ ਨਹੀਂ ਸਕਦੇ। ਆਪਾਂ ਕੋਈ ਚੀਜ਼ ਨਹੀਂ ਬਣਾ ਸਕਦੇ। ਮਾਲਕ ਨੇ ਸਾਰੀ ਦੁਨੀਆ ਬਣਾਤੀ। ਆਪਾਂ ਮੈਂ ਤਾਂ ਕਹਿੰਦਾ ਇੱਕ ਰੇਤੇ ਦਾ ਕਹਾਣੀ ਬਣਾ ਕੇ ਦਿਖਾ ਦਿਓ ਬਸ। ਆਪਾਂ ਤਾਂ ਮਕਾਨ ਨਹੀਂ ਲਾਇਆ ਜੀ, ਅਸੀਂ ਆਹ ਮਕਾਨ ਬਣਾਤਾ, ਕਾਰ ਬਣਾਤੀ। ਲੈ ਲੋਹਾ ਕਿੱਥੋਂ ਲਿਆਇਆ ਸੀਗਾ ਤੂੰ? ਮਕਾਨ ਬਣਾਉਣ ਤੇ ਇੱਟਾਂ ਪੱਥਰ ਸੀਮੈਂਟ ਕਿੱਥੋਂ ਲੈ ਕੇ ਆਇਆ ਦੱਸ ਦੇ। ਨਾਨਕ ਅੱਗੋਂ ਹਉਮੈ ਟੁੱਟੇ ਤਾਂ ਕੋ ਲਿਖੀਏ ਲੇਖੇ। ਤਾਂ ਕੋਈ ਜਿਹੜਾ ਹੈਗਾ ਪ੍ਰਵਾਨ ਹੁੰਦਾ ਹੈ ਮਾਲਕ ਦੇ ਦਰ ਤੇ। ਹਾਂਜੀ ਗੋਰਖ ਸਾਹਿਬ।
ਠੀਕ ਹੈ ਨਿੱਜਰ ਸਾਹਿਬ, ਵੇਖ ਲਓ ਹੁਣ ਬਾਣੀ 'ਚ ਬੜਾ ਕਲੀਅਰਲੀ ਕੀਤਾ, ਹੁਕਮ ਸੱਚ ਹੁਕਮ ਵਿੱਚ ਰੱਖੇ, ਹੁਕਮ ਅੰਦਰ ਵੇਖੇ, ਠੀਕ ਹੈ ਨਾ। ਤੇ ਨਾਨਕ ਅੱਗੋਂ ਹਉਮੈ ਟੂਟੇ ਤਾਂ ਕੋ ਲਿਖਿਆ ਲੇਖੇ। ਹਾਂਜੀ, ਤੇ ਵੇਖ ਲਓ ਪਰਮਾਤਮਾ ਦੇ ਵਿੱਚ ਹੀ ਵੇਖੋ ਹੁਕਮ 'ਚ ਹੀ ਸਾਜ ਰਿਹਾ ਹੈ, ਹੁਕਮ ਦੇ ਵਿੱਚ ਹੀ ਰੱਖ ਰਿਹਾ, ਮਤਲਬ ਕਿ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਕਿੱਦਾਂ ਰੱਖ ਰਿਹਾ। ਇਹ ਨਹੀਂ ਕਿ ਬਣਾ ਕੇ ਭੁੱਲ ਗਿਆ, ਪੂਰਾ ਉਹਨੂੰ ਰੱਖਿਆ ਹੈ, ਚੀਜ਼ ਨੂੰ ਆਰਗੇਨਾਈਜ਼ ਕਰਕੇ ਬੈਠਾ ਹੈ। ਹੁਕਮ ਅੰਦਰ ਵੇਖੇ, ਫਿਰ ਵੇਂਦਾ ਵੀ ਪਿਆ। ਫਿਰ ਅੱਗੇ ਕਹਿੰਦੇ ਨਾਨਕ ਹਉਮੈ ਟੂਟੇ ਤਾਂ ਕੋ ਲਿਖਿਆ ਲੇਖੇ। ਅੱਗੋਂ ਹਉਮੈ ਅੱਗੋਂ ਹਉਮੈ ਟੁੱਟੇ, ਅੱਗੋਂ ਮਤਲਬ ਜਿਹੜਾ ਹੈਗਾ, ਜੇ ਪਹਿਲਾਂ ਜੇ ਹਉਮੈ ਖਤਮ ਕਰ ਲੇਗਾ ਤਾਂ ਤੂੰ ਲਿਖਤ ਦੇ ਵਿੱਚ ਆਏਗਾ। ਪਹਿਲਾਂ ਕੰਡੀਸ਼ਨ ਹੈਗੀ, ਲਿਖਤ ਦੇ ਵਿੱਚ ਨਹੀਂ ਆ ਸਕਦਾ ਜੇ ਤੂੰ ਆਪਣੀ ਹਉਮੈ ਨਹੀਂ ਖਤਮ ਕਰੇਗਾ। ਹਾਂ ਬਿਲਕੁਲ ਸਹੀ ਹੈ। ਜਿਹੜੀ ਹਉਮੈ ਹੈ ਨਾ, ਹਉਮੈ ਤੇ ਵੱਡੀ ਰੁਕਾਵਟ ਹੈ ਨਿੱਜਰ ਸਾਹਿਬ। ਹਉਮੈ ਬੰਦੇ ਦੇ ਵਿੱਚ ਬੜੀ ਤੜੀ ਹਉਮੈ ਸ਼ਿਕਾਰ ਆ ਬੰਦਾ ਹਉਮੈ ਤੋਂ। ਤੁਸੀਂ ਵੇਖੋ ਛੋਟੇ ਬੱਚਿਆਂ ਨੂੰ ਆਪਾਂ ਜਦੋਂ ਬਾਜ਼ਾਰ ਜਾਂਦੇ ਆ, ਹੁਣ ਮੇਰਾ ਛੋਟਾ ਜਿਹੜਾ ਨਾ ਹਰਮਨ ਹੈਗਾ, ਉਹ 10 ਸਾਲ ਦਾ, ਹੁਣ 11 ਲੱਗਾ ਨੂੰ, ਤੇ ਕਮਲ 13 ਸਾਲ ਦਾ। ਉਹ ਜਦੋਂ ਵੀ ਬਾਜ਼ਾਰ ਜਾਂਦਾ ਨਾ, ਤੇ ਉਹ ਤੁਹਾਨੂੰ ਪਤਾ ਹੀ ਉਹ ਸ਼ੌਕੀਨ ਬਹੁਤ, ਸ਼ੀਸ਼ੇ ਦੇ ਬਹੁਤ ਘੜੀ ਰਹਿੰਦਾ, ਤੇ ਉਹਨਾਂ ਸ਼ਰਟ ਕਹਿੰਦਾ ਮੈਨੂੰ ਪਾਪਾ ਆ ਚਾਹੀਦੀ ਆ। ਤੇ ਮੈਂ ਵੀ ਕਹਿੰਦਾ ਵਾਂ ਕਿ ਹਾਂ ਬਈ ਤੂੰ ਸਿਆਣਾ ਹੋ ਗਿਆ, ਮੈਨੂੰ ਵੀ ਚੰਗਾ ਲੱਗਦਾ ਕਿ ਬਈ ਤੂੰ ਮਤਲਬ ਤੇਰੀ ਆਪਣੀ ਚੋਇਸ ਚਾਹੀਦੀ ਹੈ, ਤੂੰ ਪਸੰਦ ਕਰ ਪਾਉਣੀ ਤੇ ਤੂੰ ਆ, ਰਾਈਟ। ਬਿਲਕੁਲ। ਤੇ ਕਈ ਮੈਂ ਵੇਖੇ, ਕਈ ਬੱਚੇ, ਕਈ ਮਾਪਿਓ ਕਹਿੰਦੇ ਉਹ ਵੀ ਤੈਨੂੰ ਕੀ ਪਤਾ, ਤੈਨੂੰ ਕੀ ਪਤਾ ਕੀ ਲੈਣਾ। ਹੁਣ ਉਹਦੀ ਚੀਜ਼ ਮਾੜੀ ਆ, ਉਹ ਵੀ ਕਹੋਵੇਂ ਹੀ ਆ। ਜਦੋਂ ਆਪਾਂ ਕਿਸੇ ਨੂੰ ਉਹਦੀ ਚੁਆਇਸ ਹੀ ਨਹੀਂ ਕਰਨ ਦੇਵਾਂਗੇ, ਹੌਲੀ ਹੌਲੀ ਕਰਕੇ ਉਹਦੀਆਂ ਚੀਜ਼ਾਂ ਨੂੰ ਨੱਪਾਂਗੇ ਆਪਾਂ। ਹੁਣ ਮਾਂ ਪਿਓ ਤੋਂ ਬੱਚੇ ਕਿਉਂ ਭੱਜ ਜਾਂਦੇ ਨੇ ਦੂਰ, ਉਹਦਾ ਕਾਰਨ ਇਹ ਹੁੰਦਾ, ਕਈ ਵਾਰੀ ਮਾਂ ਪਿਓ ਕੀ ਕਰਦੇ ਆ ਕਿ ਜ਼ਬਰਦਸਤੀ ਬੱਚਿਆਂ ਤੇ ਆਪਣੀਆਂ ਜਿਹੜੀਆਂ ਨਾ ਆਪਣੇ ਡਿਸੀਜਨ ਥੋਪਦੇ ਨੇ। ਉਹਨਾਂ ਨੂੰ ਕਹਿੰਦੇ ਵੀ ਹਾਂ ਕਈ ਵਾਰੀ ਗਲਤ ਵੀ ਹੈ ਤੇ ਉਹਨਾਂ ਨੂੰ ਸਮਝਾਓ, ਪਰ ਮੈਂ ਕਹਿੰਦਾ ਕਿ ਅਗਲੇ ਨੂੰ ਵੀ ਯਾਰ ਉਹਨੂੰ ਆਜ਼ਾਦੀ ਦਿਓ, ਉਹਨੂੰ ਵੀ ਚੂਜ਼ ਕਰਨ ਦਿਓ ਕਿ ਵੀ ਆਪਣਾ ਪੱਖ ਦੱਸੋ ਤੁਸੀਂ ਕਿ ਬੇਟਾ ਆਹ ਵੀ ਚੀਜ਼ ਹੈਗੀ ਆ, ਜੇ ਤੁਸੀਂ ਇਹਨੂੰ ਲੈਂਦੇ ਚਾਹੇ ਆਹ ਫਾਇਦਾ। ਬਾਕੀ ਮੈਂ ਨਹੀਂ ਕਹਿੰਦਾ ਕਿ ਤੂੰ ਇਹੋ ਹੀ ਲੈ, ਇਹ 'ਚ ਆਹ ਫਾਇਦਾ ਹੈਗਾ। ਤੇ ਬਾਕੀ ਉਹਨੂੰ ਜਦੋਂ ਆਪਾਂ ਜਦੋਂ ਉਹਨੂੰ ਅਪਲਿਫਟ ਕਰਦੇ ਆ, ਘਰ 'ਚ ਵੀ ਆ, ਮੈਂ ਤਾਂ ਕਹਿੰਦਾ ਲੇਡੀਜ਼ ਵੀ ਜਾਂ ਕੋਈ ਵੀ ਆ, ਜਦੋਂ ਆਪਾਂ ਫੈਮਿਲੀ ਵਾਸਤੇ ਕੋਈ ਚੀਜ਼ ਲੈਣ ਜਾਂਦੇ ਆ ਘਰ ਦੇ ਵਾਸਤੇ, ਮੈਂ ਚਾਹੁੰਦਾ ਕਿ ਹਰ ਇੱਕ ਦੀ ਸਲਾਹ ਲਈ ਜਾਵੇ। ਕੀ ਵਿਚਾਰ ਤੁਹਾਡੀ ਨਜ਼ਰ ਸਾਹਿਬ? ਬਿਲਕੁਲ ਠੀਕ ਹੈ ਜੀ। ਤੇ ਕਈ ਵਾਰੀ ਜ਼ਬਰਦਸਤੀ ਕੋਈ ਚੀਜ਼ ਚੁੱਕ ਕੇ ਲਈਏ ਵੀ ਕਹੀਏ ਕਿ ਇਹੋ ਖਾਓ, ਇਹ ਬੜੀ ਵਧੀਆ ਚੀਜ਼ ਹੈ, ਉਹ ਤੇ ਡਿਕਟੇਟਰਸ਼ਿਪ ਹੋ ਗਈ ਨਾ। ਤੇ ਇਹ ਵੀ ਇੱਕ ਕਿਸਮ ਦੀ ਹਉਮੈ ਹੁੰਦੀ ਹੈ ਨਜ਼ਰ ਸਾਹਿਬ। ਕਈ ਲੋਕ ਮੈਂ ਵੇਖਿਆ ਵਾ, ਉਹ ਮਤਲਬ ਬਾਰ ਹਰ ਇੱਕ ਚੀਜ਼ 'ਚ ਨੁਕਤਾਚੀਨੀ ਕਰਦੇ ਆ, ਆਹ ਵੀ ਨਹੀਂ ਤੇ ਆਹ ਵੀ ਨਹੀਂ ਤੇ ਏਦਾਂ ਨਹੀਂ ਤੋਦਾਂ। ਉਹ ਕੀ ਫਿਰ ਘਰ ਨਹੀਂ ਰਹਿ ਜਾਂਦਾ, ਉਹ ਇੱਕ ਖਤਰਨਾਕ ਹੀ ਚੀਜ਼ ਬਣ ਜਾਂਦੀ ਹੈ। ਤੇ ਜਿੱਥੇ ਆਪਾਂ ਬਾਉਂਡ ਵਧਾਉਣਾ ਹੈ, ਤੇ ਮੈਂ ਚਾਹੁੰਦਾ ਕਿ ਜਿੱਥੇ ਪਿਆਰ ਦੇ ਨਾਲ, ਨਿਮਰਤਾ ਦੇ ਨਾਲ ਆਪਾਂ ਹੈਂਡਲ ਕਰੀਏ, ਤੇ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਮਿਠਾਸ ਬਣੀ ਰਹਿੰਦੀ ਆ। ਹੁਣ ਬੱਚੇ ਵੇਖੋ, ਹੁਣ ਕਈ ਵਾਰੀ ਬੱਚੇ ਨੂੰ ਜਦੋਂ ਆਪਾਂ ਪ੍ਰੈਸ਼ਰਾਈਜ਼ ਕਰੀ ਜਾਂਦੇ ਆ, ਆਹ ਕਰੋ, ਏਦਾਂ ਕਰੋ, ਏਦਾਂ ਕਰੋ, ਇੱਕ ਸਮਾਂ ਆਉਂਦਾ ਹੈ ਉਹ ਬੱਚਾ ਖੁਦ ਹੀ ਬਗਾਵਤ ਕਰ ਦਿੰਦਾ ਹੈ। ਉਹ ਕਹਿੰਦਾ ਵੀ ਨਹੀਂ ਬਈ ਤੁਹਾਡਾ ਰਾਹ ਆ ਤੇ ਮੇਰਾ ਰਾਹ ਆ, ਠੀਕ ਹੈ, ਤੁਸੀਂ ਇਹਨੂੰ ਜਾਓ ਤੇ ਮੈਂ ਇਹਨੂੰ ਜਾਣਾ। ਕਿਉਂਕਿ ਇੱਕ ਟਾਈਮ ਆਉਂਦਾ ਵਾ ਜ਼ਰੂਰ। ਹੁਣ ਕਿੰਨਾ ਕੁ ਇੱਕ ਤੁਸੀਂ ਫੁੱਟਬਾਲ 'ਚ ਹਵਾ ਭਰੀ ਜਾਓ, ਭਰੀ ਜਾਓ, ਭਰੀ ਜਾਓ, ਭਰੀ ਜਾਓ, ਭਰੀ ਜਾਓ, ਇੱਕ ਦਿਨ ਉਹਦੀ ਸੀਮਾ ਖਤਮ ਹੋ ਜਾਣੀ ਹੈ। ਉਹਨੇ ਕਹਿਣਾ ਵੀ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ, ਮੈਂ ਨਿਕਲ ਚੱਲਿਆ। ਇਹ ਜੀਵਨ ਦਾ ਸੱਚ ਹੈ ਨਜ਼ਰ ਸਾਹਿਬ। ਇਹ ਵੀ ਇੱਕ ਹਉਮੈ ਆ। ਹੁਣ ਘਰਾਂ ਦੇ ਵਿੱਚ ਜਿਹੜੀ ਜ਼ਿਆਦਾ ਗੜਬੜ ਹੁੰਦੀ ਆ, ਉਹਦਾ ਕਾਰਨ ਇਹੋ ਹੀ ਆ, ਕਿਉਂਕਿ ਆਪਾਂ ਹਉਮੈ ਦੇ ਕਰਕੇ ਆਪਾਂ ਆਪਣੀ ਗੱਲ ਨੂੰ ਮੰਨਦੇ ਹੀ ਨਹੀਂ ਆ। ਔਰ ਜਦ ਤੱਕ ਮੈਂ ਕਹਿੰਦਾ ਕਿ ਇਨਸਾਨ ਗਲਤੀ ਕਰਦਾ ਨਾ, ਤਾਂ ਸਭ ਤੋਂ ਪਹਿਲਾਂ ਨਜ਼ਰ ਸਾਹਿਬ ਉਹਨੂੰ ਆਪਣੀ ਗਲਤੀ ਐਕਸੈਪਟ ਕਰਨੀ ਚਾਹੀਦੀ ਹੈ। ਬਿਲਕੁਲ। ਮੈਂ ਹੁਣ ਗਲਤੀ ਕਰਾਂਗਾ, ਮੈਂ ਉਹਨੂੰ ਐਕਸੈਪਟ ਕਰਾਂਗਾ ਨਾ, ਤੇ ਨਜ਼ਰ ਸਾਹਿਬ ਮੈਂ ਉਹ ਗਲਤੀ ਨੂੰ ਸਹੀ ਵੀ ਕਰ ਸਕਦਾ ਜੀ। ਤੇ ਜੇ ਮੈਂ ਮੰਨੂਗਾ ਨਹੀਂ, ਮੈਂ ਸਹੀ ਕਿੱਥੋਂ ਕਰੂੰਗਾ ਦੱਸੋ ਮੈਂ। ਇਹ ਵੀ ਘਰ ਦੇ ਵਿੱਚ ਹੁਣ ਮੈਂ ਇੱਥੇ ਕੋਈ ਬਾਣੀ ਵੀ ਆਪਾਂ ਸਿਹਤ ਲੈਣੀ ਆ। ਬਾਣੀ ਸਾਨੂੰ ਚਾਹੁੰਦੀ ਸਾਡਾ ਆਪਣਾ ਫੈਮਿਲੀ ਦਾ ਲੈਵਲ ਵੀ ਚੱਕਿਆ ਜਾਵੇ। ਜੇਕਰ ਅਸੀਂ ਘਰੋਂ ਹੀ ਦੁਖੀ ਆ ਤੇ ਧਿਆਨ ਸਿਮਰਨ 'ਚ ਮਨ ਥੋੜੀ ਲੱਗਣਾ ਤੁਹਾਡਾ। ਬਿਲਕੁਲ। ਇਹ ਘਰ ਨੂੰ ਤੁਸੀਂ ਬੈਲੈਂਸ ਵੀ ਕਰਨਾ ਹੈ। ਘਰ ਵੇਖੋ, ਘਰ ਨੂੰ ਆਪਾਂ ਸਵਰਗ ਵੀ ਬਣਾ ਸਕਦੇ ਹਾਂ ਤੇ ਘਰ ਨੂੰ ਨਰਕ ਵੀ ਬਣਾ ਸਕਦੇ ਹਾਂ। ਜਦੋਂ ਬਾਰ-ਬਾਰ ਇੱਕ ਲਈ ਨੁਕਤਾਚੀਨੀ ਕਰਾਂਗੇ, ਆਹ ਨਹੀਂ ਸਹੀ, ਆਹ ਨਹੀਂ ਸਹੀ, ਏਦਾਂ ਕਰੋ, ਏਦਾਂ ਕਰੋ, ਉਹ ਤੇ ਫਿਰ ਇੱਕ ਹਿਸਾਬ ਨਾਲ ਬੰਦੇ ਨੂੰ ਆਪਾਂ ਟੈਟ ਜਿਹਾ ਹੀ ਕਰ ਦਿੰਦੇ ਹਾਂ। ਉਹ ਬੰਦਾ ਫਿਰ ਘਰ ਥੋੜੀ ਰਹਿ ਜਾਂਦਾ, ਆਜ਼ਾਦੀ ਥੋੜੀ ਰਹਿ ਜਾਂਦੀ ਹੈ। ਫਿਰ ਜਿੰਨਾ ਕੋਈ ਚੀਜ਼ ਨੂੰ ਫਿਰ ਜਿਹੜੀ ਹੈਗੀ ਓਨੀ ਭੁੜਕਦੀ ਹੈ, ਫਿਰ ਬਗਾਵਤ ਹੋ ਜਾਂਦੀ ਹੈ। ਹਾਂ, ਹੁਣ ਕੋਈ ਵੀ ਚੀਜ਼ ਤੇ ਨੱਪੀ ਜਾਓ, ਜਿੰਨਾ ਪ੍ਰੈਸ਼ਰ ਕਰੋਗੇ ਇੱਕ ਟਾਈਮ ਆਉਣਾ ਉਹਨੇ ਕਹਿਣਾ ਪਰੇ ਜਾ, ਸਾਈਡ ਤੇ ਹੋ ਜਾ। ਤੋ ਇਹ ਸਾਧ ਸੰਗਤ ਜੀ, ਖਾਸ ਕਰਕੇ ਬੱਚਿਆਂ ਲਈ ਮੈਂ ਤੁਹਾਨੂੰ ਸੁਣਾ ਦਿੱਤਾ ਹੈ ਸਪੈਸ਼ਲ ਬਾਣੀ ਦੇ ਵਿੱਚ। ਆਪਣੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਡਿਸੀਜਨ ਲੈਣ ਦਿਓ
ਉਹਨਾਂ ਨੂੰ ਆਜ਼ਾਦੀ ਦਿਓ ਯਾਰ, ਤਾਂ ਜੋ ਉਹਨਾਂ ਦਾ ਕੌਨਫੀਡੈਂਸ ਵਧੇ। ਹੁਣ ਤੁਸੀਂ ਇੱਕ ਬੱਚੇ ਨੂੰ ਕਹੀ ਜਾਓ, ਹੁਣ ਬੱਚਾ ਕਈ ਵਾਰੀ ਫੇਲ ਵੀ ਹੋ ਜਾਂਦਾ, ਜ਼ਰੂਰੀ ਨਹੀਂ ਕਿ ਹਰ ਵਾਰੀ ਇਹਨੇ ਕੋਈ ਚੀਜ਼ ਵਧੀਆ ਹੀ ਖਰੀਦਣੀ ਆ, ਉਹ 2-4 ਚੀਜ਼ਾਂ ਗਲਤ ਵੀ ਖਰੀਦ ਸਕਦਾ, ਪਰ ਇਹ ਨਹੀਂ ਤੁਸੀਂ ਉਹਨੂੰ ਕਹੀ ਜਾਓ ਵੀ ਤੈਨੂੰ ਵੇਖ, ਤੈਨੂੰ ਅਕਲ ਨਹੀਂ ਹੈਗੀ, ਤੂੰ ਗਲਤ ਚੀਜ਼ ਖਰੀਦੀ, ਤੂੰ ਗਲਤ ਖਰੀਦੀ। ਉਹ ਵੀ ਉਹਦਾ ਤੁਸੀਂ ਅੰਦਰੋਂ ਉਹਦੀ ਤੋੜ ਰਹੇ ਜੋ ਉਹਨੂੰ, ਛੋਟੇ ਬੱਚੇ ਨੂੰ, ਉਹਨੂੰ ਗੱਲਾਂ ਭੁੱਲਣੀਆਂ ਨਹੀਂ ਜੇ ਤੁਹਾਡੀਆਂ। ਤੁਸੀਂ ਕਹੋਗੇ ਬੇਟਾ ਕੋਈ ਗੱਲ ਨਹੀਂ, ਆਪਾਂ ਫਿਰ ਨਵੀਂ ਲੈਵਾਂਗੇ, ਫਿਰ ਟਰਾਈ ਕਰਾਂਗੇ। ਇਹਦੇ ਨਾਲ ਕੀ ਹੁੰਦਾ ਕਿ ਬੱਚੇ ਦਾ ਕੌਨਫੀਡੈਂਸ ਬਿਲਡ ਹੁੰਦਾ, ਉਹਨੂੰ ਪਤਾ ਕਿੰਨਾ ਚੰਗਾ ਲੱਗਦਾ ਇਹ ਜਿਹੜੀ ਸ਼ਰਟ ਮੈਂ ਖੁਦ ਖਰੀਦੀ, ਕਿੱਡਾ ਵੱਡੀ ਗੱਲ ਹੈ ਉਹਦੇ ਲਈ, ਤੁਹਾਡੇ ਲਈ ਬਹੁਤ ਛੋਟੀ ਹੈ। ਤੁਸੀਂ ਕਹੋਗੇ ਓਏ ਆ ਕੀ ਫੁੱਲਾਂ ਵਾਲੀ ਸ਼ਰਟ ਖਰੀਦ ਲਿਆ, ਆ ਕੀ ਓਏ, ਆ ਕੀ ਫੁੱਲ ਬੂਟੀਆਂ ਜੀ ਪਈਆਂ। ਗੱਲ ਫੁੱਲ ਬੂਟੀਆਂ ਦੀ ਨਹੀਂ ਆ, ਉਹ ਬੱਚੇ ਦੇ ਮਨ 'ਚ ਇੱਕ, ਉਹ ਬੱਚਾ ਵੱਡਾ ਹੋਇਆ ਵਾ, ਉਹਦੇ ਮਨ 'ਚ ਆਇਆ ਵਾ ਕਿ ਮੈਂ ਵੀ ਸ਼ਾਪਿੰਗ ਕਰਾਂ ਯਾਰ, ਮੈਂ ਆਪਣੀ ਚੁਆਇਸ ਦੀ ਚੀਜ਼ ਖਰੀਦਾਂ, ਮੈਂ ਬੂਟ ਵੀ ਆਪਣੀ ਮਰਜ਼ੀ ਦੇ ਖਰੀਦਾਂਗਾ, ਮੈਂ ਚੱਪਲਾਂ ਵੀ ਆਪਣੀ ਮਰਜ਼ੀ ਦੀਆਂ ਖਰੀਦਾਂਗਾ। ਉਹ ਬੱਚੇ ਨੂੰ ਤੁਸੀਂ, ਉਹਦਾ ਮਤਲਬ ਤੁਹਾਡਾ ਬੱਚਾ ਚਾਹੁੰਦਾ ਹੈ ਕਿ ਬਈ ਮੈਂ ਤੇਰੀ ਉਂਗਲੀ ਨਹੀਂ ਫੜਨੀ ਚਰਨਜੀਤ, ਛੱਡ ਦੇ ਮੈਨੂੰ ਉਂਗਲੀ, ਸਾਈਡ ਤੇ ਹੋ ਜਾ, ਮੈਨੂੰ ਇੰਡੀਪੈਂਡੈਂਟ ਹੋਣ ਦੇ, ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਖੁਦ ਕਰਨਾ ਚਾਹੁੰਦਾ, ਮੈਨੂੰ ਤੇਰੀ ਸਲਾਹ ਦੀ ਲੋੜ ਨਹੀਂ ਆ। ਵਿਜੇ ਸਾਹਿਬ ਕੀ ਕਹਿੰਦੇ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਔਰ ਤਾਂ ਮੇਰਾ ਵੀ ਫਰਜ਼ ਬਣਦਾ ਹੈ ਬਈ, ਹਾਂ ਬਈ ਸਹੀ ਆ ਬਈ ਬੱਚੇ, ਉਹ ਸਾਹਮਣੇ ਸ਼ਾਪਿੰਗ ਹੈਗੀ ਆ, ਤੁਸੀਂ ਕਰੋ। ਉਹਦੇ ਨਾਲ ਦੇਖੋ ਇੱਕ ਸਟਰੋਂਗ ਕਰੈਕਟਰ ਜਦ ਤੱਕ ਬਿਲਡ ਨਹੀਂ ਹੋਊਗਾ, ਸਾਡਾ ਬਾਉਂਡ ਨਹੀਂ ਬਣਨਾ। ਹੁਣ ਫੈਮਿਲੀ ਦੇ ਵਿੱਚ ਆਪਾਂ ਚਾਹੁੰਦੇ ਤੇ ਹੈ ਵਾਂ ਕਿ ਸਾਡਾ ਪਿਆਰ ਵਧੇ ਉੱਥੇ, ਪਰ ਪਿਆਰ ਦੀ ਜਗ੍ਹਾ ਸਾਨੂੰ ਅਗਲੇ ਨੂੰ ਆਜ਼ਾਦੀ ਵੀ ਦੇਣੀ ਚਾਹੀਦੀ। ਹਾਂ, ਓਵਰ ਆਜ਼ਾਦੀ ਦੀ ਨਹੀਂ ਮੈਂ ਗੱਲ ਕਰਦਾ, ਜਿੱਦਾਂ ਲਿਮਟਿਡ ਜਿੰਨੀ ਕੁ ਲੋੜ ਹੋਵੇ, ਔਰ ਉਹਨੂੰ ਦਿਓ, ਸਾਡਾ ਪਿਆਰ ਵਧੂਗਾ। ਔਰ ਜੇ ਤੁਸੀਂ ਘਰੇ ਸੌਖੇ ਜੋ, ਤੁਹਾਡਾ ਸੰਸਾਰ ਵੀ ਸੌਖਾ। ਤੇ ਜੇ ਤੁਸੀਂ ਬਾਹਰ ਵੱਡੇ ਅਫਸਰ ਜੇ, ਉਹੀ ਤੁਸੀਂ ਘਰੇ ਲਿਆ ਕੇ ਕਹੋਗੇ ਮੈਂ ਅਫਸਰ ਘਰੇ ਵੀ ਹਾਂ, ਤੇ ਉਹ ਫਿਰ ਘਰ ਨਹੀਂ ਰਹਿ ਜਾਏਗਾ, ਤੇ ਕੁਝ ਹੋਰ ਹੀ ਕੁਝ ਬਣ ਜਾਏਗਾ, ਉੱਥੇ ਫਿਰ ਪਿਆਰ ਹੀ ਨਹੀਂ ਹੈਗਾ। ਤੇ ਜਿੱਥੇ ਪਿਆਰ ਨਹੀਂ ਹੈਗਾ ਉੱਥੇ ਫਿਰ ਮੁਸ਼ਕਲ ਹੋ ਜਾਂਦੀ ਹੈ। ਉੱਥੇ ਤੁਸੀਂ ਧਿਆਨ ਸਿਮਰਨ ਕਰੋਗੇ, ਤੁਹਾਡਾ ਤਾਂ ਮਨ ਹੀ ਨਹੀਂ ਲੱਗਣਾ। ਔਰ ਕੋਸ਼ਿਸ਼ ਕਰਿਆ ਕਰੋ ਦੂਜੇ ਦੇ ਗੁਨਾਹ ਵੇਖ ਕੇ ਉਹਨੂੰ ਮਾਫ ਕਰੋ, ਕਿਉਂਕਿ ਮਾਫੀ ਕਰਨ ਦਾ ਮਤਲਬ ਇਹੋ ਹੀ ਹੈ ਕਿ ਜਿਹੜਾ ਮਾਫ ਕਰ ਦੇਣਾ ਹੈ ਪਰਮਾਤਮਾ ਦਾ ਗੁਣ ਹੈ। ਅਗਲੇ ਨੂੰ ਮੌਕਾ ਦਿਓ, ਜਿੰਨਾ ਚਿਰ ਤੁਸੀਂ ਮਾਫ ਨਹੀਂ ਨਾ ਕਰਦੇ ਤੁਹਾਡੇ ਅੰਦਰੋਂ ਚੀਜ਼ ਖਤਮ ਨਹੀਂ ਹੋਣੀ, ਪਰ ਜਦੋਂ ਤੁਸੀਂ ਮਾਫ ਕਰ ਦਿੱਤਾ ਉਹ ਚੀਜ਼ ਤੁਹਾਡੇ ਅੰਦਰੋਂ ਉਹ ਜਿਹੜੀ ਤੁਹਾਡੇ ਅੰਦਰ ਜਿਹੜੀ ਦਵੈਸ਼ ਹੈ ਉਹ ਨਸ਼ਟ ਹੋ ਜਾਏਗਾ। ਠੀਕ ਹੈ ਨਾ ਜੀ ਸਾਹਿਬ? ਹਾਂਜੀ, ਇਹਦੇ ਵਿੱਚ ਨਾ ਇਹਦੇ ਹਉਮੈ ਦੇ ਵਾਸਤੇ ਜਿਹੜਾ ਨਾ ਇੱਕ ਮਹਾਰਾਜ ਕਹਿ ਰਹੇ ਨਾ ਵੀ ਨਾਨਕ ਅੱਗੋਂ ਹਉਮੈ ਟੁੱਟੈ ਤਾਂ ਕੋ ਲਿਖੀਏ ਲੇਖ ਹੈ। ਹੁਣ ਹਉਮੈ ਗੱਲ ਕੀਤੀ ਹੈ ਮਹਾਰਾਜ ਨੇ, ਔਰ 5 ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈਗੇ ਤੇ ਹਉਮੈ ਹੈਗੀ ਆ। ਦੇਖੋ ਹਉਮੈ ਜਿਹੜੀ ਚੀਜ਼ ਹੈਗੀ, ਇਹ ਹਉਮੈ ਕਿਸੇ ਨੂੰ ਵੀ ਹੋ ਸਕਦੀ ਹੈ, ਗਰੀਬ ਨੂੰ ਵੀ ਹੋ ਸਕਦੀ, ਜਿਹਦੇ ਕੋਲ ਕੁਝ ਵੀ ਨਹੀਂ ਹੈਗਾ, ਭਾਵੇਂ ਜਿਹੜਾ ਹੈਗਾ ਉਹ ਨਾ ਮੰਗ ਕੇ ਖਾ ਰਿਹਾ ਹੈ, ਪਰ ਉਹਦੀ ਹਉਮੈ ਜਿਹੜੀ ਹੈ, ਉਹਦੀ ਆਪਣੀ ਹਉਮੈ, ਉਹਦੇ ਅੰਦਰ ਵੀ ਹਉਮੈ ਹੈ। ਤੇ ਇਹਦੇ ਲਈ ਮਹਾਰਾਜ ਨੇ ਨਾ ਇੱਕ ਟੋਡੀ ਰਾਗ ਦੇ ਵਿੱਚ ਜਿਹੜਾ ਹੈ 5ਵੀਂ ਪਾਤਸ਼ਾਹੀ ਨੇ ਇਹਨੂੰ ਕਲੀਅਰ ਕੀਤਾ ਹੈ। ਨਹੀਂ ਤਾਂ ਆਪਾਂ ਇਹਨੂੰ ਹਉਮੈ ਨੂੰ ਜਿਹੜਾ ਹੈਗਾ ਹੰਕਾਰ ਦੇ ਨਾਲ ਹੀ ਮਿਲਾ ਦਿੰਨੇ ਆ। ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਤੇ ਇਹਨੂੰ ਹੰਕਾਰ ਨੂੰ ਹਉਮੈ ਦੇ ਨਾਲ ਜੋੜ ਦਿੰਨੇ ਆ ਆਪਾਂ। ਉਹਦੇ ਵਿੱਚ ਜਿਹੜਾ ਹੈਗਾ, ਜੇ ਨੋਟ ਕਰਨਾ ਹੈ ਕਿਸੇ ਨੇ, ਇਹ 716 ਅੰਗ ਦੇ ਉੱਤੇ ਹੈਗਾ, ਟੋਡੀ ਮਹੱਲਾ 5ਵਾਂ, ਘਰ 5ਵਾਂ, ਦੁਪਦੇ 2 ਪਦੇ ਹੈ ਇਹਦੇ ਵਿੱਚ। ਇੱਕ ਓਂਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕਹਿੰਦੇ ਮੇਰੇ ਅੰਦਰ ਮੇਰੇ ਮਾਲਕ ਨੇ ਇਹ ਜਿਹੇ ਗੁਣ ਪੈਦਾ ਕਰ ਦਿੱਤਾ, ਐਸਾ ਗੁਣ ਮੇਰੇ ਅੰਦਰ ਮੇਰੇ ਮਾਲਕ ਨੇ ਪੈਦਾ ਕਰ ਦਿੱਤਾ। ਕਿਸ ਕਾਹਦੇ ਨਾਲ? ਕਹਿੰਦੇ ਧਿਆਨ ਸਿਮਰਨ ਦੇ ਨਾਲ। ਐਸਾ ਜਿਹੜਾ ਗੁਣ ਮੇਰੇ ਮਾਲਕ ਨੇ ਮੇਰੇ ਅੰਦਰ ਪੈਦਾ ਕਰ ਦਿੱਤਾ। ਕੀ ਗੁਣ ਪੈਦਾ ਕਰ ਦਿੱਤਾ? ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਔਰ ਆਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ ਰਹਾਓ। ਕਹਿੰਦੇ ਪੰਜ ਦੋਖੀ ਜਿਹੜੇ ਸੀਗੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਔਰ ਮਤਲਬ ਐਂਡ ਆਹੰਗ ਰੋਗ, ਹਉਮੈ ਦਾ ਰੋਗ, ਇਹ ਤਨ ਤੇ ਸਗਲ ਦੂਰ ਕੀਨ, ਇਹ ਸਾਰੇ ਦੇ ਸਾਰੇ ਮੇਰੇ ਅੰਦਰੋਂ ਦੂਰ ਕਰ ਦਿੱਤੇ। ਰਹਾਓ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੁਖ ਔਰ ਅਹੰਗ ਰੋਗ। 6 ਹੋ ਗਏ, ਦੇਖ ਲਓ ਭਾਈ, 5 ਔਰ ਹਉਮੈ ਦਾ ਰੋਗ। ਪੰਜ ਦੋਖ, ਇਹ ਦੋਖੀ ਹੈਗੇ, ਉਹ ਰੋਗ ਹੈਗਾ। ਪੰਜ ਦੋਖ ਔਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ ਰਹਾਓ। ਇਹ ਭਾਈ ਇਸ ਕਰਕੇ ਕਿ ਕਿਸ ਤਰ੍ਹਾਂ ਹੋ ਗਿਆ, ਅੱਗੇ ਜਿਹੜਾ ਹੈਗਾ ਛੋਟਾ ਜਿਹਾ ਸ਼ਬਦ ਹੈ, ਪੜ੍ਹ ਲੈਂਦੇ ਆ। ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ। ਕਹਿੰਦੇ ਬੰਧਨ ਤੋੜਤੇ, ਇਹ ਮੋਹ ਦੇ ਅਟੈਚਮੈਂਟ ਦੇ ਬੰਧਨ ਜਿਹੜੇ ਹੈਗੇ, ਵਿਖਿਆ ਤੋਂ ਮੈਨੂੰ ਛੁਡਾ ਲਿਆ।
ਕਿਵੇਂ? ਗੁਰ ਕੋ ਸ਼ਬਦ ਮੇਰੇ ਹੀਰੇ ਦੀਨ। ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਜਿਹੜਾ ਹੈਗਾ ਮੇਰੇ ਹਿਰਦੇ ਤੱਕ, ਮੇਰੇ ਅੰਦਰ ਤੱਕ ਚਲਾ ਗਿਆ। ਧਿਆਨ ਸਿਮਰਨ ਦੇ ਨਾਲ ਇਹ ਜਿਹੜਾ ਹੈਗਾ ਇਹ ਸਾਰੇ ਦੇ ਸਾਰੇ 6 ਦੇ 6 ਮੇਰੇ ਕੋਲੋਂ ਦੂਰ ਹੋ ਗਏ। ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ। ਕਹਿੰਦੇ ਮੇਰਾ ਕੋਈ ਰੂਪ, ਮੇਰਾ ਕੋਈ, ਮੈਂ ਕੋਈ, ਮੇਰੀ ਸ਼ਕਲ, ਮੇਰਾ ਸੋਹਣਾਪਨ, ਮੇਰਾ ਬਦਸੂਰਤਪਨ ਕੁਛ ਵੀ ਨਹੀਂ ਵਿਚਾਰਿਆ। ਬਸ ਸਿਰਫ ਪ੍ਰੇਮ ਦੇਖਿਆ। ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ। ਮਾਲਕ ਦੇ ਪ੍ਰੇਮ ਨੇ ਮੈਨੂੰ ਪਰਮੇਸ਼ਰ ਦੇ ਰੰਗ ਦੇ ਵਿੱਚ ਭਿਜਾ ਦਿੱਤਾ। ਪੂਰਾ ਭਿੱਜ ਗਿਆ ਮੈਂ, ਮੇਰਾ ਹਿਰਦਾ ਭਿੱਜ ਗਿਆ ਪਰਮੇਸ਼ਰ ਦੇ ਰੰਗ ਦੇ ਵਿੱਚ। ਫਿਰ ਕੀ ਹੋਇਆ? ਪੇਖਿਓ ਲਾਲਨ ਪਾਟ ਵਿੱਚ ਖੋਏ। ਕਹਿੰਦੇ ਕਮਾਲ ਦੀ ਗੱਲ ਆ, ਮੇਰੇ ਔਰ ਮੇਰੀ ਆਤਮਾ ਦੇ ਵਿੱਚ ਇੱਕ ਪਰਦਾ ਸੀਗਾ। ਪਾਟ ਮਤਲਬ ਪਰਦਾ। ਪੇਖਿਓ ਲਾਲਨ, ਉਹ ਪਰਮਾਤਮਾ ਦੇਖ ਲਿਆ, ਆਤਮਾ ਦੇਖ ਲਈ। ਪਾਟ ਵਿੱਚ ਖੋਏ, ਪਰਦਾ ਵਿੱਚੋਂ ਖੋ ਗਿਆ। ਆਨੰਦ ਚਿਤਾ ਹਰਖੇ ਪਤੀਨ, ਮੇਰਾ ਚਿੱਤ ਆਨੰਦ ਦੇ ਨਾਲ, ਹਰਖ ਦੇ ਨਾਲ ਪੂਰੀ ਤਰ੍ਹਾਂ ਪਤੀਜ ਗਿਆ, ਖੁਸ਼ੀ ਖੇੜੇ ਦੇ ਨਾਲ। ਫਿਰ ਹੁਣ ਕੀ ਹੋਇਆ? ਤਿਸੀ ਕੋ ਗ੍ਰਹਿ ਸੋਈ ਪ੍ਰਭ ਨਾਨਕ। ਕਹਿੰਦੇ ਪਹਿਲਾਂ ਮੈਂ ਕਰ ਰਿਹਾ ਸੀਗਾ, ਮੈਂ ਕਰਤਾ ਬਣਿਆ ਹੋਇਆ ਸੀ, ਘਰ ਦਾ ਮਾਲਕ ਮੈਂ ਬਣਿਆ ਹੋਇਆ ਸੀਗਾ। ਕਹਿੰਦੇ ਹੁਣ ਮੈਂ ਜਿਹੜੀ ਹੈ ਕਰਤਾ ਪੁਣਾ ਗਿਆ, ਹਉਮੈ ਗਈ। ਤਿਸੀ ਕੋ ਗ੍ਰਹਿ, ਉਸੇ ਦਾ ਗ੍ਰਹਿ, ਆਤਮਾ ਦਾ ਹੀ ਗ੍ਰਹਿ ਹੈ। ਹੁਣ ਉਹ ਪਰਮਾਤਮਾ ਦਾ ਹੀ ਗ੍ਰਹਿ ਹੈ। ਹੁਣ ਇੱਕ ਹੋ ਗਏ। ਤਿਸੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਉਹੀ ਪ੍ਰਭੂ ਹੈਗਾ ਭਾਈ। ਸੋ ਠਾਕੁਰ ਤਿਸੀ ਕੋ ਧੀਨ। ਕਹਿੰਦੇ ਉਹੀ ਮਾਲਕ ਹੈਗਾ। ਹੁਣ ਮੈਂ ਉਹਦੇ ਅਧੀਨ ਹੀ ਹੈਗੀ ਹਾਂ। ਹੁਣ ਬਸ ਇਹ ਘਰ ਹੁਣ ਮਾਲਕ ਦਾ ਹੈਗਾ। ਮੈਂ ਇਹ ਕਰਤਾ ਆਪਣਾ ਮੈਂ, ਹਉਮੈ, ਹਉ ਔਰ ਮੈਂ ਹੈ ਨਹੀਂ। ਹਉ ਦਾ ਮਤਲਬ ਹੈਗਾ ਤੇ ਮੈਂ ਕਹਿੰਦੇ ਹੁਣ ਹੈ ਨਹੀਂ। ਹੁਣ ਉਹ ਮਾਲਕ ਹੀ ਹੈਗਾ। ਹੁਣ ਉਹ ਕਰਤਾ ਉਹੀ ਹੈਗਾ। ਹਾਂਜੀ ਗੁਰਕੀ ਜੀ। ਹਾਂਜੀ ਗੁਰਕੀ ਸਾਹਿਬ ਬਿਜ਼ੀ ਹੋ ਗਏ ਸ਼ਾਇਦ। ਨਹੀਂ ਜੀ ਸਾਹਿਬ, ਸੌਰੀ। ਹਾਂ ਬੋਲੋ ਤੁਸੀਂ ਤੋਕੋ ਬੋਲੋ ਜੀ। ਨਹੀਂ ਉਹ ਤਾਂ ਹੋ ਗਈ। ਹੁਣ ਹਉਮੈ ਦੇ ਉੱਤੇ ਸੀਗੀ ਬਈ ਹਉਮੈ ਐਕਸਟਰਾ ਹੈਗੀ ਤੇ 5 ਜਿਹੜੇ ਅੱਛਾ ਹਾਂ ਠੀਕ ਹੈ ਜੀ। ਹਾਂ ਇਹ ਸਾਧ ਸੰਗਤ ਜੀ ਜਿਹੜੀ ਹਉਮੈ ਹੁੰਦੀ ਹੈ ਨਾ, ਦੇਖੋ ਹਉਮੈ ਦੇ ਕਾਰਨ ਹੀ ਤੇ ਦਵੇਸ਼ ਪੈਦਾ ਹੁੰਦੀ ਹੈ। ਜਿਹੜੀ ਆਪਣੇ ਅੰਦਰ ਦਵੇਸ਼ ਆ, ਦੇਖੋ ਰਾਗ ਤੋਂ ਭਾਵ ਹੈ ਕਿ ਰਾਗ ਇੱਕ ਸਿੰਪਲ ਜੀ ਚੀਜ਼ ਹੈ। ਜਦੋਂ ਵੀ ਤੁਸੀਂ ਭਵਿੱਖ 'ਚ ਚਲੇ ਗਏ, ਆਪਣੀਆਂ 10 ਪੀੜ੍ਹੀਆਂ ਦਾ ਅਰੇਂਜਮੈਂਟ ਕਰਨ ਲੱਗੇ, ਇਹ ਰਾਗ ਆ। ਤੁਸੀਂ ਸੋਚਾਂ 'ਚ ਪੈ ਗਏ, ਇਹ ਮੇਰੀ ਜ਼ਮੀਨ ਦਾ ਕੀ ਬਣੂ, ਮੇਰੇ ਬੱਚਿਆਂ ਦਾ ਰਾਸ਼ਨ ਕਿੱਥੋਂ ਆਊਗਾ, ਮੇਰਾ ਮਤਲਬ ਮੇਰੀ ਇਹ ਜਿਹੜੀ ਪ੍ਰਾਪਰਟੀ ਦਾ ਕੀ ਬਣੂਗਾ। ਇਹ ਸਭ ਰਾਗ ਆ। ਜਦੋਂ ਵੀ ਤੁਸੀਂ ਭਵਿੱਖ ਦੇ ਵਿੱਚ ਆਪਣੇ ਤਾਣੇ ਬਾਣੇ ਉਣਨੇ ਸ਼ੁਰੂ ਕਰ ਦਿੰਦੇ ਜੋ, ਇਹ ਰਾਗ ਆ। ਤੇ ਦਵੈਸ਼ ਜਿਹੜਾ ਹੈਗਾ ਵਾ, ਜਦੋਂ ਤੁਸੀਂ ਭੂਤਕਾਲ 'ਚ ਚਲ ਗਏ, ਭੂਤਕਾਲ ਦਾ ਮਤਲਬ ਕਿਸੇ ਨੇ ਸਾਡੇ ਹੰਕਾਰ ਨੂੰ, ਜਿੱਦਾਂ ਹਉਮੈ ਨੂੰ ਕਹਿਤਾ ਵਾ, ਹਉਮੈ ਨੂੰ ਜਦੋਂ ਕਿਸੇ ਪੱਠੇ ਨਹੀਂ ਪਾਏ ਤੇ ਸਾਡਾ ਉਹਦੇ ਨਾਲ ਦਵੇਸ਼ ਹੋ ਜਾਣਾ। ਅਸੀਂ ਉਹਦੇ ਨਾਲ ਈਰਖਾ ਕਰਾਂਗੇ, ਅਸੀਂ ਉਹਨੂੰ ਮਿਲਣਾ ਨਹੀਂ ਚਾਹੁੰਦੇ, ਅਸੀਂ ਉਹਦੇ ਸਾਹਮਣੇ ਨਹੀਂ ਜਾਣਾ ਚਾਹੁੰਦੇ। ਉਹ ਸਾਹਮਣੇ ਆ ਵੀ ਗਿਆ, ਅਸੀਂ ਦਰਵਾਜ਼ਾ ਬੰਦ ਕਰਨ ਨੂੰ ਫਿਰਨਾ। ਜੀ ਸਾਹਿਬ ਹਾਂਜੀ ਬਿਲਕੁਲ। ਅੱਜ ਉਹ ਬਹਿ ਗਿਆ ਸਾਡੇ ਘਰ ਆ ਕੇ, ਤੇ ਅਸੀਂ ਜਦ ਤੱਕ ਚਲੇ ਨਹੀਂ ਜਾਂਦੇ ਸਾਨੂੰ ਸ਼ਾਂਤੀ ਨਹੀਂ ਆਉਂਦੀ। ਤੇ ਇਹ ਚੀਜ਼ਾਂ ਵੇਖੋ ਹੁਣ ਤੁਸੀਂ, ਤੁਹਾਡੇ ਚ ਹੋਣੀਆਂ ਵੀ ਆ ਮੇਰੇ ਹਿਸਾਬ ਨਾਲ। ਤੇ ਜਿੱਥੇ ਰਾਗ ਆ, ਉਹ ਨਰਿੰਦਰ ਮੋਦੀ ਵਾਂਗੂ ਤੁਸੀਂ ਵੇਖ ਲਓ, ਨਰਿੰਦਰ ਮੋਦੀ ਨੂੰ ਰਾਗ ਆ ਉਹਨਾਂ ਦੇ ਨਾਲ, ਵੱਡੀਆਂ ਵੱਡੀਆਂ ਫਰਮਾਂ ਦੇ ਨਾਲ ਸਾਰੀ ਦੁਨੀਆ ਰੌਲਾ ਪਾਉਂਦੀ ਆ, ਪਰ ਉਹਨੂੰ ਨਹੀਂ ਪਤਾ ਲੱਗਣਾ ਕਿਉਂਕਿ ਰਾਗ ਚ ਆ ਗਿਆ। ਔਰ ਇੱਕ ਵਾਰੀ ਨਹੀਂ ਹੋਇਆ, ਇਹ ਅਨੰਤ ਵਾਰੀ ਹੋਇਆ ਵਾ। ਇਸੇ ਤਰ੍ਹਾਂ ਇਨਸਾਨ ਜਿਹੜਾ ਹੈ ਨਾ, ਉਹ ਜਦੋਂ ਰਾਗ ਚ ਆ ਜਾਂਦਾ ਹੈ, ਉਹਨੂੰ ਅਗਲੇ ਬੰਦੇ ਦੀਆਂ ਬੁਰਾਈਆਂ ਨਜ਼ਰ ਆਉਂਦੀਆਂ ਹੀ ਨਹੀਂ, ਉਹ ਮਜਬੂਰ ਹੋ ਜਾਂਦਾ। ਇਹ ਜਿੱਦਾਂ ਹੁਣ ਵੇਖੋ, ਕੁੜੀ ਮੁੰਡਾ ਰਾਗ ਚ ਆ ਗਏ, ਬਸ ਉਹਨੂੰ ਸੰਸਾਰ ਦਿਖਣਾ ਹੀ ਨਹੀਂ। ਬਿਲਕੁਲ, ਕਿਉਂਕਿ ਉਹ ਬੰਦਾ ਰਾਗ ਚ ਚੱਲ ਗਿਆ। ਔਰ ਇਹ ਸਾਡੇ ਗੁਰੂਆਂ ਨੇ ਕਿੰਨੇ ਹਜ਼ਾਰ ਸਾਲ ਪਹਿਲਾਂ ਹੀ ਸਾਨੂੰ ਦੱਸਤਾ ਹੈ। ਹਿੰਦੂਆਂ ਦੇ ਗ੍ਰੰਥਾਂ 'ਚ ਵੀ ਲਿਖਿਆ ਇਹਨਾਂ ਨੇ ਕਿ ਇਹ ਜਿਹੜੇ ਰਾਗ 'ਚ ਆ ਕੇ ਬੰਦਾ ਪਾਗਲ ਹੋ ਜਾਂਦਾ, ਉਹਨੂੰ ਸੁੱਝੀ ਨਹੀਂ ਹੋਣੀ, ਉਹਨੂੰ ਦਿਖਣਾ ਹੀ ਨਹੀਂ। ਉਹਦੇ ਅੱਖਾਂ ਤੇ ਹਰੀਆਂ ਐਨਕਾਂ ਲੱਗੀਆਂ ਹੁੰਦੀਆਂ, ਉਹਨੂੰ ਸਾਰਾ ਹੀ ਘਾਹ ਗ੍ਰੀਨ ਦਿਖਦਾ, ਪਰ ਜਦ ਕਿ ਸਾਰਾ ਕਹਿੰਦੇ ਆਲ ਗ੍ਰਾਸ ਇਜ਼ ਨਾਟ ਗ੍ਰੀਨ, ਪਰ ਉਹਨੂੰ ਹਰੇ ਦਿਖਦਾ। ਹੁਣ ਮੋਦੀ ਸਾਹਿਬ ਨੂੰ ਭਾਵੇਂ ਦੁਨੀਆ ਦਾ ਜਿੰਨੀ ਮਰਜ਼ੀ ਸਮਝਾ ਲਓ ਤਰੀਕੇ ਨਾਲ, ਨਹੀਂ ਸਮਝਣਾ ਉਹਨਾਂ ਨੇ, ਕਿਉਂਕਿ ਰਾਗ 'ਚ ਆ ਗਿਆ ਉਹ ਵਿਚਾਰਾ, ਉਹਨੂੰ ਨਹੀਂ ਪਤਾ ਲੱਗਣਾ। ਤੇ ਉਹ ਭੁੱਲ ਹੀ ਗਿਆ ਕਿ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਸੀ, ਉਹ ਸਭ ਉਹ ਗੱਲ ਖਤਮ ਹੋ ਗਈ।
ਇਹ ਮੈਂ ਸੋਚਦਾ ਨਿੱਜਰ ਸਾਹਿਬ ਪਰਮਾਤਮਾ ਲਈ ਬੰਦੇ ਦੀ ਅਕਲ ਤੇ ਪਰਦਾ ਪੈ ਜਾਂਦਾ, ਬੰਦੇ ਨੂੰ ਪਤਾ ਨਹੀਂ ਲੱਗਦਾ। ਬਿਲਕੁਲ ਇਸ ਤਰ੍ਹਾਂ ਹੀ ਜਿਹੜੀ ਹੈ ਮੈਂ ਬਾਣੀ 'ਚ ਲਿਖਿਆ ਨਾ ਕਿ ਦੇਖੋ ਸਾਹਿਬ ਅੱਖਾਂ ਫੇਰੀਆਂ ਤੇ ਵੈਰੀ ਕੁੱਲ ਜਹਾਨ। ਤੇ ਜਦੋਂ ਬੰਦੇ ਦੀ ਅਕਲ ਤੇ ਪਰਦਾ ਪਾ ਦਿੰਦਾ ਪਰਮਾਤਮਾ, ਹਾਂ ਤੋ ਇਹੋ ਜਿਹੇ ਕੰਮ ਕਰਾ ਦੂਗਾ। ਇਹਨਾਂ ਦੀ ਨਾ ਕਹਿੰਦੇ ਨਾ ਫਿਰ ਉਹ ਗਿੱਦੜ ਦੀ ਮੌਤ ਆਉਂਦੀ ਹੈ ਤੇ ਸ਼ਹਿਰ ਵੱਲ ਨੂੰ ਭੱਜਦਾ, ਫਿਰ ਉਹ ਜਿਹੜਾ ਹੈਗਾ। ਔਰ ਇਹ ਚੀਜ਼ ਵੇਖੀ ਨਹੀਂ ਆ ਕਿ ਅੱਜ ਤੱਕ ਤੁਹਾਨੂੰ ਪਤਾ ਨਾ ਸਾਧ ਸੰਗਤ ਜੀ, ਜਿੱਦੋਂ ਵੀ ਜਨਤਾ ਜਾਗ ਗਈ ਨਾ ਤੇ ਬੜੇ ਵੱਡੇ ਰਾਜੇ ਨਾ ਸੁੱਟਤੇ, ਗਦਾਫੀ, ਸਦਾਮ ਹੁਸੈਨ, ਉਹਨੂੰ ਅਮਰੀਕਾ ਨੇ ਕੁਝ ਨਹੀਂ ਕਿਹਾ, ਉਹ ਲੋਕਾਂ ਨੇ ਇਹਨੂੰ ਮਾਰਤਾ ਸੀ। ਬਿਲਕੁਲ ਲੋਕੀ ਪਿੱਛੇ ਪੈ ਜਾਂਦੇ, ਫਿਰ ਉਹਨੂੰ ਛੱਡਦੇ ਨਹੀਂ ਆ ਲੋਕੀ। ਇਹ ਜਨਤਾ ਜਦੋਂ ਵੀ, ਕਿਉਂਕਿ ਐਨਰਜੀ ਹੈ, ਆਪਾਂ ਵੀ ਤਾਂ ਐਨਰਜੀ ਆ। ਐਨਰਜੀ ਜਦੋਂ ਕ੍ਰੀਏਟ ਹੋ ਗਈ, ਜਦੋਂ ਇੰਨੀ ਜ਼ਿਆਦਾ ਵੱਡੀ ਐਨਰਜੀ ਕ੍ਰੀਏਟ ਹੋ ਗਈ, ਉਹਨੂੰ ਤੁਸੀਂ ਰੋਜ਼ ਜਿਹੜੀ ਹੁਣ ਤੁਸੀਂ ਵੇਖੋ ਨਿੱਜਰ ਸਾਹਿਬ, ਸਾਡੇ ਨਾ ਅੰਮ੍ਰਿਤਸਰ ਦੀ ਗੱਲ ਆ ਕਿ ਇੱਕ ਪਤਾ ਨਹੀਂ ਕੋਈ ਹੈਗਾ ਸੀ ਬੰਦਾ, ਕੋਈ ਨਿਹੰਗ ਨੂੰਗ ਸੀ, ਬੜਾ ਮਸ਼ਹੂਰ ਸੀ। ਹਾਂਜੀ ਹਾਂਜੀ। ਤੇ ਉਹ ਕੀ ਕਰਦਾ ਹੈ ਕਿ ਜਦੋਂ ਗਰਾਈਆਂ ਕਰਕੇ ਲੋਕੀ ਗੱਡੀਆਂ 'ਚ ਆਉਣਾ, ਮਤਲਬ ਟਰਾਲੀ ਟੂਲੀ 'ਚ ਜਾਂ ਛੋਟੀ ਮੋਟੀ ਕਾਰ 'ਚ ਜਾਂ ਥੋੜੀ ਬਹੁਤੀਆਂ 2-4 ਬੋਰੀਆਂ ਗਰਾਈ ਕਰ ਲਿਆਉਣੀ, ਉਹ ਕੀ ਕਰਦਾ ਹੈ ਕਿ ਆਮ ਹੀ ਲੋਕਾਂ ਦੀਆਂ ਗੱਡੀਆਂ ਖੋਹ ਲੈਂਦਾ ਸੀ ਤੇ ਨਾਲੇ ਉਹਨਾਂ 'ਚ ਸਮਾਨ ਕੱਢ ਲੈਂਦਾ ਤੇ ਲੋਕਾਂ ਦੇ ਕੱਪੜੇ ਲਵਾ ਦਿੰਦਾ ਹੈ। ਏਦਾਂ ਕਰਦਾ ਸੀ, ਏਦਾਂ ਬਦਮਾਸ਼ ਹੀ ਉਹ। ਤੇ ਉਹਦਾ ਮੂੰਹ ਪਿਆ ਸੀ। ਪਰ ਇੱਕ ਦਿਨ ਉਹ 2 ਮੁੰਡੇ ਹੈਗੇ ਸੀ, ਪਤਾ ਨਹੀਂ ਇੱਥੋਂ ਕਿੱਥੋਂ ਦੇ ਸੀ, ਉਹਨਾਂ ਦੀ ਗੱਡੀ ਰੋਕ ਲਈ ਏਦਾਂ ਹੀ, ਓਵਰ ਕੌਨਫੀਡੈਂਸ। ਪਹਿਲਾਂ ਕਣਕ ਚੁੱਕ ਲਈ, ਉਹ ਕਹਿੰਦਾ ਵੀ ਕਣਕ ਚੁੱਕ ਲਈ, ਸਾਡੇ ਕੱਪੜੇ ਨਾ ਲਵਾ। ਉਹ ਕਹਿੰਦਾ ਨਹੀਂ ਕੱਪੜੇ ਵੀ ਲਾਓ, ਆਪਣੇ ਸੂਈਆਂ ਲਾਓ। ਉਹਨਾਂ ਕਿਰਪਾਨ ਕੱਢੀ ਨਗਾਤੀ ਉਹਦੇ ਵਿੱਚ। ਇੱਕ ਟਾਈਮ ਜਦੋਂ ਆਉਂਦਾ ਹੈ ਬੰਦਾ, ਜਦੋਂ ਚੀਜ਼ ਦਾ ਅੰਤ ਹੋ ਗਿਆ, ਉਹ ਬੰਦਾ ਫਿਰ ਉਹਦੇ ਹੋ ਗਿਆ। ਸੋ ਇਹ ਕਹਿਣ ਤੋਂ ਭਾਵ ਹੈ ਕਿ ਦੇਖੋ ਜਿਹੜੀ ਹਉਮੈ ਵੀ ਹੈ ਨਾ, ਹਉਮੈ ਜਿਹੜੇ ਬੰਦੇ ਨਾਲ ਹਉਮੈ ਚਿੰਬੜੀ ਹੈ ਨਾ, ਉਹ ਬੰਦੇ ਨੂੰ ਕੁਝ ਨਹੀਂ ਪਤਾ ਲੱਗਣਾ। ਉਹਨੇ ਉਹ ਚੀਜ਼ ਨੂੰ ਵੇਖਣਾ ਹੀ ਨਹੀਂ, ਉਹਨੇ ਆਪਣੀ ਗੱਲ ਨੂੰ ਮਨਾਉਣ ਦੀ ਕੋਸ਼ਿਸ਼ ਕਰਨੀ ਹੈ। ਔਰ ਘਰਾਂ ਦੇ ਵਿੱਚ ਪ੍ਰੋਬਲਮ ਇਹੋ ਹੀ ਹੁੰਦੀ ਆ, ਜਦੋਂ ਆਪਾਂ ਜ਼ਬਰਦਸਤੀ ਆਪਣੇ ਦੂਜੇ ਫੈਮਿਲੀ ਮੈਂਬਰ ਨੂੰ ਕਹਿੰਦੇ ਆ ਕਿ ਇਹੋ ਕਰੋ, ਏਦਾਂ ਹੀ ਹੋਣਾ ਚਾਹੀਦਾ, ਚਾਹੇ ਔਰਤ ਹੈ ਚਾਹੇ ਮਰਦ ਹੈ। ਮੈਂ ਚਾਹੁੰਦਾ ਕਿ ਬੈਠ ਕੇ ਡਿਸਕਸ ਕਰੋ ਤੇ ਜੋ ਬੈਸਟ ਹੋਗਾ ਉਹ ਮੰਨੋ। ਵੈਸੇ ਤਾਂ ਸਾਰੀ ਫੈਮਿਲੀ ਦੀ ਸਲਾਹ ਲੈਣੀ ਚਾਹੀਦੀ ਹੈ ਕਿ ਭਈ ਆਪਾਂ ਕੰਮ ਕਰਨਾ ਹੈ, ਤੁਹਾਡੇ ਵਿਚਾਰ ਕੀ ਹੈ ਦੱਸੋ। ਤੇ ਅਗਲੇ ਵੀ ਚਾਹੁੰਦੇ ਆ ਕਿ ਹਾਂ ਬਈ ਆਪਾਂ ਏਦਾਂ ਕਰਦੇ, ਕੱਲ ਨੂੰ ਗਲਤੀ ਵੀ ਹੋ ਜਾਏ ਤੇ ਸਾਰੇ ਜ਼ਿੰਮੇਵਾਰ। ਨਿੱਜਰ ਸਾਹਿਬ ਬਿਲਕੁਲ, ਜੇ ਮੈਂ ਇਕੱਲਾ ਫੈਸਲਾ ਲੈਣਾ ਫਿਰ ਮੈਂ ਇਕੱਲਾ ਜ਼ਿੰਮੇਵਾਰ ਜੇ, ਫਿਰ ਮੇਰੀ ਮਦਦ ਕਿਹਨੇ ਕਰਨੀ ਹੈ? ਲੋਕਾਂ ਨੇ ਤੇ ਕਹਿਣਾ ਵਾ ਤੂੰ ਆਪ ਹੀ ਮਰਜ਼ੀ ਨਾਲ ਲੈਂਦਾ ਸੀ ਸਮਾਨ, ਹੁਣ ਤੂੰ ਹੀ ਜ਼ਿੰਮੇਵਾਰ ਹੈ। ਜਦੋਂ ਆਪਾਂ ਕਹਿੰਦੇ ਆ ਵੀ ਆਪਾਂ ਸਾਰੇ ਫੈਸਲਾ ਲੈਣਾ ਤੇ ਅਗਲੇ ਖੁਸ਼ ਹੁੰਦੇ ਆ, ਅਗਲੇ ਕਹਿੰਦੇ ਸਾਡਾ ਵੀ ਹੱਕ ਹੈ, ਹਿੱਸਾ ਹੈਗਾ ਇਹ ਚੀਜ਼ ਨੂੰ ਲਿਆਉਣ। ਤੇ ਕੱਲ ਨੂੰ ਕੰਪਲੇਂਟ ਵੀ ਘੱਟ ਕਰਨਗੇ, ਨਹੀਂ ਤਾਂ ਉਹਦਾ ਕੰਪਲੇਂਟ ਬਹੁਤ ਕਰਨੀ ਉਹਨੇ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਅੱਗੇ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਆ ਰਿਹਾ ਜੀ। ਇਹ ਬਹੁਤ ਹੀ ਜਿਹੜੀ ਹੈਗੀ ਨਾ, ਇਹ ਪੌੜੀ ਬਹੁਤ ਗੰਭੀਰ ਹੈਗੀ ਆ। ਮਹੱਲਾ ਪਹਿਲਾ। ਵੇਦ ਪੁਕਾਰੇ ਪੁੰਨ ਪਾਪ, ਸੁਰਗ ਨਰਕ ਕਾ ਬੀਓ। ਕਹਿੰਦੇ ਆ ਭਾਈ, ਵੇਦ ਜਿਹੜਾ ਹੈਗਾ, ਵੇਦ ਕੀ ਕਹਿ ਰਿਹਾ ਹੈ? ਵੇਦ ਕਹਿ ਰਿਹਾ ਕਿ ਆਹ ਪੁੰਨ ਹੈਗਾ ਔਰ ਆਹ ਪਾਪ ਹੈਗਾ। ਆਹ ਕੰਮ ਕਰੇਗਾ ਆਹ ਪੁੰਨ ਹੈਗਾ, ਕਰਮ ਜਿਹੜੇ ਹੈਗੇ ਆਹ ਕਰਮ ਕਰੇਗਾ ਪੁੰਨ ਵਾਲੇ ਆ, ਆਹ ਪਾਪ ਵਾਲੇ ਆ। ਬਸ ਇਹਦਾ ਜਿਹੜਾ ਹੈਗਾ ਬੀਜ, ਬੀਓ ਮਤਲਬ ਬੀਜ, ਇਹ ਜਿਹੜਾ ਹੈਗਾ ਵੇਦ ਜਿਹੜੀ ਹੈ ਨਿਚੋੜ ਜਿਹੜਾ ਹੈਗਾ ਵੇਦਾਂ ਦਾ ਗਿਆਨ। ਕਹਿੰਦੇ ਪੁੰਨ ਪਾਪ ਦਾ ਬੀਜ ਹੈਗਾ, ਨਰਕ ਸੁਰਗ ਦਾ ਬੀਜ ਹੈਗਾ। ਪੁੰਨ ਪਾਪ ਦੇ ਬਾਰੇ ਜਾਣਕਾਰੀ ਹੈਗੀ ਆ। ਜੋ ਬੀਜੇ ਸੋ ਉਗਵੇ, ਖਾਂਦਾ ਜਾਣੇ ਜੀਓ। ਕੁਛ ਵੀ ਇਨਸਾਨ ਬੀਜਦਾ ਹੈਗਾ ਉਹੀ ਚੀਜ਼ ਉਗਦੀ ਹੈਗੀ ਆ। ਔਰ ਇਨਸਾਨ ਜਿਹੜਾ ਹੈਗਾ ਉਹੀ ਇਨਸਾਨ ਨੂੰ ਖੁਰਾਕ ਖਾਣ ਨੂੰ ਮਿਲਦੀ ਹੈਗੀ। ਔਰ ਆਪਾਂ ਵੀ ਜਿਹੜੇ ਹੈਗੇ ਹੁਣ ਇੱਕ ਉੱਪਰ ਜਿਹੜਾ ਹੈ ਵੇਦ ਨੂੰ, ਜੇ ਆਪਾਂ ਕਾਲੀ ਗਿਆਨ ਨੂੰ ਪੁਕਾਰਦੇ ਜਾਵਾਂਗੇ, ਮੰਨ ਲਓ ਜਿਹੜਾ ਹੈਗਾ ਕੱਲਾ ਆਪਾਂ ਚਲੋ ਵੇਦ ਨਹੀਂ ਪੂਰਾ ਗਿਆਨ ਲਈਏ, ਵੇਦ ਦੇ ਅਰਥ ਆਪਾਂ ਗਿਆਨ ਕਰੀਏ ਇਸ ਵੇਦ ਦੇ। ਤੇ ਜੇ ਗਿਆਨ ਨੂੰ ਖਾਲੀ ਆਪਾਂ ਨੇ ਪੜ੍ਹੀ ਜਾਵਾਂਗੇ, ਪੁਕਾਰੀ ਜਾਵਾਂਗੇ ਖਾਲੀ, ਔਰ ਉਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਉਹਦੇ ਅਨੁਸਾਰ ਧਿਆਨ ਸਿਮਰਨ ਨਹੀਂ ਕਰਾਂਗੇ, ਤੇ ਫਿਰ ਦੇਖ ਲਓ ਭਾਈ ਹੁਣ ਮਾਲਕ ਪਰਮਾਤਮਾ ਜਿਹੜਾ ਧਰਮਰਾਜ ਕੀ ਕਰੂਗਾ? ਕੀ ਆਪਾਂ ਨੂੰ ਜਿਹੜਾ ਹੈਗਾ ਇਸ ਸੰਸਾਰ ਤੋਂ ਜਿਹੜਾ ਹੈਗਾ ਮੁਕਤ ਕਰ ਦੂਗਾ? ਕਿਉਂਕਿ ਆਪਾਂ ਨੇ ਮੁਕਤ ਆਪਣੇ ਸਰੀਰ ਦੇ ਵਿੱਚ ਹੁੰਦੇ ਹੋਏ ਹੀ ਜਿਹੜਾ ਹੈਗਾ ਆਪਾਂ ਨੇ ਆਤਮ ਗਿਆਨ ਲੈ ਕੇ ਆਤਮਾ ਤੱਕ ਯਾਤਰਾ ਕਰਨੀ ਸੀ। ਮੁਕਤ ਤਾਂ ਹੋਣਾ ਸੀਗਾ ਤੇ ਉਹ ਤਾਂ ਆਪਾਂ ਨੇ ਲਿਆ ਨਹੀਂ ਆ। ਫਿਰ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਆਪਣੇ ਜੋ ਕਰਮ ਕੀਤੇ ਹੋਏ ਆ ਉਹਨਾਂ ਦੇ ਹਿਸਾਬ ਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਇਹ ਜਿਹੜਾ ਆਪਾਂ ਨੂੰ ਅਗਲਾ ਜਿਹੜਾ ਨੈਕਸਟ ਜਿਹੜੀ ਹੈ ਆਪਣੀ ਜਰਨੀ ਜਿਹੜੀ ਆ
ਉਹਦੇ ਹਿਸਾਬ ਦੇ ਨਾਲ ਡਿਸਾਈਡ ਹੋਣੀ ਹੈ। ਵੇਦ ਪੁਕਾਰੇ, ਜੇ ਇਕੱਲੇ ਇਹਨੂੰ ਪੁਕਾਰਦੇ ਰਵਾਂਗੇ ਜਾਂ ਇਹਦਾ ਗਿਆਨ ਹੀ ਲੈਂਦੇ ਰਵਾਂਗੇ, ਇੱਥੇ ਤੱਕ ਹੀ ਸੀਮਿਤ ਰਵਾਂਗੇ ਜਾਂ ਕਰਮ ਕਾਂਡਾਂ ਤੱਕ ਹੀ ਸੀਮਿਤ ਰਵਾਂਗੇ, ਔਰ ਇਹਨੂੰ ਜਿਹੜਾ ਹੈਗਾ, ਜੇ ਆਪਾਂ ਇਸ ਗਿਆਨ ਜੋ ਕਹਿ ਰਿਹਾ ਹੈ, ਜੇ ਬ੍ਰਹਮ ਗਿਆਨ ਇਹਦੇ ਵਿੱਚੋਂ ਮੰਨ ਲਓ ਬ੍ਰਹਮ ਗਿਆਨ ਨਹੀਂ ਲੈਂਦੇ ਆਪਾਂ ਔਰ ਬ੍ਰਹਮ ਗਿਆਨ ਦੇ ਅਨੁਸਾਰ ਯਾਤਰਾ ਨਹੀਂ ਕਰਦੇ, ਤੇ ਫਿਰ ਜਿਹੜੇ ਹੈਗੇ ਆਪਾਂ ਇਹ ਨਰਕ ਸੁਰਗ ਦੇ ਵਿੱਚੋਂ ਨਿਕਲ ਨਹੀਂ ਪਾਵਾਂਗੇ। ਜੋ ਬੀਜੇ ਸੋ ਉਗਵੇ, ਖਾਂਦਾ ਜਾਣੇ ਜਿਉ। ਤੇ ਕਾਨੂੰਨ ਮਾਲਕ ਪਰਮਾਤਮਾ ਦਾ ਇਹ ਹੈਗਾ ਭਾਈ, ਜੋ ਦੁਨੀਆ ਦੇ ਵਿੱਚ ਜਿਹੜੇ ਹੈਗੇ ਆ ਇਨਸਾਨ ਜੋ ਕਰਮ ਕਰਦਾ ਹੈ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਕਹਿੰਦੇ ਇਸ ਖੇਤ ਦੇ ਵਿੱਚ ਮਨੁੱਖਾ ਜੂਨ ਮਿਲੀ ਹੋਈ ਆ, ਇਹ ਬੀਜਣ ਵਾਸਤੇ ਮਿਲੀ ਹੋਈ ਆ। ਜੋ ਚੀਜ਼ ਬੀਜੇਗਾ ਭਾਈ ਉਹੀ ਤੈਨੂੰ ਖਾਣ ਨੂੰ ਮਿਲੂਗੀ। ਜਿਉ ਜਿਹੜਾ ਹੈਗਾ ਉਹਨੂੰ ਭੋਗਣਾ ਪਊਗਾ। ਜੋ ਬੀਜੇ ਸੋ ਉਗਵੇ, ਉਹ ਨਹੀਂ ਉਗਣਾ ਹੈ, ਮਾਲਕ ਨੇ ਮਲਟੀਪਲਾਈ ਕਰ ਦੇਣਾ ਹੈ। ਜੋ ਬੀਜੇ ਸੋ ਉਗਵੇ, ਖਾਂਦਾ ਜਾਣੇ ਜਿਉ। ਹੁਣ ਕਹਿੰਦੇ ਕਰਨਾ ਕੀ ਚਾਹੀਦਾ ਹੈ ਫਿਰ? ਗਿਆਨ ਸਲਾਹੇ ਵੱਡਾ ਕਰ, ਸੱਚੋ ਸੱਚਾ ਨਾਉ। ਕਹਿੰਦੇ ਭਾਈ ਉਹ ਮਾਲਕ ਪਰਮਾਤਮਾ ਸੱਚ ਹੈਗਾ, ਉਹਦਾ ਨਾਮ ਵੀ ਸੱਚ ਹੈਗਾ। ਉਸ ਮਾਲਕ ਪਰਮਾਤਮਾ ਦਾ ਗਿਆਨ, ਉਸ ਮਾਲਕ ਪਰਮਾਤਮਾ ਦਾ ਗਿਆਨ ਲੈ ਕੇ ਤੇ ਧਿਆਨ ਸਿਮਰਨ ਕਰ, ਸਿਫਤ ਸਲਾਹ ਪਰਮਾਤਮਾ ਦੀ ਕਰ। ਗਿਆਨ ਸਲਾਹੇ ਵੱਡਾ ਕਰ, ਉਸ ਮਾਲਕ, ਉਹ ਸਭ ਤੋਂ ਵੱਡਾ ਹੈਗਾ ਮਾਲਕ ਪਰਮਾਤਮਾ। ਉਹਦਾ ਨਾਮ, ਉਸ ਦੇ ਨਾਮ ਦੇ ਦੁਆਰਾ ਉਹਦਾ ਧਿਆਨ ਸਿਮਰਨ ਕਰ। ਸੱਚ ਬੀਜੇ ਸੱਚ ਉਗਵੇ, ਦਰਗਹਿ ਪਾਈਏ ਥਾਉ। ਆਇਆ ਭਾਈ ਸੱਚ ਦਾ ਬੀਜਣਾ, ਆਇਆ ਸੱਚ ਦਾ ਬੀਜਣਾ। ਇਹ ਸੱਚ ਨੇ ਉਗਣਾ ਆ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜਾ ਹੈਗਾ ਜਗ੍ਹਾ ਮਿਲ ਜਾਣੀ ਆ। ਪਿਛਲੇ ਸ਼ਲੋਕ ਦੇ ਵਿੱਚ ਵੀ ਮਹਾਰਾਜ ਨੇ ਦੂਜੀ ਪਾਤਸ਼ਾਹੀ ਨੇ ਲਿਖਿਆ ਸੀਗਾ ਬਈ ਆਖਰੀ ਦੇ ਵਿੱਚ ਨੁਕਤਾ ਦਿੱਤਾ ਸੀਗਾ ਵੀ ਪ੍ਰਵਾਨ ਕਦੋਂ ਹੁੰਦਾ? ਨਾਨਕ ਅੱਗੋਂ ਹਉਮੈ ਟੁੱਟੇ ਤਾਂ ਕੋ ਲਿਖੀਏ ਲੇਖੈ। ਇਸ ਤਰੀਕੇ ਦੇ ਨਾਲ ਹੁਣ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ, ਜੇ ਸੱਚ ਨੂੰ ਸਲਾਹੇਗਾ, ਜੇ ਸੱਚ ਨੂੰ ਸਲਾਹੇਗਾ ਤਾਂ ਤੇਰੀ ਜਿਹੜੀ ਹੈਗੀ ਆ ਹਉਮੈ ਜਾਏਗੀ। ਸੱਚ ਬੀਜੇ ਸੱਚ ਉਗਵੇ, ਸੱਚ ਉਗੇਗਾ ਔਰ ਦਰਗਹਿ ਪਾਈਏ ਥਾਉ। ਪਰਮਾਤਮਾ ਦੀ ਦਰਗਾਹ ਦੇ ਵਿੱਚ ਜਿਹੜੀ ਹੈ, ਪਰਮਾਤਮਾ ਦੀ ਮਹਿਲ ਦੇ ਵਿੱਚ, ਉਹਦੀ ਹਜ਼ੂਰੀ ਦੇ ਵਿੱਚ ਜਿਹੜਾ ਹੈਗਾ ਜਗ੍ਹਾ ਮਿਲਦੀ ਆ, ਲੋਕ ਪਰਲੋਕ ਚ ਇੱਜ਼ਤ ਹੁੰਦੀ ਆ। ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ। ਕਹਿੰਦੇ ਇਹ ਜਿਹੜਾ ਹੈਗਾ ਗਿਆਨ ਦੇ ਅਨੁਸਾਰ, ਹੁਣ ਇੱਥੇ ਵੇਦ ਫਿਰ ਲਿਖਿਆ ਹੈ ਮਹਾਰਾਜ ਨੇ, ਬਾਰ-ਬਾਰ ਦੇਖੋ ਵੇਦ ਆ ਰਿਹਾ ਹੈ। ਵੇਦ ਜਿਹੜਾ ਹੈਗਾ ਮਹਾਰਾਜ ਕਹਿੰਦੇ ਗਿਆਨ, ਬ੍ਰਹਮ ਗਿਆਨ, ਇਹਦੇ ਅਨੁਸਾਰ ਜਿਹੜਾ ਯਾਤਰਾ ਕਰਨੀ, ਇਹਦੇ ਅਨੁਸਾਰ ਜਿਹੜਾ ਬਿਜ਼ਨਸ ਕਰਨਾ। ਆਪਾਂ ਨੂੰ ਸਵਾਸ ਮਿਲੇ ਹੋਏ ਆ, ਮਨੁੱਖੀ ਸਰੀਰ ਮਿਲਿਆ ਹੋਇਆ ਹੈ, ਆਪਾਂ ਇੱਥੇ ਬਿਜ਼ਨਸ ਕਰਨ ਵਾਸਤੇ ਆਏ ਆ। ਆਪਾਂ ਜਿਹੜੇ ਹੈ ਵਪਾਰੀ ਹੈਗੇ ਆ। ਆਪਾਂ ਨੇ ਵਪਾਰ ਕਰਨਾ ਹੈ ਗਿਆਨ ਦੇ ਨਾਲ, ਗਿਆਨ ਦਾ ਵਪਾਰ ਕਰਨਾ ਹੈ, ਐਕਸਪੀਰੀਅੰਸ ਕਰਨਾ ਹੈ, ਅੰਤਰ ਜਿਹੜਾ ਹੈਗਾ ਅੰਤਰਗਤ ਕਰਨਾ ਹੈ। ਆਪਾਂ ਨੇ ਧਿਆਨ ਸਿਮਰਨ ਦੇ ਦੁਆਰਾ ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ। ਕਹਿੰਦੇ ਇਹ ਕਰਮਾਂ ਦੇ ਨਾਲ ਜਿਹੜਾ ਹੈਗਾ ਇਹ ਚੀਜ਼ ਮਿਲਦੀ ਆ ਵੀ ਅਸਲ ਕੀ ਕੰਮ ਕਰਨਾ ਹੈ, ਸਵਾਸਾਂ ਦੇ ਬਦਲੇ ਨਾਮ ਧਨ ਕਿਵੇਂ ਪ੍ਰਾਪਤ ਕਰਨਾ ਹੈ। ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ। ਪ੍ਰਾਣ ਜਿਹੜੀ ਸ਼ਕਤੀ ਹੈਗੀ, ਇਹਨਾਂ ਨੂੰ ਉੱਪਰ ਜਿਹੜਾ ਹੈਗਾ ਕਿਵੇਂ ਲੈ ਕੇ ਜਾਣਾ ਹੈ, ਦਸਮ ਦੁਆਰ ਦੀ ਰਹਿਤ ਕਿਵੇਂ ਕਰਨੀ ਆ। ਇਹ ਆਇਆ ਵੇਦ ਵਪਾਰ। ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲੇ ਹੋਏ, ਨਾਨਕ ਰਾਸ਼ੀ ਬਾਹਰਾ ਲੱਦ ਨਾ ਚਲਿਆ ਕੋਏ। ਇਸ ਰਾਸ਼ੀ ਤੋਂ ਬਗੈਰ, ਨਾਮ ਧਨ ਇਕੱਠਾ ਕੀਤੇ ਬਗੈਰ, ਕਹਿੰਦੇ ਕੋਈ ਵੀ ਇਨਸਾਨ ਸੰਸਾਰ ਦੇ ਵਿੱਚੋਂ ਲੱਦ ਕੇ, ਨਫਾ ਕੱਟ ਕੇ, ਲੱਦ ਕੇ ਮਤਲਬ ਨਫਾ ਕੱਟ ਕੇ ਨਹੀਂ ਜਾ ਸਕਦਾ। ਨਾਨਕ ਰਾਸ਼ੀ ਬਾਹਰਾ ਲੱਦ ਨਾ ਚਲਿਆ ਕੋਏ। ਕਿਉਂ? ਕਿਉਂਕਿ ਇਨਸਾਨ ਜਿਹੜਾ ਹੈਗਾ ਇਹ ਆਪਣਾ ਜੀਵਨ ਜਿਹੜਾ ਹੈਗਾ ਆਪਣੇ ਮਨ ਦੇ ਹਿਸਾਬ ਦੇ ਨਾਲ ਕਰਦਾ ਹੈ। ਆਪਣੇ ਮਨ ਜਿਵੇਂ ਕਹਿ ਰਿਹਾ ਹੈ ਉਵੇਂ ਚੱਲਦਾ ਹੈ, ਉਹ ਗਿਆਨ ਦੇ ਅਨੁਸਾਰ ਨਹੀਂ ਚੱਲਦਾ। ਹਾਂਜੀ ਗੁਰੂ ਸਾਹਿਬ। ਠੀਕ ਹੈ ਨਿਜਰ ਸਾਹਿਬ, ਆਪ ਪਹਿਲੀ ਤੁਕ ਬੋਲ ਦੋ। ਮੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ। ਪੁੰਨ ਪਾਪ ਨਰਕ ਸੁਰਗ ਨਰਕ ਕਾ ਬੀਓ। ਵੇਦ ਪੁਕਾਰਦਾ ਹੈ, ਪੁੰਨ ਪਾਪ ਦੇ ਵਿੱਚ ਹੀ ਰਹਿੰਦਾ। ਜੇ ਆਪਾਂ ਇਹਨੂੰ ਖਾਲੀ ਪੁਕਾਰਨ ਤੇ ਹੀ ਰੱਖਿਆ ਹੋਇਆ ਹੈ ਔਰ ਇਹਦੇ ਵਿੱਚੋਂ ਜਿਹੜਾ ਹੈਗਾ ਆਪਾਂ ਕਥਾ ਕਹਾਣੀਆਂ ਲੈ ਲਈਆਂ ਤੇ ਜਿਹੜੀ ਆਪਾਂ ਨੇ ਜਿਹੜੀ ਹੈਗੀ ਆ
ਧਿਆਨ ਸਿਮਰਨ ਵਾਲੀ ਗੱਲ ਨਹੀਂ ਫੜੀ ਤੇ ਫਿਰ ਆਪਾਂ ਜਿਹੜੇ ਹੈਗੇ ਪਾਪ ਪੁੰਨ ਦੇ ਦੁਆਰਾ ਤੇ ਸੁਰਗ ਨਰਕ ਦਾ ਮਤਲਬ ਹੈ ਦੁਨੀਆ ਦੇ ਵਿੱਚ ਹੀ ਆਪਾਂ ਜਿਹੜੇ ਹੈਗੇ ਆ ਤੇ ਇਹ ਜੂਨਾਂ ਦੇ ਵਿੱਚ ਹੀ ਘੁੰਮਦੇ ਰਹਿੰਦੇ ਆ। ਮਨੁੱਖਾ ਜੂਨ ਮਿਲ ਗਈ, ਬਾਕੀ ਚ ਜਿਹੜੀ ਆ ਦੂਜੀ ਭੋਗੀ ਜੂਨਾਂ ਮਿਲ ਗਈਆਂ ਤੇ ਸਭ ਤੋਂ ਥੱਲੇ ਵਾਲੀਆਂ ਜੂਨਾਂ ਮਿਲ ਗਈਆਂ। ਇਹੀ ਇਹਨਾਂ ਦਾ ਜਿਹੜਾ ਹੈਗਾ ਬੀਓ ਹੈਗਾ। ਬੀਓ ਮਤਲਬ ਇਹਦਾ ਨਿਚੋੜ, ਇਹਦਾ ਬੀਜ, ਇਹਦਾ ਇਹ ਖਾਲੀ ਪੁਕਾਰਨ ਦਾ ਜਿਹੜਾ ਹੈਗਾ ਇੱਥਾ ਆਹੀ ਇਹਦਾ ਫਲ ਹੈਗਾ। ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕਾ ਬੀਓ, ਜੋ ਬੀਜੇ ਸੋ ਉਗਵੇ ਖਾਂਦਾ ਜਾਣੇ ਜੀਓ। ਜੋ ਬੀਜਦਾ ਇਨਸਾਨ ਉਹੀ ਉਗਣਾ ਹੈ ਪਾਏ, ਜੀਓ ਨੂੰ ਖਾਣ ਨੂੰ ਉਹੀ ਕੁਛ ਮਿਲਣਾ ਹੈ ਜੋ ਆਪਾਂ ਨੇ ਆ ਮਨੁੱਖੀ ਸਰੀਰ ਦੇ ਵਿੱਚ ਬੀਜਿਆ ਹੈ। ਹਾਂਜੀ ਬਿਲਕੁਲ ਠੀਕ ਹੈ। ਹੁਣ ਸਾਧ ਸੰਗਤ ਜੀ ਦੇਖੋ, ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਹੁਣ ਆਪਾਂ ਕਰਮ ਕਰਦੇ ਆ ਨਾ ਕਰਤਾ ਭਾਵ ਦੇ ਨਾਲ, ਕਰਤਾ ਭਾਵ ਮਤਲਬ ਹਉਮੈ, ਤੇ ਜਦੋਂ ਵੀ ਆਪਾਂ ਕਰਮ ਕਰਦੇ ਆ ਤੇ ਫਿਰ ਅਸੀਂ ਕਰਮਾਂ ਦੇ ਜ਼ਿੰਮੇਵਾਰ ਵੀ ਹੁੰਦੇ ਆ। ਹੁਣ ਕਰਮ ਜਦੋਂ ਕੀਤੇ ਸੰਸਕਾਰ ਬਣਨੇ, ਹੁਣ ਜਿੱਦਾਂ ਦੇ ਆਪਾਂ ਕਰਮ ਕਰਦੇ ਆ ਜਿੱਦਾਂ ਦੇ ਸੰਸਕਾਰ ਬਣਦੇ ਆ ਉਸੇ ਹੀ ਤਰ੍ਹਾਂ ਦਾ ਜਿਹੜਾ ਸਾਡਾ ਵਿਵਹਾਰ ਬਣਨਾ ਵਾ, ਸਾਡੀਆਂ ਆਦਤਾਂ ਬਿਲਕੁਲ ਉਸੇ ਹੀ ਤਰ੍ਹਾਂ ਦੀਆਂ ਹੋਣਗੀਆਂ। ਕਿਉਂਕਿ ਜਿਹੜਾ ਜਿੱਦਾਂ ਦੇ ਸਾਡੇ ਅੰਦਰ ਸੰਸਕਾਰ ਨੇ ਅਸੀਂ ਉਸੇ ਹੀ ਤਰ੍ਹਾਂ ਦਾ ਐਕਟ ਕਰਨਾ ਹੈ, ਅਸੀਂ ਬਦਲ ਨਹੀਂ ਸਕਦੇ। ਹਾਂ ਇਹ ਗੱਲ ਵੱਖਰੀ, ਆਪਾਂ ਧਿਆਨ ਸਿਮਰਨ ਕਰਦੇ ਹਾਂ, ਭਗਤੀ ਕਰਦੇ ਹਾਂ ਤੇ ਸਾਡਾ ਜਿਹੜਾ ਸੁਭਾਅ ਆ ਉਹ ਬਦਲ ਜਾਂਦਾ ਹੈ, ਕਿਉਂਕਿ ਨਾਮ 'ਚ ਸ਼ਕਤੀ ਬਹੁਤ ਹੈ, ਉਦਾਂ ਨਹੀਂ ਬਦਲ ਸਕਦਾ। ਨਾ ਹੀ ਤੁਹਾਡੀਆਂ ਆਦਤਾਂ, ਵਾਰਿਸ ਸ਼ਾਹ ਨੇ ਕਿਹਾ ਵਾ, ਕਹਿੰਦਾ ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨਹੀਂ ਭਵੇ ਕੱਟੀਏ ਪੋਰੀਆਂ ਪੋਰੀਆਂ। ਕਿਉਂਕਿ ਆਦਤਾਂ ਜਿਹੜੀਆਂ ਹੁੰਦੀਆਂ ਨੇ ਉਹ ਸਾਡੇ ਅੰਦਰ ਸਾਡੇ ਸੰਸਕਾਰਾਂ ਦੇ ਉੱਪਰ ਨਿਰਭਰ ਕਰਦੀਆਂ ਨੇ। ਹੁਣ ਜਿੱਦਾਂ ਦੇ ਸੰਸਕਾਰ ਹੈਗੇ ਨੇ ਸਾਡੇ ਅੰਦਰ ਕਾਰਨ ਸਰੀਰ 'ਚ, ਅਸੀਂ ਉਸੇ ਹੀ ਕਿਸਮ ਦੀਆਂ ਆਦਤਾਂ ਨੂੰ ਪਸੰਦ ਕਰਾਂਗੇ। ਔਰ ਭਾਵੇਂ ਦੁਨੀਆ ਪਸੰਦ ਕਰੇ ਨਾ ਕਰੇ ਪਰ ਸਾਨੂੰ ਬੜੀਆਂ ਚੰਗੀਆਂ ਲੱਗਣੀਆਂ, ਕਿਉਂਕਿ ਸਾਡੇ ਅੰਦਰ ਉਹ ਗੁਣ ਆ, ਉਹ ਉਸੇ ਚੀਜ਼ ਵੱਲ ਹੀ ਉਹਨੇ ਖਿੱਚਣਾ। ਜਿੱਦਾਂ ਲੋਹੇ ਨੂੰ ਚਿੰਬਕ ਖਿੱਚਦੀ ਆ, ਪਿੱਤਲ ਨੂੰ ਕਾਪਰ ਨੂੰ ਨਹੀਂ ਖਿੱਚਦੀ। ਇਸੇ ਹੀ ਤਰ੍ਹਾਂ ਜਿਹੜੇ ਸਾਡੇ ਅੰਦਰ ਸੰਸਕਾਰ ਨੇ ਉਹਨਾਂ ਨੇ ਉਸੇ ਹੀ ਕਿਸਮ ਦੀਆਂ ਆਦਤਾਂ ਸਾਡੇ ਅੰਦਰ ਪ੍ਰੋਡਿਊਸ ਕਰਨੀਆਂ ਨੇ, ਪੈਦਾ ਕਰਨੀਆਂ ਨੇ। ਤੇ ਵੇਖ ਲਓ, ਕਹਿੰਦੇ ਆ ਕਿ ਪਾਪ ਪੁੰਨ ਵੀ ਹੈਗਾ, ਸੁਰਗ ਵੀ ਹੈਗਾ, ਨਰਕ ਵੀ ਹੈਗਾ। ਜੋ ਬੀਜੇ ਸੋ ਉਗਵੇ ਖਾਂਦਾ ਜਾਣੇ ਜੀਓ। ਤੇ ਵੇਖ ਲਓ, ਜੋ ਜਿੱਦਾਂ ਦਾ ਆਪਾਂ ਬੀਜਦੇ ਆ ਉਹੀ ਉਗਣਾ, ਉਹੀ ਖਾਣਾ। ਉਹ ਤੇ ਫਸਲ ਤੇ ਤੇ ਖਾਣਾ ਵੀ ਉਹੀ, ਜੀਵ ਨੂੰ ਉਹੀ ਖਾਣਾ ਪੈਣਾ ਆਪਣੇ ਨੂੰ। ਤੇ ਉਹ ਆਪਾਂ ਨੂੰ ਕਹਿੰਦੇ ਆ ਕਿ ਕਰਮ ਧਿਆਨ ਨਾ ਕਰਿਆ ਕਰੋ, ਉਹਨੂੰ ਕਰਨ ਤੋਂ ਪਹਿਲਾਂ ਵਿਚਾਰ ਜ਼ਰੂਰ ਕਰਿਆ ਕਰੋ। ਤਾਂ ਜੋ ਜੇ ਤੱਕ ਆਪਾਂ ਇਹ ਸੋਚਦੇ ਆ ਕਿ ਅਸੀਂ ਜ਼ਿੰਮੇਵਾਰ ਹੀ ਨਹੀਂ ਆ ਤੇ ਫਿਰ ਤੇ ਰੱਬ ਹੀ ਰਾਖਾ, ਜਿਹਨੇ ਲਾਈ ਲੋਈ ਤੇ ਉਹਦਾ ਕੀ ਕਰੂਗਾ ਕੋਈ। ਪਰ ਜਦੋਂ ਆਪਾਂ ਕਰਮ ਕਰਨ ਤੋਂ ਪਹਿਲਾਂ ਵਿਚਾਰ ਕਰਦੇ ਆ ਕਿ ਜੇ ਅਸੀਂ ਬੀਜਦੇ ਆ ਗਲਤ ਚੀਜ਼ ਬੀਜਾਂਗੇ ਤੇ ਉਹ ਤੇ ਉਹਨੇ ਉਗਣਾ ਵਾ। ਤੇ ਹੁਣ ਜੇ ਉਗੂਗਾ ਤੇ ਫਿਰ ਅਗਲੇ ਬੰਨੇ ਕਹਿੰਦੇ ਆ ਕਿ ਖਾਂਦਾ ਜਾਣੇ ਜੀਓ। ਉਹ ਹੁਣ ਜਿਹੜੀ ਚੀਜ਼ ਆਪਾਂ ਕਰਾਂਗੇ ਉਹ ਅਸੀਂ ਜ਼ਿੰਮੇਵਾਰ ਆ ਨਾ, ਕੋਈ ਦੂਜਾ ਥੋੜੀ ਜ਼ਿੰਮੇਵਾਰ ਹੈ ਉਹਦਾ। ਠੀਕ ਹੈ ਨੀ ਜਸਾ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂਜੀ, ਅੱਗੇ ਚੱਲੀਏ। ਹੁਣ ਕਹਿੰਦੇ ਕਰਨਾ ਕੀ ਹੈਗਾ, ਕਰਨਾ ਕੀ ਹੈਗਾ। ਹੁਣ ਕਹਿੰਦੇ ਆ ਗਿਆਨ ਸਲਾਹੇ, ਕਹਿੰਦੇ ਬ੍ਰਹਮ ਗਿਆਨ ਜਿਹੜਾ ਹੈਗਾ, ਬ੍ਰਹਮ ਗਿਆਨ ਲੈਣਾ ਹੈ। ਪਹਿਲਾਂ ਤਾਂ ਗਿਆਨ ਤਾਂ ਬਥੇਰਾ ਮਿਲੂਗਾ, ਅਟਕਲ ਪੱਚੂ ਗਿਆਨ ਜਿਹੜਾ ਹੈਗਾ ਬਥੇਰੇ ਬਾਬੇ ਬੈਠੇ ਆ, ਬਥੇਰੇ ਦੇ ਰਹੇ ਆ ਗਿਆਨ। ਕਹਿੰਦੇ ਬ੍ਰਹਮ ਗਿਆਨ ਲੈਣਾ ਹੈ ਭਾਈ, ਸਭ ਤੋਂ ਪਹਿਲਾਂ ਬ੍ਰਹਮ ਗਿਆਨ ਹੋਏ, ਸਰਟੀਫਾਈਡ ਗਿਆਨ ਹੋਣਾ ਚਾਹੀਦਾ। ਗਿਆਨ ਸਲਾਹੇ ਵੱਡਾ ਕਰਕੇ ਸਲਾਉਣਾ ਹੈ ਉਸ ਮਾਲਕ ਪਰਮਾਤਮਾ ਨੂੰ। ਇਹ ਗਿਆਨ ਜਿਹੜਾ, ਜੇ ਗਿਆਨ ਹੈਗਾ, ਇਸ ਗਿਆਨ ਨੂੰ ਜਿਵੇਂ ਗਿਆਨ ਕਹਿ ਰਿਹਾ ਉਵੇਂ ਆਪਾਂ ਨੇ ਕਾਰਵਾਈ ਕਰਨੀ ਹੈ। ਗਿਆਨ ਜਿਹੜਾ ਹੈਗਾ ਹਮੇਸ਼ਾ ਜਿਹੜਾ ਹੈਗਾ ਗਿਆਨ ਕਿਸੇ ਬੰਦੇ ਦੇ ਨਾਲ ਨਹੀਂ ਜੋੜੂਗਾ। ਗਿਆਨ ਜਿਹੜਾ ਬ੍ਰਹਮ ਗਿਆਨ ਹੋਊਗਾ ਪਰਮਾਤਮਾ ਦੇ ਨਾਲ ਜੋੜੂਗਾ, ਪਰਮਾਤਮਾ ਦੀ ਉਸਤਤ ਭਗਤੀ ਕਰਨ ਨੂੰ ਕਹੂਗਾ। ਸੱਚੋ ਸੱਚਾ ਨਾਮ, ਉਹ ਸੱਚੇ ਪਰਮਾਤਮਾ ਦੇ ਨਾਮ ਦੇ ਵਿੱਚ ਜੋੜਨ ਨੂੰ ਕਹੂਗਾ। ਆਹ ਗਿਆਨ ਹੈਗਾ ਭਾਈ। ਗਿਆਨ ਸਲਾਹੇ ਵੱਡਾ ਕਰ, ਸੱਚੋ ਸੱਚਾ ਨਾਮ, ਸੱਚ ਬੀਜੇ ਸੱਚ ਉਗਵੇ, ਦਰਗੇ ਪਾਈਏ ਥਾਂ। ਕਹਿੰਦੇ ਆ ਸੱਚ ਦਾ ਬੀਜਣਾ, ਫਿਰ ਇਸੇ ਸੱਚ ਨੇ ਉਗਣਾ ਆ। ਇੱਕ ਵਾਰੀ ਤੇਰਾ ਜਿਹੜਾ ਹੈਗਾ ਇੱਕ ਬੀਜ ਦਾ ਆਦਨੇ ਮਾਲਕ ਪਰਮਾਤਮਾ ਨੇ। ਸੱਚ ਬੀਜੇ ਸੱਚ ਉਗਵੇ, ਦਰਗਹਿ ਪਾਈਏ ਥਾਂ। ਔਰ ਮਾਲਕ ਪਰਮਾਤਮਾ ਦੀ ਦਰਗਾਹ 'ਚ ਜਗ੍ਹਾ ਮਿਲ ਜਾਂਦੀ ਹੈ। ਇਹ ਜਿਹੜਾ ਜਨਮ ਮਰਨ ਦਾ ਗੇੜਾ ਜਿਹੜਾ ਹੈਗਾ ਖਤਮ ਹੋ ਜਾਂਦਾ ਹੈ, ਔਰ ਦਾਣਾ ਜਿਹੜਾ ਕਿੱਲੀ 'ਚ ਆ ਜਾਂਦਾ ਹੈ, ਕਿੱਲੀ ਦੇ ਉੱਤੇ ਆ ਜਾਂਦਾ ਹੈ, ਧੁਰੇ ਤੇ ਆਪਾਂ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਹੁਣ ਇੱਥੇ ਇੱਕ ਚੀਜ਼ ਆਪ ਜੀ ਨੂੰ ਮੈਂ ਦੱਸਣਾ ਚਾਹੁੰਦਾ, ਬੜੀ ਇੰਪੋਰਟੈਂਟ ਚੀਜ਼ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ 'ਚ ਇਮਾਨਦਾਰੀ ਲੈ ਕੇ ਆਓ।
ਹੂੰ ਇੱਕ ਤੇ ਲੋਕਾਂ ਦੇ ਲਈ ਇਮਾਨਦਾਰ ਹੋਣਾ ਹੈ। ਦੇਖੋ ਹੁਣ ਇੱਕ ਤੇ ਲੋਕਾਂ ਨਾਲ ਇਮਾਨਦਾਰੀ ਨਾਲ ਆਪਨੇ ਚੱਲਣਾ ਹੈ, ਇੱਕ ਆਪਨੇ ਆਪਣੇ ਲਈ ਵੀ ਇਮਾਨਦਾਰੀ ਕਰਨੀ, ਆਪਣੇ ਖੁਦ ਦੇ ਲਈ। ਇਹ ਨਾ ਕਿ ਲੋਕਾਂ ਦੀ ਇਮਾਨਦਾਰੀ ਕਰੀ ਜਾਓ ਤੇ ਆਪਣੇ ਖੁਦ ਲਈ ਬੇਈਮਾਨ ਹੋ ਜਾਓ। ਹੁਣ ਤੁਸੀਂ ਆਪਣੇ ਹੁਣ ਮੈਨੂੰ ਪੁੱਛੋਗੇ ਕਿ ਵੀਰ ਜੀ ਆਪਣੇ ਖੁਦ ਨਾਲ ਹੀ ਕਿੱਦਾਂ ਇਮਾਨਦਾਰ ਹੋ ਸਕਦੇ ਹੋ ਸਕਦੀ ਹੈ। ਤੁਹਾਨੂੰ ਇਮਾਨਦਾਰ ਹੋਣਾ ਪਊਗਾ। ਜਿੱਥੇ ਗਲਤੀ ਤੁਸੀਂ ਕੀਤੀ ਹੈ ਔਰ ਤੁਹਾਨੂੰ ਪਤਾ ਲੱਗ ਗਿਆ, ਅਗਲੇ ਬੰਦੇ ਕੋ ਮਾਫੀ ਮੰਗ ਕੇ ਆਓ। ਹਾਂ, ਬਹੁਤ ਇਹ ਹੈ ਇਮਾਨਦਾਰੀ। ਹਾਂ, ਇਹ ਤੁਸੀਂ ਜ਼ਬਰਦਸਤੀ ਲੋਕਾਂ ਨੂੰ ਕਹੀ ਜਾਂਦੇ ਜੋ ਨਹੀਂ 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 ਮੈਂ ਹੀ ਸਹੀ ਹਾਂ, ਨਹੀਂ ਮੈਂ ਸਹੀ ਹਾਂ, ਇਹਦਾ ਮਤਲਬ ਤੁਸੀਂ ਆਪਣੇ ਆਪ ਨਾਲ ਇਮਾਨਦਾਰ ਨਹੀਂ ਜੇ। ਹਾਂਜੀ ਨਿਜਰ ਸਾਹਿਬ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਆਹ ਤੇ ਚੁੱਪ ਕਰਕੇ ਮਾਫੀ ਮੰਗ ਕੇ ਆਓ। ਥੋੜਾ ਫਜੀਆ ਹੀ ਉਹੀ ਜਿੱਦਾਂ ਕੀ ਜਾਣਾ ਤੁਹਾਡੇ ਇੱਥੇ ਕਿਹੜੇ ਮਹਿਲ ਝੁੱਲਣ ਦੇ ਆ। ਹਾਂ, ਤੇ ਅਗਲੇ ਦੀ ਨਜ਼ਰਾਂ ਚ ਮਾਫੀ ਨਹੀਂ ਮੰਗੋਗੇ ਨਹੀਂ ਨਿਜਰ ਸਾਹਿਬ ਜਦ ਤੱਕ। ਹਾਂਜੀ ਹਾਂਜੀ ਬੋਲੋ। ਮੈਂ ਕਿਹਾ ਅਗਲੇ ਦੀਆਂ ਨਜ਼ਰਾਂ ਚ ਆਪਾਂ ਵੱਡੇ ਹੋ ਜਾਣਾ ਫਿਰ। ਹਾਂ, ਅਬ ਦੇਖੋ ਨਾ, ਤੇ ਇਹ ਆ ਕਿ ਹੁਣ ਜਦੋਂ ਆਪਾਂ ਕਿਸੇ ਨਾਲ ਹੁਣ ਆਪਾਂ ਲੋਕੀ ਕਹਿੰਦੇ ਆ ਨਾ ਕਿ ਬਈ ਮੈਨੂੰ ਪਿਆਰ ਨਹੀਂ ਕਰਦਾ, ਪਰ ਇਹ ਤੇ ਸਾਨੂੰ ਸੋਚ। ਹੈਲੋ, ਹਾਂ ਹਾਂ ਮੋਸਰ। ਹਾਂਜੀ, ਤੇ ਹੁਣ ਤੁਸੀਂ ਵੇਖ ਲਓ ਸਾਧ ਸੰਗਤ ਜੀ, ਇਹ ਚੀਜ਼ਾਂ ਤੁਸੀਂ ਇੱਕ ਤੇ ਲੋਕਾਂ ਨਾਲ ਇਮਾਨਦਾਰੀ ਨਾਲ ਜੀਣਾ ਹੈ ਔਰ ਪਲੱਸ ਤੁਸੀਂ ਆਪਣੇ ਨਾਲ ਵੀ ਇਮਾਨਦਾਰੀ ਵਾਲਾ ਹੀ ਵਿਵਹਾਰ ਰੱਖਣਾ ਹੈ। ਔਰ ਆਪਣੇ ਨਾਲ ਇਮਾਨਦਾਰੀ ਹੋਣ ਦਾ ਇੱਕੋ ਤਰੀਕਾ ਹੈ, ਜਿੱਥੇ ਗਲਤੀ ਹੋ ਗਈ ਹੈ ਉਹਨੂੰ ਐਕਸੈਪਟ ਕਰੋ, ਉਹਨੂੰ ਉੱਥੇ ਰੋਕ ਦਿਓ। ਜਦੋਂ ਤੁਹਾਡੀ ਆਦਤ ਪੈ ਜਣੀ, ਜਦੋਂ ਤੁਹਾਨੂੰ ਇੱਕ ਵਾਰੀ ਆਦਤ ਪੈ ਗਈ ਨਾ, ਤੇ ਫਿਰ ਤੁਸੀਂ ਬਾਰ-ਬਾਰ ਹੀ ਤੁਹਾਡੇ ਮਨ ਨੇ ਉਹੀ ਕੰਮ ਕਰਨਾ, ਕਿਉਂਕਿ ਤੁਸੀਂ ਆਪਣੇ ਮਨ 'ਚ ਇੱਕ ਰਾਗ ਪੈਦਾ ਕਰ ਲਿਆ ਕਿ ਮੈਂ ਸਹੀ ਹਾਂ। ਤੇ ਫਿਰ ਤੁਹਾਨੂੰ ਕਿਹੜਾ ਸਮਝਾਊਗਾ। ਹੁਣ ਮਾਂ-ਬਾਪ ਵੱਡੇ ਹੁੰਦੇ ਆ, ਛੋਟੇ ਬੱਚੇ ਕਈ ਵਾਰੀ ਸਹੀ ਵੀ ਹੋਣਗੇ, ਆਪਾਂ ਓਵਰ ਰੂਲ ਕਰੀ ਜਾਵਾਂਗੇ ਤੇ ਅਸੀਂ ਆਪਣੀਆਂ ਗਲਤੀਆਂ ਨੂੰ ਕਿੱਥੋਂ ਸੁਧਾਰਾਂਗੇ। ਜੇ ਆਪਾਂ ਬੱਚਿਆਂ ਤੋਂ ਕੁਝ ਸਿੱਖਣਾ ਚਾਹੁੰਦੇ ਹਾਂ ਤੇ ਬੱਚਿਆਂ ਨੂੰ ਥੋੜਾ ਬੋਲਣ ਦੀ ਇਜਾਜ਼ਤ ਦਿਓ। ਉਹਨਾਂ ਨੂੰ ਕਹੋ ਕਿ ਬੇਟਾ ਜੇ ਤੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਸਾਡੇ ਵੱਲੋਂ ਕੁਝ ਗੜਬੜ ਹੈ ਤਾਂ ਤੁਸੀਂ ਗੱਲ ਕਰੋ, ਟਾਕ, we can discuss, we can do better। ਤੇ ਜੇ ਵਨ ਮੈਨ ਕਮਾਂਡ ਕਰੀ ਜਾਊਗਾ ਤੇ ਫਿਰ ਤੇ ਉਹ ਘਰ 'ਚ ਫ੍ਰਿਕਸ਼ਨ ਹੀ ਪੈਦਾ ਹੋ ਜਾਣੀ ਹੈ। ਇਸ ਲਈ ਇਮਾਨਦਾਰ ਹੋਣਾ ਬੜਾ ਜ਼ਰੂਰੀ ਹੈ। ਤੇ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ, ਆਪਣੀ ਗਲਤੀ ਦੇ ਲਈ ਕਿਸੇ ਦੂਜੇ ਨੂੰ ਜ਼ਿੰਮੇਵਾਰ ਨਾ ਠਹਿਰਾਓ। ਗਲਤੀ ਹੋ ਗਈ ਹੈ, ਕਨਫੈਸ ਕਰੋ ਵੀ ਮੇਰੀ ਗਲਤੀ ਹੈ। ਔਰ ਖਾਸ ਕਰਕੇ ਮੈਂ ਫਾੜ ਨਹੀਂ ਮਾਰਨਾ ਚਾਹੁੰਦਾ, ਇਹ ਗੁਣ ਮੇਰੇ 'ਚ ਹੈਗਾ ਆ। ਨਿਜਰ ਸਾਹਿਬ ਜੀ, ਕਈ ਵਾਰੀ ਮੈਂ ਕਈਆਂ ਨੂੰ ਮਤਲਬ ਕੋਸ਼ਿਸ਼ ਕੀਤੀ ਹੈਲਪ ਕਰਨ ਦੀ, ਉੱਥੇ ਉਹਨਾਂ ਕੋ ਉਹ ਕੰਮ ਉਹਨਾਂ ਦਾ ਬਣਿਆ ਨਹੀਂ, ਪਰ ਜਿੰਨਾ ਵੀ ਨੁਕਸਾਨ ਹੋਇਆ ਮੈਂ ਜ਼ਿੰਮੇਵਾਰੀ ਚੁੱਕੀ ਹੈ। ਮੈਂ ਕਿਹਾ ਵਾ ਕਿ ਹਾਂ ਵੀ ਇਹ ਪੈਸੇ ਮੈਂ ਦੇਵਾਂਗਾ ਕਿਉਂਕਿ ਮੈਂ ਕਿਹਾ ਸੀ। ਇੱਥੋਂ ਹੀ ਪਤਾ ਲੱਗਦਾ ਹੈ, ਕੁਦਰਤ ਵੇਂਦੀ ਹੈ ਕਿ ਤੁਸੀਂ ਆਪਣੀ ਗਲਤੀ ਦੀ ਜ਼ਿੰਮੇਵਾਰੀ ਚੁੱਕਦੇ ਜੋ ਜਾਂ ਕਿਸੇ ਦੂਜੇ ਦਾ ਝੂਠਾ ਨਾਂ ਤੇ ਨਹੀਂ ਲਾ ਦਿੰਦੇ। ਇਹ ਬੜੀ ਵੱਡੀ ਬੰਦੇ 'ਚ ਪ੍ਰੋਬਲਮ ਹੈ। ਚੰਗਾ ਕੰਮ ਹੋਊਗਾ ਕਹੂਗਾ ਮੈਂ ਕੀਤਾ, ਗਲਤ ਹੋ ਗਿਆ ਤੇ ਫਿਰ ਕਹਿੰਦੇ ਕਿ ਨਹੀਂ ਉਹਨੇ ਕੀਤਾ। ਇਹ ਵੀ ਇੱਕ ਬਹੁਤ ਵੀਕ ਪੁਆਇੰਟ ਹੈਗਾ ਸਾਡੇ ਜੀਵਨ ਦੇ ਵਿੱਚ। ਜਦੋਂ ਅਸੀਂ ਮੈਨ ਬਣਦੇ ਹਾਂ, ਮਰਦ ਦੇ ਬੱਚੇ ਬਣਦੇ ਹਾਂ, ਫਿਰ ਆਪਣੀਆਂ ਗਲਤੀਆਂ ਦੀ ਵੀ ਰਿਸਪੌਂਸਿਬਿਲਿਟੀ ਚੁੱਕਦੇ ਹਾਂ। ਇੱਕ ਮਰਦ ਦੀ ਤਰ੍ਹਾਂ ਸਾਹਮਣੇ ਆ ਕੇ ਖਲੋ ਜਾਂਦੇ ਹਾਂ, ਕਹਿ ਦਿੰਦੇ ਹਾਂ ਬਈ ਇਹ ਗਲਤੀ ਹੋ ਗਈ ਜੇ ਔਰ ਮੈਨੂੰ ਮਨਜ਼ੂਰ ਹੈ। ਸਭ ਤੋਂ ਵੱਡੀ ਗੱਲ ਜੇ ਆਪਣੀ ਗਲਤੀ ਨੂੰ ਮਨਜ਼ੂਰ ਕਰੋ, ਉਹਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੋ। ਲੁਕਣੀ ਤੇ ਹੈ ਨਹੀਂ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ। ਇਹਦੇ ਨਾਲ ਦੇਖੋ ਗੁਰਕ ਸਾਹਿਬ ਇੱਕ ਚੀਜ਼ ਹੋਰ ਹੋਏਗੀ ਨਾ, ਜੇ ਆਪਾਂ ਨੇ ਉਸ ਗਲਤੀ ਨੂੰ ਐਡਮਿਟ ਕਰ ਲਿਆ ਤੇ ਅੱਗੇ ਜਿਹੜੀ ਹੈਗੀ ਡਿਸਕਸ਼ਨ ਖਤਮ ਹੋ ਜਾਏਗੀ। ਉੱਥੇ ਦੇ ਉੱਥੇ ਕੇਸ ਜਿਹੜਾ ਪੂਰਾ ਦਾ ਪੂਰਾ ਖਤਮ ਹੋ ਜਾਏਗਾ ਕੇਸ। ਹਾਂ, ਤੇ ਜੇ ਆਪਾਂ ਉਹਨੂੰ ਗਲਤੀ ਨੂੰ ਕਨਫੈਸ ਨਹੀਂ ਕਰਦੇ ਉਹ ਤੇ ਖਤਮ। ਉਹ ਤੇ ਸਾਨੂੰ ਵੀ ਪਤਾ ਸਾਡੀ ਗਲਤੀ ਹੈਗੀ ਆ, ਉਹ ਵੱਖਰੀ ਗੱਲ ਹੈ। ਅਸੀਂ ਤਾਕਤਾਂ ਚ ਹੈਗੇ ਆ, ਅਸੀਂ ਨਹੀਂ ਮੰਨੇ, ਪਰ ਸਾਨੂੰ ਪਤਾ ਹੈ ਕਿ ਗਲਤੀ ਸਾਡੀ ਸੀ। ਉਹ ਫਿਰ ਅਸੀਂ ਸੁਧਰਾਂਗੇ ਨਹੀਂ। ਹਾਂਜੀ ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਫੜ ਲੈ ਕਿ ਮਨ ਤੁਹਾਡਾ ਜਿਹੜਾ ਹੈਗਾ ਅੰਦਰੋਂ ਤੁਹਾਨੂੰ ਕੁਚੇਟੀ ਜਾਊਗਾ। ਆਤਮਾ ਤਾਂ ਮੰਨਦੀ, ਆਤਮਾ ਨੂੰ ਪਤਾ ਹੈ ਸੱਚ ਕੀ ਹੈਗਾ। ਉਹਨੇ ਆਤਮਾ ਨੇ ਚਿੰਤਾ ਕਰੀ ਜਾਣਾ ਤੁਹਾਨੂੰ ਵੀ ਤੂੰ ਗਲਤੀ ਕੀਤੀ ਹੈ। ਹਾਂ, ਉਹ ਵੱਡੇ ਲੈਵਲ ਤੇ ਲੌਂਗ ਟਰਮ ਲਈ ਚੰਗੀ ਚੀਜ਼ ਥੋੜੀ ਹੈਗੀ ਆ। ਅੱਜ ਨੂੰ ਤੇ ਕੱਲ ਨੂੰ ਉਹ ਜਿਹੜੀ ਤੁਹਾਡੇ ਅੰਦਰ ਆ, ਤੁਹਾਡੇ ਮਨ 'ਚ ਬੋਝ ਰਹਿਣਾ। ਤੇ ਜਦੋਂ ਤੁਸੀਂ ਉਹ ਚੀਜ਼ ਨੂੰ ਮੰਨ ਲੈਂਦੇ ਜੋ ਤੇ ਤੁਸੀਂ ਮੁਕਤ ਹੋ ਜਾਂਦੇ ਜੋ। ਕੁਦਰਤ ਤੇ ਕਹਿੰਦੀ ਆ ਤੂੰ ਗਲਤੀ ਕਰਕੇ ਮੰਨ ਲੈਣਾ, ਪਰ ਬੰਦਾ ਐਡਮਿਟ ਨਹੀਂ ਕਰਦਾ। ਮੈਂ ਤਾਂ ਇੱਕ ਚੀਜ਼
ਪਰਮਾਤਮਾ ਜਿਹੜਾ ਹੈਗਾ, ਦੇਖੋ ਜਦ ਆਪਾਂ ਨੂੰ ਇੰਨੀਆਂ ਗਲਤੀਆਂ ਦੇ, ਆਪਾਂ ਸਿਰ ਤੋਂ ਪੈਰ ਤਾਈਂ ਗਲਤੀਆਂ ਦੇ ਪੁਤਲੇ ਹੈਗੇ ਆ, ਜਦ ਮਾਲਕ ਆਪਾਂ ਨੂੰ ਐਕਸੈਪਟ ਕਰ ਰਿਹਾ ਹੈ, ਆਪਣੀਆਂ ਗਲਤੀਆਂ ਨੂੰ ਬਰਦਾਸ਼ਤ ਕਰ ਰਿਹਾ ਆ, ਤੇ ਆਪਾਂ ਜਿਹੜੇ ਕਿਹੜੇ ਖੇਤ ਦੀ ਮੂਲੀ ਹੈਗੇ, ਆਪਾਂ ਕਿਉਂ ਦੂਸਰੇ ਦੀਆਂ ਗਲਤੀਆਂ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ? ਹਾਂ, ਆਪਾਂ ਕਿੱਦਾਂ ਪੁਆਇੰਟ ਆਊਟ। ਇੱਕ ਹੋਰ ਚੀਜ਼ ਕੰਮ ਦੀ ਅੱਜ ਮੇਰੇ ਤੋਂ ਸਿੱਖੋ। ਕੰਮ ਦੀਆਂ ਚੀਜ਼ਾਂ ਤੁਸੀਂ ਮੇਰੇ ਤੋਂ ਵੱਡੇ ਜੋ ਸਾਰੇ, ਚਲ ਫਿਰ ਵੀ ਕੰਮ ਦੀ ਚੀਜ਼ ਜਿੱਥੋਂ ਮਿਲਦੀ ਸਿੱਖ ਲਈ ਦੀ ਹੁੰਦੀ ਹੈ। ਇੱਕ ਜਿਹੜੇ ਤੁਹਾਡੇ ਬੱਚੇ ਹੈਗੇ ਨਾ, ਉਹਨਾਂ ਨੂੰ ਨਾ ਚੰਗੀ ਤਰ੍ਹਾਂ ਗੱਲ ਕਰਿਆ ਕਰੋ ਉਹਦੇ ਨਾਲ। ਉਹਨੂੰ ਲੂਸੀ ਬੂਸੀ ਨਾ ਸੱਦਿਆ ਕਰੋ, ਉਹਦਾ ਪ੍ਰੋਪਰ ਨਾਂ ਸੱਦਣਾ। ਜਿੱਦਾਂ ਤੁਸੀਂ ਚਾਹੁੰਦੇ ਜੋ ਕਿ ਸਾਡਾ ਬੱਚਾ ਜਿਹੜਾ ਡਾਕਟਰ ਬਣੇ, ਇੰਜੀਨੀਅਰ ਬਣੇ, ਉਹ ਛੋਟੇ ਬੱਚੇ ਨਾਲ ਵੀ ਏਦਾਂ ਹੀ ਗੱਲ ਕਰੋ ਕਿ ਜਿੱਦਾਂ ਉਹ ਡਾਕਟਰ ਹੀ ਆ। ਉਹਨੂੰ ਉਹਦੀ ਰਿਸਪੈਕਟ ਦਿਓ ਯਾਰ। ਉਹਨੂੰ ਨਾ ਕਹੋ ਉਹਦਾ ਉਲਟਾ ਪੁਲਟਾ ਨਾਂ ਨਾ ਸੱਦੋ। ਹੁਣ ਕਈ ਮੈਂ ਘਰਾਂ 'ਚ ਵੇਖਦਾ ਲੋਕੀ ਉਲਟਾ ਪੁਲਟਾ ਨਾਂ ਲੈ ਜਿਹਦੇ ਬੱਚਿਆਂ ਦਾ, ਉਹ ਨਹੀਂ ਚੰਗਾ। ਉਹਦਾ ਪ੍ਰੋਪਰ ਨਾਂ ਸੱਦੋ, ਉਹਨੂੰ ਵੀ ਪਤਾ ਲੱਗੇ ਕਿ ਮੈਂ ਇੱਕ ਇੱਥੇ ਕੋਈ ਰਿਸਪੈਕਟ ਹੋਲਡਰ ਆ। ਦੇਖੋ, ਜਦੋਂ ਤੁਸੀਂ ਉਹਦੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਂਦੇ ਜੋ ਨਾ, ਉਹ ਬੱਚੇ ਦਾ ਲੈਵਲ ਉੱਚਾ ਹੁੰਦਾ। ਬੱਚਾ ਬਹੁਤ ਨੋਟਿਸ ਕਰਦਾ ਹੈ ਤੁਹਾਡੀ ਗੱਲ ਨੂੰ ਕਿ ਆਈ ਐਮ ਨਾਟ ਆਰਡੀਨਰੀ ਪਰਸਨ, ਆਈ ਐਮ ਸਪੈਸ਼ਲ। ਤੇ ਜਦੋਂ ਕੁਰਸੀ ਤੇ ਬੈਠਾ ਤੁਸੀਂ ਕਹੋਗੇ ਪਰੇ ਓਏ, ਪਰੇ ਜਾ, ਕਿੱਥੇ ਬੈਠਾ, ਇੱਥੇ ਆਪਣੇ ਚਾਚੇ ਨੂੰ ਬਹਿਣ ਦੇ। ਉਹ ਕਹੂਗਾ ਕਿ ਮੈਂ ਕੋਈ ਨੋਬਡੀ ਹੈਗਾ। ਉਹਦੇ ਪਰ ਦਿਮਾਗ 'ਚ ਗੱਲ ਵੱਜ ਗਈ ਆ। ਤੁਸੀਂ ਇਹ ਵੀ ਕਹਿ ਸਕਦੇ ਜੋ ਬੇਟਾ ਜੀ ਥੋੜਾ ਜਿਹਾ ਪਰੇ ਹੋ ਜਾਓ, ਅੰਕਲ ਨੂੰ ਬਹਿਣ ਦੀ ਆਪਾਂ, ਤੇ ਫਿਰ ਆਪਾਂ ਬਾਅਦ 'ਚ ਆ ਜਾਂਦੇ ਹਾਂ। ਉਹ ਚੰਗਾ ਵੀ ਲੱਗਦਾ ਬੱਚੇ ਨੂੰ। ਤੇ ਜੇ ਕਵਾਂਗੇ ਕਿ ਉਹ ਪ੍ਰਾਹੁਣੇ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰ ਦੋ, ਤੇ ਉਹ ਛੋਟਾ ਬੱਚਾ ਹੈਗਾ ਪਰ ਉਹਨੂੰ ਸਾਰਾ ਪਤਾ ਹੈਗਾ ਕਿ ਪਾਪਾ ਨੇ ਮੇਰੀ ਇਨਸਲਟ ਕਰਤੀ ਹੈ, ਮਾਮਾ ਨੇ ਮੇਰੀ ਇਨਸਲਟ ਕਰਤੀ ਹੈ। ਤਾਂ ਛੋਟੇ ਬੱਚਿਆਂ ਦੇ ਨਾਲ ਜਿਹੜਾ ਆਪਣੀ ਰਿਲੇਸ਼ਨ ਹੈ ਉਹ ਬੜੀ ਜ਼ਰੂਰੀ ਹੈ, ਚੰਗੀ ਤਰ੍ਹਾਂ ਡਿਵੈਲਪ ਕਰੋ। ਅੱਜ ਜਿਹੜੇ ਘਰ ਟੁੱਟ ਰਹੇ ਨੇ, ਅੱਜ ਦੀ ਕਥਾ ਖਾਸ ਕਰਕੇ ਉਹਨਾਂ ਬੰਦਿਆਂ ਲਈ ਆ ਜਿਨ੍ਹਾਂ ਦੇ ਘਰਾਂ 'ਚ ਲੜਾਈ ਜ਼ਿਆਦਾ ਵਾ। ਉਹਦਾ ਕਾਰਨ ਹੀ ਇਹੋ ਆ ਕਿਉਂਕਿ ਦੇਖੋ ਕੋਈ ਵੀ ਚੀਜ਼ ਜਿੱਥੇ ਹੈਗੀ ਉੱਥੇ ਕੁਝ ਗੜਬੜੀ ਜ਼ਰੂਰ ਹੈਗੀ ਹੈ, ਚਾਹੇ ਮਾਂ ਵੱਲੋਂ ਆ, ਪਿਓ ਵੱਲੋਂ ਆ, ਜਾਂ ਬੱਚਿਆਂ ਵੱਲੋਂ। ਆਪਾਂ ਜਦੋਂ ਬਣਦਾ ਹੱਕ ਨਹੀਂ ਨਾ ਦਿੰਦੇ ਤੇ ਫਿਰ ਕੀ ਬੱਚੇ ਕਰਦੇ ਆ, ਫਿਰ ਚੋਰੀ ਕਰਦੇ ਆ, ਝੂਠ ਬੋਲਦੇ ਆ, ਕਿਉਂਕਿ ਆਪਾਂ ਐਕਸੈਪਟ ਨਹੀਂ ਕਰਨਾ ਚਾਹੁੰਦੇ। ਆਪਾਂ ਨੂੰ ਚਾਹੀਦਾ ਕਿ ਸਾਰਾ ਕੁਝ 100% ਸਭ ਪਰਫੈਕਟ ਹੋਣਾ ਚਾਹੀਦਾ ਸਾਡੀ ਜ਼ਿੰਦਗੀ 'ਚ। ਪਰਫੈਕਟ ਨਹੀਂ ਹੋਣਾ। ਜੇ ਉਹਨਾਂ 10 ਕੰਮ ਕੀਤੇ 7 ਗਲਤ ਵੀ ਕਰਨੇ ਉਹਨਾਂ ਨੇ। ਤੁਹਾਡੇ 'ਚ ਮਿਹਦਾ ਚਾਹੀਦਾ, ਫਿਫਰੀ ਚਾਹੀਦੀ, ਉਹਨੂੰ ਬਰਦਾਸ਼ਤ ਕਰੋ ਤਾਂ ਜੋ ਬੱਚੇ ਤੁਹਾਨੂੰ ਸੱਚ ਦੱਸਣ। ਤੇ ਜੇ ਅਸੀਂ ਚਾਹੁੰਦੇ ਕਿ ਅਸੀਂ ਬੱਚੇ ਸਾਡੇ ਬੜੇ ਵਧੀਆ ਚਾਹੀਦੇ ਆ, ਸਾਰਾ ਪਰਫੈਕਟ ਹੋਣਾ ਚਾਹੀਦਾ, ਤੇ ਫਿਰ ਤੁਸੀਂ ਭੁੱਲ ਜਾਓ ਕਿ ਤੁਹਾਨੂੰ ਕੋਈ ਸੱਚ ਦੱਸੂਗਾ, ਫਿਰ ਤੁਹਾਨੂੰ ਝੂਠ ਹੀ ਮਿਲਣਾ ਜੋ। ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ। ਹਾਂਜੀ, ਅੱਗੇ ਚੱਲੀਏ ਜੀ। ਸੱਚ ਬੀਜੇ ਸੱਚ ਉਗਵੇ ਦਰਗੇ ਪਾਈਏ ਥਾਂ। ਕਹਿੰਦੇ ਜੇ ਤੂੰ ਸੱਚ ਬੀਜੇਗਾ ਤੇ ਸੱਚ ਹੀ ਉਗੂਗਾ ਪਿਆਰਿਆ, ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਤੈਨੂੰ ਜਗ੍ਹਾ ਮਿਲ ਜੂਗੀ, ਤੇਰੀ ਇੱਜ਼ਤ ਹੋ ਜਾਏਗੀ। ਇੱਥੇ ਲੋਕ ਦੇ ਵਿੱਚ ਵੀ ਇੱਜ਼ਤ ਹੋ ਜਾਏਗੀ, ਪਰ ਲੋਕ ਦੇ ਵਿੱਚ ਵੀ ਇੱਜ਼ਤ ਹੋ ਜਾਏਗੀ। ਬਿਲਕੁਲ ਠੀਕ ਹੈ ਜੀ। ਸੱਚ ਬੀਜੀਏ ਤੇ ਸੱਚ ਹੀ ਉਗਣਾ ਜੀ। ਕਣਕ ਬੀਜੀ ਕਣਕ ਉਗੂ ਜੀ, ਝੋਨਾ ਬੀਜੇ ਤੇ ਝੋਨਾ ਉਗਣਾ। ਸੱਚ ਬੀਜ ਤੋਂ ਸੱਚ ਉਗੂਗਾ। ਇਮਾਨਦਾਰੀ ਬੀਜੋਗੇ ਤੇ ਘਰੇ ਇਮਾਨਦਾਰੀ ਆਊਗੀ। ਜੇ ਤੁਸੀਂ ਹੁਣ ਬੱਚਿਆਂ ਨੂੰ ਕਹਿੰਦੇ ਮੋਬਾਈਲ ਤੇ ਹੱਥ ਨਾ ਲਾਓ, ਆਪ ਸਾਰਾ ਦਿਨ ਮੋਬਾਈਲ ਚੁੱਕੀ ਫਿਰਦੇ ਜੋ, ਉਹ ਤੁਹਾਡੀ ਗੱਲ ਮੰਨਣਗੇ? ਤੁਸੀਂ ਬੱਚੇ ਨੂੰ ਕਹੋ 10 ਵਜੇ ਸੌਂ ਜਾਓ ਤੇ ਆਪ ਤੁਸੀਂ 2 ਵਜੇ ਤੱਕ ਟੀਵੀ ਚਾਲੂ ਕਰਕੇ ਬੈਠੇ ਜੇ, ਉਹ ਤੁਹਾਡੀ ਗੱਲ ਮੰਨਦੇ ਆ? ਨਹੀਂ ਮੰਨਣੀ ਉਹਨਾਂ ਨੇ ਤੁਹਾਡੀ ਗੱਲ। ਕਿਉਂ ਮੰਨਣ? ਜਿਹੜੀ ਚੀਜ਼ ਤੁਸੀਂ ਨਹੀਂ ਕਰ ਰਹੇ ਉਹ ਕਿੱਥੋਂ ਕਰਨਗੇ? ਤੋ ਕਿਸੇ ਨੂੰ ਕਹਿਣ ਤੋਂ ਪਹਿਲਾਂ ਸਾਨੂੰ ਆਪਣੇ ਗਿਰੇਬਾਨ 'ਚ ਵੇਖਣਾ ਚਾਹੀਦਾ ਹੈ। ਆਪਣੀ ਪੰਜਾਬੀ ਦੀ ਕਹਾਵਤ ਹੈਗੀ ਆ, ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ। ਦੂਜੇ ਨੂੰ ਤੁਸੀਂ ਕਹਿ ਰਹੇ ਜਿਹਨੂੰ, ਉਸ ਤੋਂ ਪਹਿਲਾਂ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ, ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ ਕੀ ਮੈਂ ਇਹ ਗੱਲ ਕਹਿਣ ਦੇ ਹੱਕਦਾਰ ਹੈਗਾ ਕਿ ਮੈਂ ਇਹ ਚੀਜ਼ ਖੁਦ ਤੇ ਨਹੀਂ ਕਰ ਰਿਹਾ, ਔਰ ਉਹ ਚੀਜ਼ ਸਾਡੇ 'ਚ ਹੋਊਗੀ, ਪੱਕੀ ਹੋਊਗੀ। ਠੀਕ ਹੈ ਨਿੱਜਰ ਸਾਹਿਬ? ਕਿਉਂਕਿ ਅਸੀਂ ਸਾਰੇ ਇਨਸਾਨ ਹੈ, ਮੋਸਟਲੀ ਉਗਣ ਸਾਡੇ ਸਾਰਿਆਂ ਦੇ ਸੇਮ ਹੀ ਆ। ਤੇ ਉਹ ਕਹਿੰਦੇ ਆ ਕਿ ਜਿੱਦਾਂ ਦਾ ਤੂੰ ਬੀਜੇਂਗਾ ਉਦਾਂ ਦਾ ਹੀ ਉਗਣਾ। ਤੇ ਸੱਚ ਬੀਜੇ ਸੱਚ ਉਗੇ ਦਰਗਾਹ ਪਾਈਏ। ਹਾਂ, ਜੇ ਤੂੰ ਸੱਚ ਬੀਜਦਾ, ਤੂੰ ਇਮਾਨਦਾਰੀ ਨਾਲ ਜੀਵਨ ਬਤੀਤ ਕੀਤਾ, ਸਭ ਤੋਂ ਪਹਿਲੀ ਗੱਲ ਤੇ ਸਾਨੂੰ ਆਪਣੇ ਆਪ ਦੇ ਨਾਲ ਇਮਾਨਦਾਰ ਹੋਣਾ ਪਵੇਗਾ। ਜਿਹੜਾ ਬੰਦਾ ਆਪਣੇ ਨਾਲ ਹੀ ਇਮਾਨਦਾਰ ਨਹੀਂ ਆ, ਉਹ ਦੂਜਿਆਂ ਦੇ ਨਾਲ ਕਿੱਥੋਂ ਇਮਾਨਦਾਰ ਹੋਊਗਾ? ਔਰ ਹਮੇਸ਼ਾ ਹੀ ਸਾਧ ਸੰਗਤ ਜੀ ਘਰੇ ਸੱਚ ਬੋਲਿਆ ਕਰੋ, ਝੂਠ ਨਾ ਬੋਲਿਆ ਕਰੋ, ਤਾਂ ਜੋ ਸੱਚ ਉੱਪਰ ਆਵੇ। ਤੇ ਜੋ ਸੱਚ ਉੱਪਰ ਆ ਗਿਆ ਨਾ, ਤੇ ਫਿਰ ਅੱਗੇ ਬਾਣੀ ਕਹਿੰਦੀ ਕੀ ਹੋਊਗਾ? ਦਰਗਾਹ ਪਾਈਏ ਥਾਂ। ਬਿਲਕੁਲ ਸੱਚ ਜਦੋਂ ਤੁਸੀਂ ਲੈਣ ਤਾਂ ਤੇ ਫਿਰ ਦਰਗਾਹ 'ਚ ਤੁਹਾਨੂੰ ਜਗ੍ਹਾ ਮਿਲੂਗੀ। ਬੜੀ ਵੱਡੀ ਗੱਲ ਹੈ। ਹੈਲੋ, 1 ਮਿੰਟ। ਨਿੱਜਰ ਸਾਹਿਬ ਅਗਲੀ ਤੁਕ ਬੋਲੋ ਤੁਸੀਂ। ਵੇਦ ਵਪਾਰੀ
ਗਿਆਨ ਰਾਸ ਕਰਮੀ ਪੱਲੇ ਹੋਏ। ਕਹਿੰਦੇ ਜਿਹੜਾ ਵੇਦ ਦਾ ਅਸਲੀ ਜਿਹੜਾ ਹੈਗਾ ਇਹ ਬ੍ਰਹਮ ਗਿਆਨ ਹੈਗਾ, ਉਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੇ ਵਪਾਰ ਕਰਨਾ, ਜਿਹੜਾ ਹੈਗਾ ਧਿਆਨ ਸਿਮਰਨ ਦੇ ਦੁਆਰਾ ਨਾਮ ਧਨ ਦੀ ਖੱਟੀ ਕਰਨੀ ਜਿਹੜੀ ਹੈਗੀ ਆ, ਇਹਨੂੰ ਕਹਿੰਦੇ ਗਿਆਨ ਰਾਸ। ਗਿਆਨ ਦੇ ਨਾਲ ਗਿਆਨ ਦੀ ਰਾਸ਼ੀ ਜਿਹੜੀ ਆਪਣਾ ਗਿਆਨ, ਜਿਹੜਾ ਆਪਣਾ ਐਕਸਪੀਰੀਅੰਸ, ਆਪਣਾ ਪ੍ਰੈਕਟੀਕਲ ਜਿਹੜਾ ਹੈਗਾ ਆਪਣੀ ਸੁਰਤ ਦੇ ਦੁਆਰਾ ਜਿਹੜੀ ਹੈਗੀ ਆਤਮਾ ਵੱਲ ਨੂੰ ਯਾਤਰਾ ਕਰਨੀ, ਤੇ ਫਿਰ ਆਪਣੇ ਜਿਹੜੇ ਹੈਗੇ ਉਹ ਪ੍ਰੈਕਟੀਕਲ ਜਿਹੜੇ ਹੈਗੇ ਉਹ ਧਨ ਜਿਹੜਾ ਹੈਗਾ ਕਹਿੰਦੇ ਕਰਮੀ ਪੱਲੇ ਹੋਏ। ਕਹਿੰਦੇ ਕਰਮਾਂ ਦੇ ਨਾਲ ਬੜੇ ਮਾਲਕ ਦੀ ਮਿਹਰ ਦੇ ਨਾਲ ਉਹ ਧਨ ਪੱਲੇ ਪੈਂਦਾ ਇਨਸਾਨ ਦੇ। ਨਾਨਕ ਰਾਸ਼ੀ ਬਾਹਰਾ ਲੱਦ ਨਾ ਚਲਿਆ ਕੋਈ। ਕਹਿੰਦੇ ਇਸ ਰਾਸ਼ੀ ਤੋਂ ਬਾਹਰਾ, ਇਸ ਧਿਆਨ ਸਿਮਰਨ ਨਾਮ ਧਨ ਦੀ ਖੱਟੀ ਤੋਂ ਬਗੈਰ ਕੋਈ ਵੀ ਇਨਸਾਨ ਇਸ ਸੰਸਾਰ ਦੇ ਵਿੱਚੋਂ ਨਫਾ ਕੱਟ ਕੇ ਨਹੀਂ ਚੱਲਿਆ, ਲੱਦ ਕੇ ਨਫਾ ਕੱਟ ਕੇ ਨਹੀਂ ਚੱਲਿਆ। ਹਾਂਜੀ ਗੁਰੂ ਜੀ। ਹਾਂਜੀ, ਮਤਲਬ ਕੀ ਨਿਜਰ ਸਾਹਿਬ ਫਿਰ ਥੋੜਾ ਸੌਖਾ ਕਰ ਦਿਓ ਮੈਨੂੰ। ਹਾਂਜੀ, ਵੇਦ ਵਪਾਰੀ ਗਿਆਨ ਰਾਸ਼। ਕਹਿੰਦੇ ਅਸਲੀ ਜਿਹੜਾ ਹੈਗਾ ਤੇ ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਅਸਲੀ ਦਾ ਗਿਆਨ ਕਹਿ ਕੀ ਰਿਹਾ ਆ, ਧਿਆਨ ਸਿਮਰਨ ਜਿਹੜਾ ਪਰਮਾਤਮਾ ਵੱਲ ਨੂੰ ਜਿਹੜਾ ਹੈਗਾ ਆਪਾਂ ਨੇ ਆਪਣੀ ਜਿਹੜੀ ਹੈ ਜਨਮ ਮਰਨ ਦਾ ਗੇੜੇ ਤੋਂ ਬਾਹਰ ਹੋਣਾ ਹੈ, ਤੇ ਆਪਾਂ ਨੂੰ ਜਿਹੜਾ ਹੈਗਾ ਸੁਰਤ ਦੇ ਨਾਲ ਆਤਮਾ ਵੱਲ ਨੂੰ ਗਤੀ ਕਰਨੀ ਪੈਣੀ ਆ। ਉਹ ਵਪਾਰ ਧਿਆਨ ਸਿਮਰਨ, ਇਹ ਗਿਆਨ ਦੀ ਰਾਸ਼ੀ, ਇਹ ਹੈਗੀ ਭਾਈ ਗਿਆਨ ਦੀ ਰਾਸ ਜਿਹੜੀ ਹੈ, ਜਿਹੜਾ ਨਾਮ ਧਨ ਇਕੱਠਾ ਕਰਨਾ ਆ, ਇਹਦੇ ਨਾਲ ਮਿਲਣਾ ਹੈ। ਪਰ ਇਹ ਕਰਮੀ ਪੱਲੇ ਹੋਏ, ਕਰਮਾਂ ਦੇ ਨਾਲ ਮਿਲਦੀ ਹੈ ਭਾਈ। ਬਹੁਤ ਮਾਲਕ ਦੀ ਬਖਸ਼ਿਸ਼ ਹੋਏ, ਆਪਾਂ ਪਾਤਰ ਬਣੀਏ ਮਾਲਕ ਪਰਮਾਤਮਾ ਦੀ, ਵੀ ਆਪਣੇ ਉੱਤੇ ਕਰਮ ਹੋ ਜਾਣ, ਉਹਦੀ ਰਹਿਮਤ ਹੋ ਜਾਏ ਮਾਲਕ ਪਰਮਾਤਮਾ ਦੀ। ਤੇ ਮਹਾਰਾਜ ਕਹਿੰਦੇ ਜੇ ਜਦ ਤੱਕ ਕੋਈ ਵੀ ਇਨਸਾਨ ਜਿਹੜਾ ਹੈਗਾ ਉਹਦੇ ਕੋਲੇ ਨਾਮ ਧਨ ਨਹੀਂ ਹੈਗਾ, ਉਹਨੇ ਜਿਹੜਾ ਹੈਗਾ ਆਪਣੇ ਜਿਹੜਾ ਨਾਮ ਪਦਾਰਥ ਨਹੀਂ ਪਾਇਆ, ਪ੍ਰਾਣ ਊਰਜਾ ਦੇ ਨਾਲ ਇਹ ਜਿਹੜੀ ਹੈਗੀ ਆਪਣੀ ਸੁਰਤ ਦੀ ਯਾਤਰਾ ਨਹੀਂ ਕੀਤੀ, ਕਹਿੰਦੇ ਆ ਨਾਨਕ ਰਾਸ਼ੀ ਬਾਹਰਾ ਲੱਦ ਨਾ ਚੱਲਿਆ ਕੋਈ ਵੀ ਇਨਸਾਨ ਲਾਭ ਨਹੀਂ ਲੈ ਕੇ ਜਾ ਸਕਦਾ ਇੱਥੋਂ। ਸੰਸਾਰ ਦੇ ਵਿੱਚ ਆ ਕੇ ਜਨਮ ਜਿਹੜਾ ਹੈਗਾ ਜੂਏ 'ਚ ਹੀ ਗਵਾ ਕੇ ਜਾਊਗਾ, ਔਰ ਜਿਹੜਾ ਹੈਗਾ ਉਹ ਖੱਟੀ ਨਹੀਂ ਕਰ ਸਕੇਗਾ, ਆਪਣਾ ਜਿਹੜਾ ਜਨਮ ਨੂੰ ਸਫਲ ਨਹੀਂ ਕਰ ਸਕੇਗਾ। ਹਾਂਜੀ ਗੋਗੀ। ਹਾਂਜੀ ਬਿਲਕੁਲ ਠੀਕ ਹੈ। ਨਿਜਰ ਸਾਹਿਬ ਇੱਕ ਤੁਕ ਬੋਲ ਦੋ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੇਖ ਲੋ ਬਾਣੀ ਕੀ ਕਹਿ ਰਹੀ ਹੈ, ਕਹਿੰਦੇ ਅਵਰ ਕਾਜ A to Z। ਬਿਲਕੁਲ, 1 2 ਨਹੀਂ 4 ਨਹੀਂ 5 ਨਹੀਂ, ਕਹਿੰਦਾ ਅਵਰ। ਬਿਲਕੁਲ, ਇੱਕ ਕੰਮ ਨੂੰ ਛੱਡ ਕੇ ਬਾਕੀ ਤੇਰੇ ਸਾਰੇ ਕੰਮ ਕਿਸੇ ਕੰਮ ਦੇ ਨਹੀਂ। ਤੁਸੀਂ ਕੀ ਸੋਚਦੇ, ਉਹਨਾਂ ਨੂੰ ਪਤਾ ਹੈ ਕਿ ਰੋਟੀ ਪਾਣੀ ਦਾ ਫਿਕਰ ਕਰਨਾ, ਉਹ ਕਹਿੰਦੇ ਸਾਰੇ ਕੰਮ ਸਾਈਡ ਤੇ ਕਰ ਦੇ। ਤੇਰਾ ਕੰਮ ਹੈਗਾ ਧਿਆਨ ਸਿਮਰਨ ਕਰਨਾ। ਕਿਉਂਕਿ ਤੈਨੂੰ ਗਿਆਨ ਹੀ ਨਹੀਂ ਹੈਗਾ ਤੇ ਤੂੰ ਅੰਨੇ ਵਾ ਗੱਡੀ ਚਲਾਈ ਜਾਣੀ ਆ, ਫਿਰ ਪਤਾ ਨਹੀਂ ਤੂੰ ਕੀ ਕੁਝ ਇਕੱਠਾ ਕਰ ਲੈਣਾ। ਪਹਿਲਾਂ ਧਿਆਨ ਸਿਮਰਨ ਕਰ ਤੇ ਗੁਰਮੁਖਾਂ ਦੀ ਸੰਗਤ ਜਾ ਕੇ ਨਾਮ ਅਭਿਆਸ ਕਰ, ਤੇ ਜਦੋਂ ਤੈਨੂੰ ਗਿਆਨ ਹੋ ਜੂ ਫਿਰ ਜੋ ਮਰਜ਼ੀ ਕਰ ਲੈ। ਕੀ ਖਿਆਲ ਨਿਜਰ ਸਾਹਿਬ? ਹਾਂਜੀ ਗੋਰਖੀ ਸਾਹਿਬ, ਇੱਕ ਚੀਜ਼ ਦੇਖੋ ਇਹਦੇ ਵਿੱਚ ਨਾ, ਤੁਸੀਂ ਦੇਖੋ ਬਈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੋ ਵਾਰੀ ਤਕੀਦ ਕਰ ਰਹੇ ਆ ਮਹਾਰਾਜ। ਪਹਿਲੀ ਵਾਰੀ ਕਹਿ ਰਹੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਕਹਿੰਦੇ ਹੋਰ ਕੋਈ ਕੰਮ ਤੇਰੇ ਕਿਸੇ ਲੇਖੇ 'ਚ ਨਹੀਂ ਹੈ। ਤੇ ਦੂਸਰੀ ਵਾਰੀ ਫਿਰ ਕਹਿ ਰਹੇ ਆ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਜਿਹੜਾ ਹੈਗਾ, ਭਜਨ ਜਿਹੜਾ ਹੈਗਾ, ਇਹ ਧਿਆਨ ਸਿਮਰਨ ਜਿਹੜਾ ਹੈਗਾ, ਇਹੀ ਜਿਹੜਾ ਹੈਗਾ ਕਾਜ ਹੈਗਾ ਬਸ। ਹੋਰ ਕੋਈ ਜਿਹੜਾ ਹੈਗਾ ਦੁਬਾਰਾ ਸੇਮ ਚੀਜ਼ ਕਹਿ ਰਹੇ ਮਹਾਰਾਜ। ਦੋਨੋਂ ਦੇ ਇੱਕ ਲਾਈਨ ਦੇ ਵਿੱਚ 2 ਵਾਰੀ ਇੱਕੋ ਗੱਲ ਨੂੰ ਕਹਿ ਰਹੇ ਆ ਮਹਾਰਾਜ। ਦੇਖ ਲਓ ਇੰਨੀ ਇੰਪੋਰਟੈਂਟ ਚੀਜ਼ ਹੈਗੀ, ਕੇਵਲ ਲਗਾਇਆ ਇਹਦੇ ਵਿੱਚ। ਹਾਂ, ਤੇ ਵੇਖ ਲਓ ਇੱਥੇ ਬਾਣੀ ਉਹ ਸਮਝਾ ਰਹੀ, ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਈ। ਕਿ ਤੂੰ ਬਾਹਰੀ ਸੰਸਾਰ ਦਾ ਪੈਸਾ ਇਕੱਠਾ ਕਰ ਲੇਗਾ ਤੇ ਇਹ ਤੇਰੇ ਨਾਲ ਤੇ ਨਹੀਂ ਜਾਣੀ। ਹਨਾ ਨਿਜਰ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ, ਤੇ ਉਹ ਤੇ ਕਹਿੰਦੇ ਕਿ ਨਾਮ ਰੂਪੀ ਰਾਸ਼ੀ ਤੇਰੇ ਨਾਲ ਚਾਹੀਦੀ ਆ। ਤੇ ਉਹ ਦੇਖੋ ਇਹ ਸਾਧ ਸੰਗਤ ਜੀ ਇੱਕ ਚੀਜ਼ ਨੂੰ ਨੋਟਿਸ ਕਰਿਓ। ਪਹਿਲੀ ਗੱਲ ਤੇ ਤੁਸੀਂ ਸਾਰੇ ਕਰਮਾਂ ਵਾਲੇ ਜੋ, ਮੇਰੇ ਹਿਸਾਬ ਨਾਲ ਬਹੁਤ ਕਰਮਾਂ ਵਾਲੇ ਜੋ। ਦੇਖੋ ਸੰਸਾਰ ਤੋਂ ਨਾ ਕੁਛ ਲੈ ਕੇ ਜਾਓਗੇ। ਆ ਜਿਹੜਾ ਤੁਸੀਂ 1 ਘੰਟਾ 1.5 ਘੰਟਾ ਲਾਉਂਦੇ ਜੋ ਨਾ, ਇੱਕ ਸਮਾਂ ਆਊਗਾ ਤੁਸੀਂ ਸਾਰੀ ਜ਼ਿੰਦਗੀ ਜੋ ਵੀ ਕੀਤਾ ਉਹਨੂੰ ਇੱਕ ਸਾਈਡ ਤੇ ਪਾ ਕੇ ਵੇਖ ਲਿਓ। ਆਹ ਜਿਹੜੀ ਸੰਗਤ ਕੀਤੀ ਆ ਇਹਨੂੰ ਸਾਈਡ ਤੇ ਪਾ ਕੇ ਵੇਖ ਲਓ, ਤੁਹਾਨੂੰ ਪਤਾ ਲੱਗ ਜੂਗਾ ਕਿੰਨੀ ਮਹਿੰਗੀ ਚੀਜ਼ ਤੁਹਾਡੇ ਨਾਲ ਜਾ ਰਹੀ। ਜਾਣਾ ਤੇ ਸਾਰੇ ਨਹੀਂ, ਇਹ ਨਹੀਂ ਮੈਂ ਕਹਿੰਦਾ ਤੁਸੀਂ ਰਹੋਗੇ ਜੇ
ਜਾਂ ਮੈਂ ਚੱਲ ਜਾਵਾਂਗਾ ਜਾਂ ਮੈਂ ਚੱਲ ਜਾਵਾਂਗਾ ਤੁਸੀਂ ਰਹੋਗੇ। ਇੱਥੇ ਇਹ ਗੱਲ ਨਹੀਂ ਆ। ਪਰ ਜਿੱਦਣ ਸੰਸਾਰ ਤੋਂ ਜਾਓਗੇ ਨਾ, ਤੁਹਾਡੀ ਹਿੱਕ ਚੌੜੀ ਹੋਊਗੀ, ਤੁਸੀਂ ਡਰੇ ਨਹੀਂ ਹੋਗੇ। ਜਿੱਦਾਂ ਲੋਕ ਵੇਖੋ ਨਾ, ਕਿਸੇ ਦੀ ਪੋਟੀ ਨਿਕਲ ਜਾਂਦੀ, ਕਿਸੇ ਦਾ ਪਿਸ਼ਾਬ ਨਿਕਲ ਜਾਂਦਾ ਨਹਾਉਣ ਲੱਗਿਆ, ਮਤਲਬ ਜਦੋਂ ਸਰੀਰ ਚੋਂ ਪ੍ਰਾਣ ਨਿਕਲਦੇ ਆ। ਤੇ ਪਰ ਤੁਸੀਂ ਜਦੋਂ ਸੰਸਾਰ ਤੇ ਜਾਓਗੇ ਨਾ, ਤੁਹਾਡੇ ਚਿਹਰੇ ਤੇ ਚਮਕ ਆਊਗੀ ਕਿ ਵਾਹ, ਮੈਂ ਚੱਲਿਆ ਵਾਂ ਪਰ ਮੈਂ ਖਾਲੀ ਨਹੀਂ ਹੈਗਾ, ਮੇਰੇ ਕੋਲ ਕੁਝ ਹੈਗਾ ਵਾ। ਮੈਂ ਔਰ ਇਹ ਨਹੀਂ ਮੈਂ ਕਿਤਾਬਾਂ 'ਚ ਨਹੀਂ ਪੜ੍ਹਿਆ, ਮੇਰਾ ਆਪਣਾ ਗਿਆਨ, ਮੇਰਾ ਪਰਸਨਲ, ਔਰ ਮੈਂ ਆਪਣੇ ਅੰਦਰੋਂ ਉਹਨੂੰ ਪੈਦਾ ਕੀਤਾ ਹੈ, ਮੇਰੇ ਅੰਦਰੋਂ ਨਿਕਲੀ ਹੋਈ ਚੀਜ਼ ਮੇਰੇ ਨਾਲ ਆ। ਤੇ ਉਹ ਵੇਖੋ ਤੁਹਾਡੇ ਚਿਹਰੇ ਤੇ ਹੁਣ ਵੀ ਤੁਸੀਂ ਵੇਖੋ ਕਿ ਤੁਹਾਨੂੰ ਮੌਤ ਦਾ ਖੌਫ ਨਹੀਂ। ਹਾਂ, ਕਿਸੇ ਨੂੰ ਖੌਫ ਹੈਗਾ, ਡਰਦਾ ਪਿਆ ਵਾ, ਉਹ ਗੱਲ ਵੱਖਰੀ, ਉਹਦਾ ਧਿਆਨ ਸੇ ਉਹਨੂੰ ਪਤਾ ਨਹੀਂ ਕਿੱਦਾਂ ਚੱਲਣ ਦਿਆ। ਬਾਕੀ ਜਿਹੜਾ ਬੰਦਾ 5-6 ਮਹੀਨੇ ਸਾਧਨਾ ਕਰਦਾ, ਉਹਨੂੰ ਮੌਤ ਦੀ ਕੋਈ ਡਰ ਨਹੀਂ ਹੁੰਦਾ। ਹਾਂਜੀ ਨਿੱਜੋ ਸਾਹਿਬ। ਹੁੰਦਾ ਜੀ ਗੋਰਖੀ ਸਾਹਿਬ, ਬਿਲਕੁਲ ਪ੍ਰੈਕਟੀਕਲ ਹੈ ਬਈ, ਬਿਲਕੁਲ ਨਹੀਂ ਹੁੰਦਾ, ਮੌਤ ਦਾ ਡਰ ਨਹੀਂ ਹੁੰਦਾ। ਫਿਰ ਉਹ ਤਾਂ ਕਹਿੰਦਾ ਕੁਸ਼ਾਰਾ ਪਰ ਪਰਨਾ ਜਿਹੜਾ ਮੋਢੇ ਤੇ ਹੈਗਾ, ਜਦ ਮਰਜੀ ਚੱਲ ਪਏ ਨੇ ਆਪਾਂ, ਤਾਂ ਕੁਛ ਚੱਕਣਾ ਹੀ ਨਹੀਂ ਨਾਲ, ਬਸ ਤੁਰ ਪਏ। ਜਿਵੇਂ ਕਹਿੰਦੇ ਆ ਵੀ ਉਹ ਕਹਿੰਦੇ ਆਵਾਜ਼ ਪਈ, ਉਹ ਕਹਿੰਦੇ ਕੱਲੇ ਉੱਠੇ, ਹਾਂ ਕੱਲੇ ਆਵੇ ਨਾ ਸੱਦੇ ਤੇ, ਹਾਂ ਸੱਦੇ ਤੇ ਉੱਠ ਜਾਏ। ਕਹਿੰਦੇ ਪ੍ਰਮਾਤਮਾ ਦੀ ਹੁਕਮ ਨਾਲ ਆਉਂਦੇ ਨੇ, ਤੇ ਉਹ ਕਹਿੰਦੇ ਕਿ ਜਦੋਂ ਕਹਿੰਦੇ ਵੀ ਤਿਆਰ ਵੀ ਰੈਡੀ ਹੋ ਜਾਓ, ਕਹਿੰਦੇ ਬੈਗਰੀ ਰੈਡੀ ਹੈ ਜੀ ਬਾਬਾ ਜੀ, ਚਲੋ ਚੱਲੀਏ। ਤੇ ਜਦੋਂ ਇਹ ਮਤਲਬ ਤੇ ਇਮਤਿਹਾਨ ਦੀ ਘੜੀ ਤੇ ਮੌਤ ਦੀ ਘੜੀ ਹੈ। ਮੈਂ ਤੁਹਾਨੂੰ ਦੱਸਾਂ ਸਹੀ ਗੱਲ, ਉਹੀ ਹੈ ਤੁਹਾਡੀ ਇਮਤਿਹਾਨ ਦੀ ਘੜੀ, ਕਿ ਉੱਥੇ ਤੇ ਯੂ ਟਰਨ ਵੱਜਣਾ। ਜਦੋਂ ਬਾਰ-ਬਾਰ ਸਮਾਧੀ 'ਚ ਜਾ ਕੇ ਆਪਾਂ ਉਸ ਚੀਜ਼ ਦੀ ਪ੍ਰੈਕਟਿਸ ਕਰਦੇ ਹਾਂ, ਔਰ ਆਪਣੇ ਆਪ ਨੂੰ ਜਿਉਂਦੇ ਜੀ ਹੀ ਪੱਕੇ ਨਾਰੀਅਲ ਦੀ ਗਿਰੀ ਵਾਂਗੂ ਅਲੱਗ ਕਰ ਲੈਂਦੇ ਹਾਂ ਸੰਸਾਰ ਤੋਂ। ਸਮਾਧੀ ਕੀ ਹੈ? ਸਮਾਧੀ ਕੁਛ ਵੀ ਨਹੀਂ ਹੈ, ਭੱਠੀ ਹੈ, ਇੱਕ ਐਸੀ ਭੱਠੀ ਸਮਾਧੀ ਦਾ ਮਤਲਬ ਸਮਾਧੀ ਲੀਨ ਹੋ ਜਾਣਾ। ਜਿੱਦਾਂ ਕਿ ਬੰਦਾ ਨਹੀਂ ਮਰ ਜਾਏ, ਕਹਿੰਦੇ ਦੀ ਸਮਾਧੀ ਬਣਾ ਦਿਓ, ਜਿਉਂਦੇ ਜੀ ਸਮਾਧੀ 'ਚ ਜਾਣਾ। ਬਿਲਕੁਲ ਵਿਚਾਰ ਉਸ ਕਿਰਿਆ ਨੂੰ, ਆਪਣੀ ਕਿਰਿਆ ਨੂੰ ਰੋਕਣਾ, ਆਪਣੇ ਅੰਦਰ ਜੋ ਸਿਸਟਮ ਚੱਲ ਰਿਹਾ ਉਹਨੂੰ ਸਟਾਪ ਕਰਨਾ, ਬਾਰ-ਬਾਰ ਸਟਾਪ ਕਰਨਾ, ਔਰ ਕਰੀ ਜਾਣਾ। ਇੱਕ ਸਮਾਂ ਆਊਗਾ ਤੁਸੀਂ ਬਾਰ-ਬਾਰ ਮੌਤ 'ਚ ਤੇ ਪ੍ਰਵੇਸ਼ ਕਰ ਰਹੇ ਜੋ, ਤੁਸੀਂ ਕਿੱਥੇ ਜਾ ਰਹੇ ਹੋ? ਸੁਖਮ 'ਚ ਪ੍ਰਵੇਸ਼ ਕਰਦੇ, ਸੁਖਮ ਜਗਤ, ਜਿੱਥੇ ਮਨ ਨਹੀਂ ਹੈ, ਚਿੱਤ ਨਹੀਂ ਹੈ, ਹੰਕਾਰ ਨਹੀਂ ਹੈ, ਕਾਮ ਕ੍ਰੋਧ ਲੋਭ ਮੋਹ ਨਹੀਂ ਹੈ, ਸਰੀਰ ਨਹੀਂ ਹੈ, ਬ੍ਰਹਮ ਨਹੀਂ ਹੈ, ਸੰਸਾਰ ਨਹੀਂ ਹੈ, ਕੋਈ ਵੀ ਨਹੀਂ ਹੈਗਾ, ਤੁਸੀਂ ਵੀ ਨਹੀਂ ਹੈਗੇ। ਬਾਰ-ਬਾਰ ਉਸੇ ਜਗ੍ਹਾ 'ਚ ਜਾਣਾ, ਬਾਰ-ਬਾਰ ਜਾਣਾ, ਉੱਥੇ ਅੰਦਰ ਜਾ ਕੇ ਖਲੋ ਜਾਣਾ। ਔਰ ਇੱਕ ਸਮਾਂ ਆਊਗਾ ਨਾਰੀਅਲ ਦਾ ਬਾਹਰ ਦਾ ਛਿਲਕਾ ਟੁੱਟ ਵੀ ਜਾਊਗਾ ਤੇ ਅੰਦਰ ਦੀ ਗਿਰੀ ਨੂੰ ਕੁਛ ਨਹੀਂ ਹੋਣਾ, ਕਿਉਂਕਿ ਜਿੰਦੇ ਜੀ ਟੁੱਟ ਗਈ, ਉਹ ਤੋਂ ਅਲੱਗ ਹੋ ਗਈ ਹੈ, ਉਹਦੇ ਨਾਲ ਜੁੜੀ ਨਹੀਂ ਹੋਈ, ਕੱਚਾ ਨਾਰੀਅਲ ਨਹੀਂ ਰਹਿ ਗਿਆ। ਹਾਂਜੀ ਨਿਜਲ ਸਾਹਿਬ। ਮੈਂ ਕਿਹਾ ਨਾਰੀਅਲ ਦਾ ਛਿਲਕਾ ਦੱਸਦੀ ਹੈ, ਨਾਰੀਅਲ ਦਾ ਛਿਲਕਾ ਜਿਹੜਾ ਸਰੀਰ ਹੈਗਾ ਆਪਣਾ, ਇਹ ਬਾਡੀ ਦੀ ਗੱਲ ਕਰ ਰਹੇ। ਹਾਂ, ਨਾਰੀਅਲ ਦਾ ਆਪਣਾ ਜਿਹੜਾ ਸਰੀਰ ਹੈਗਾ ਵਾ, ਇਹਦੇ ਬਾਰੇ ਆਪਾਂ ਨੂੰ ਇਹ ਸਮਝਾਇਆ ਗਿਆ। ਇਹ ਸਰੀਰ ਤੋਂ ਦੇਖੋ, ਆਪ ਜੀ ਨੇ 7 ਮਹੀਨੇ ਵੀ ਸਾਧਨਾ ਕਰ ਲਈ ਨਾ, ਇਹ ਸੰਸਾਰ ਜਿਹੜਾ ਨਾ ਤੁਹਾਡੇ ਚਿੱਤ ਚੋਂ ਨਸ਼ਟ ਹੋ ਜਾਣਾ, ਕੁਝ ਵੀ ਨਹੀਂ ਰਹਿ ਜਾਣਾ। ਤੁਸੀਂ ਦਫ਼ਤਰ ਜਾਓਗੇ, ਇਕੱਲਾ ਦਫ਼ਤਰ ਹੀ ਆ, ਤੁਸੀਂ ਘਰੇ ਆ ਗਏ ਤੇ ਇਕੱਲਾ ਘਰ ਹੀ ਆ, ਤੁਸੀਂ ਗਰਾਊਂਡ 'ਚ ਖੇਡਣ ਗਏ, ਇਕੱਲੀ ਗਰਾਊਂਡ ਹੀ ਆ। ਤੁਹਾਡੇ ਚਿੱਤ ਦੇ ਵਿੱਚ ਨਾ ਤੁਹਾਡਾ ਪਰਿਵਾਰ, ਨਾ ਤੁਹਾਡਾ ਅਗਲਾ ਪਿਛਲਾ, ਕੁਛ ਵੀ ਨਹੀਂ ਹੈਗਾ। ਜਸਟ ਸੋਚੋ ਕਿ ਤੁਹਾਡੀ ਅਵਸਥਾ ਕਿੱਦਾਂ ਦੀ ਬਣਨੀ ਹੈ ਆਉਣ ਵਾਲੇ ਸਮੇਂ 'ਚ। ਕਈਆਂ ਦੀ ਬਣ ਗਈ ਨਹੀਂ ਮੇਰੇ ਹਿਸਾਬ ਨਾਲ। ਜੇ ਤੁਸੀਂ ਰੋਟੀ ਪਕਾਓਗੇ ਤੇ ਇਕੱਲੀ ਰੋਟੀ ਹੀ ਬਣਾਓਗੇ, ਜੇ ਤੁਸੀਂ ਰੋਟੀ ਖਾਓਗੇ ਤੇ ਇਕੱਲੀ ਰੋਟੀ ਹੀ ਖਾਓਗੇ, ਜੇ ਤੁਸੀਂ ਨਹਾ ਰਹੇ ਜੋ ਇਕੱਲਾ ਨਹਾਉਣਾ ਹੀ ਆ ਤੁਸੀਂ, ਜੇ ਤੁਸੀਂ ਕਾਰ ਚਲਾਉਣੀ ਤੇ ਇਕੱਲੀ ਕਾਰ ਹੀ ਚਲਾਉਣੀ ਆ। ਬ੍ਰੇਕ ਵੱਜ ਗਈ ਅੰਦਰ, ਅਗਰ 2 ਨਹੀਂ ਹੈਗੇ, ਹੁਣ ਇੱਕ ਸਿੰਗਲ ਪੁਆਇੰਟ ਬਣ ਗਿਆ, ਕਿਉਂਕਿ ਸੁਰਤੀ ਜਿਹੜੀ ਵਾਪਸ ਆਤਮਾ 'ਚ ਆ ਗਈ। ਆਤਮਾ 'ਚ ਉੱਥੇ ਤੇ ਦੋਹਰਾ ਭਾਵ ਤੇ ਹੈ ਹੀ ਨਹੀਂ। ਹਾਂਜੀ ਨਿਜਲ ਸਾਹਿਬ, ਅੱਗੇ ਚੱਲੀਏ। ਅੱਗੇ ਜਿਹੜਾ ਹੁਣ ਇਹ ਦੇਖੋ 2 ਸ਼ਲੋਕ, ਇੱਕ ਦੂਸਰੀ ਪਾਤਸ਼ਾਹੀ ਦਾ ਸ਼ਲੋਕ ਲਿਆ ਸੀਗਾ ਆਪਾਂ ਨੇ, ਪੂਰਾ ਦੱਸਿਆ ਹੈ ਮਹਾਰਾਜ ਨੇ ਵੀ ਅਸਲੀ ਧਿਆਨ ਸਿਮਰਨ ਹੈਗਾ ਭਾਈ, ਬ੍ਰਹਮ ਗਿਆਨ ਲੈ ਕੇ ਧਿਆਨ ਸਿਮਰਨ ਕਰਨਾ ਹੈ, ਆਪਣੇ ਅੰਦਰ ਦੀ ਯਾਤਰਾ ਕਰਨੀ ਹੈ। ਤੇ ਪਹਿਲੀ ਪਾਤਸ਼ਾਹੀ ਨੇ ਹੁਣ ਜਿਹੜਾ ਹੈਗਾ ਆਹ ਸ਼ਲੋਕ ਪਹਿਲੀ ਪਾਤਸ਼ਾਹੀ ਨੇ ਦਿੱਤਾ। ਹੁਣ ਚੌਥੀ ਪਾਤਸ਼ਾਹੀ ਜਿਹੜੀ ਹੈਗੀ ਆ, ਉਹਨਾਂ ਦਾ ਜਿਹੜੀ ਪੌੜੀ ਸੀਗੀ, ਉਹ ਪੌੜੀ ਦੇ ਉੱਤੇ ਚੜ੍ਹਨਾ ਕਿਵੇਂ ਹੈ, ਪੌੜੀ ਕਿਵੇਂ ਆਪਾਂ ਨੇ ਜਿਹੜੀ ਹੈਗੀ, ਉਹ ਪੌੜੀ ਕੀ ਕਹਿੰਦੀ ਹੈ ਆਪਾਂ ਨੂੰ, ਜਿਹਦੇ ਵਾਸਤੇ ਆਹ 2 ਸ਼ਲੋਕ ਲੱਗੇ ਹੋਏ ਸੀਗੇ। ਹੁਣ ਉਹ ਪੌੜੀ ਲਈ ਆ ਆਪਾਂ। ਕਹਿੰਦੇ ਭਾਈ ਦੇਖ, ਹੁਣ ਧਿਆਨ ਸਿਮਰਨ ਕਰਨਾ ਹੈ ਨਾ, ਤੂੰ ਜਿਹੜਾ ਹੈਗਾ ਜਦ ਤੱਕ ਤੂੰ ਆਪਣੇ ਮਨ ਦੇ ਨਾਲ, ਜੇ ਤੂੰ ਆਪਣੀ ਮਨਮਤ ਯੂਜ਼ ਕਰ ਰਿਹਾ ਆ, ਮਨ ਦੇ ਪਿੱਛੇ ਚੱਲ ਰਿਹਾ, 2 ਸਿਸਟਮ ਹੈਗੇ, ਇੱਕ ਗੁਰਮੁਖ ਸਿਸਟਮ ਹੈਗਾ, ਇੱਕ ਮਨਮੁਖ ਸਿਸਟਮ ਹੈਗਾ। ਇੱਕ ਹੈਗਾ ਵੀ ਬ੍ਰਹਮ ਗਿਆਨ ਦੇ ਅਨੁਸਾਰ ਚੱਲ ਪਾ, ਜੋ ਬ੍ਰਹਮ ਗਿਆਨ ਕਹਿ ਰਿਹਾ, ਇੱਕ ਹੈਗਾ ਵੀ ਆਪਣੇ ਮਨ ਦੇ ਨਾਲ
ਬ੍ਰਹਮ ਗਿਆਨ ਨੂੰ ਵੀ ਡਾਇਲੂਟ ਕਰ ਦੋ, ਬ੍ਰਹਮ ਗਿਆਨ ਨੂੰ ਵੀ ਬਿਲਕੁਲ ਜਿਹੜਾ ਹੈਗਾ ਉਹਦਾ ਤੱਤ ਵਸਤੂ ਜਿਹੜੀ ਹੈਗੀ ਉਹ ਖਤਮ ਕਰ ਦੋ ਬ੍ਰਹਮ ਗਿਆਨ ਦੀ। ਬਸ ਵੀ ਇਹਦਾ ਤਾਂ ਪਾਠ ਹੀ ਕਰਨਾ ਹੈ, ਅਸੀਂ ਇਹਦੇ ਹਿਸਾਬ ਦੇ ਨਾਲ ਕਰਮ ਕਾਂਡ ਕਰਨੇ ਆ, ਬਸ ਉੱਥੇ ਤੱਕ ਹੀ ਸੀਮਤ ਆ, ਧਿਆਨ ਸਿਮਰਨ ਕਰਨਾ ਹੀ ਨਹੀਂ। ਕਹਿੰਦੇ ਫਿਰ ਜੇ ਤੂੰ ਇਸ ਤਰ੍ਹਾਂ ਕਰੇਗਾ ਪਿਆਰਿਆ ਤੇ ਫਿਰ ਤੇਰੀ ਯਾਤਰਾ ਨਹੀਂ ਹੋ ਸਕਦੀ। ਭਾਵੇਂ ਜਿੰਨਾ ਮਰਜੀ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਨਾ, ਜਿੰਨਾ ਮਰਜੀ ਰੱਬ ਦੇ ਰਸਤੇ ਤੇ ਤੁਰ ਲਾ ਆਪਣੇ ਮਨ ਦੇ ਨਾਲ ਜਿੰਨਾ ਮਰਜੀ ਜਿਹੜਾ ਹੈਗਾ। ਤੇ ਇਹਦੀ ਗੱਲ ਕਰ ਰਹੇ ਆ ਭਾਈ ਪੌੜੀ, ਨਿੰਮ ਬਿਰਖ ਬਹੁਤ ਸੰਚੀਏ ਅੰਮ੍ਰਿਤ ਰਸ ਪਾਇਆ। ਕਹਿੰਦੇ ਨਿੰਮ ਦਾ ਬੂਟਾ ਹੈਗਾ, ਉਹਨੂੰ ਜਿੰਨਾ ਮਰਜੀ ਅੰਮ੍ਰਿਤ ਪਾ ਦੋ, ਜਿੰਨਾ ਮਰਜੀ ਅੰਮ੍ਰਿਤ ਉਹਦੇ ਵਿੱਚ ਪਾ ਦੋ। ਪਹਿਲਾ ਐਗਜ਼ਾਮਪਲ, ਨਿੰਮ ਬਿਰਖ ਬਹੁਤ ਸੰਚੀਏ ਅੰਮ੍ਰਿਤ ਰਸ ਪਾਇਆ, ਬਿਸਿਅਰ ਮੰਤਰ ਵਿਸਾਹੀਏ ਬਹੁਤ ਦੁੱਧ ਪਿਆਇਆ। ਸੱਪ ਨੂੰ ਜਿੰਨੇ ਮਰਜੀ ਮੰਤਰਾਂ ਦੇ ਨਾਲ ਵਸ ਕਰਨ ਦੀ ਕੋਸ਼ਿਸ਼ ਕਰ ਲਓ ਤੇ ਦੁੱਧ ਵੀ ਪਿਲਾ ਦੋ ਉਹਨੂੰ, ਹਨੀਅਰ ਨੂੰ। ਮਨਮੁਖ ਅਪਿੰਨ ਨਾ ਭਿੱਜਈ ਪੱਥਰ ਨਵਾਇਆ। ਕਹਿੰਦੇ ਨਹੀਂ, ਮਨਮੁਖ ਬੰਦੇ ਨੇ ਨਹੀਂ ਭਿੱਜਣਾ ਪਾਏ, ਨਹੀਂ ਭਿੱਜਣਾ, ਉਹਨੇ ਲੈਣਾ ਹੀ ਨਹੀਂ। ਜਿਹੜੇ ਇਨਸਾਨ ਆਲਰੇਡੀ ਜਿਹੜਾ ਭਰਿਆ ਪਿਆ ਆ ਆਪਣੀ ਮੱਤ ਦੇ ਨਾਲ, ਉਹਨੇ ਤੁਹਾਡੀ ਜਿਹੜੀ ਹੈਗੀ, ਤੁਹਾਡਾ ਜਿਹੜਾ ਅੰਮ੍ਰਿਤ ਕਿਵੇਂ ਲੈ ਲੈਣਾ? ਉਹਨੇ ਤੁਹਾਡਾ ਬ੍ਰਹਮ ਗਿਆਨ ਕਿਸ ਤਰੀਕੇ ਦੇ ਨਾਲ ਲੈ ਲੈਣਾ ਹੈ? ਜਿਹੜਾ ਭਾਂਡਾ ਆਲਰੇਡੀ ਭਰਿਆ ਪਿਆ ਆ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕੋਈ ਚੀਜ਼ ਬਾਹਰਲੀ ਹੋਰ ਲੈ ਸਕਦਾ ਹੈ? ਮਨਮੁਖ ਅਪਿੰਨ, ਕਹਿੰਦੇ ਅਪਿੱਜਿਆ ਨਾ ਭਿੱਜਈ, ਉਹਨੇ ਨਹੀਂ ਭਿੱਜਣਾ। ਜਿਵੇਂ ਪੱਥਰ ਨੂੰ ਨਵਾਲ ਦੋ, ਪੱਥਰ ਦੇ ਉੱਤੇ ਪਾ ਦੋ ਪਾਣੀ, ਭਾਵੇਂ ਜਿਹੜਾ ਹੈਗਾ ਸਦੀਆਂ ਪਾਈ ਜਾਓ ਪੱਥਰ ਦੇ ਉੱਤੇ ਪਾਣੀ, ਉਹਨੇ ਅੰਦਰ ਜਿਹੜਾ ਸੁੱਕਾ ਦਾ ਸੁੱਕਾ ਰਹਿਣਾ ਹੈ। ਬਿਖ ਮੈਂ ਅੰਮ੍ਰਿਤ ਸਿੰਚੀਏ ਬਿਖ ਕਾ ਫਲ ਪਾਇਆ। ਕਹਿੰਦੇ ਬਿਖ ਦੇ ਵਿੱਚ ਅੰਮ੍ਰਿਤ ਪਾਵਾਂਗੇ ਤਾਂ ਵੀ ਜਿਹੜਾ ਹੈਗਾ ਬਿਖ ਦਾ ਹੀ ਫਲ ਮਿਲਣਾ ਆ, ਜ਼ਹਿਰ ਦਾ ਹੀ ਫਲ ਮਿਲਣਾ ਆ। ਇਸ ਕਰਕੇ ਭਾਈ ਮਨ ਦੇ ਪਿੱਛੇ ਨਾ ਜਾਓ, ਸੰਗਤ ਦੇ ਵਿੱਚ ਜਾਓ। ਨਾਨਕ ਸੰਗਤ ਮੇਲ ਹਰ, ਹੇ ਮੇਰੇ ਮਾਲਕਾ ਮੈਨੂੰ ਸੰਗਤ ਦੇ, ਮੈਨੂੰ ਗੁਰਮੁਖਾਂ ਦੀ ਸੰਗਤ ਦੇ, ਸਭ ਬਿਖ ਲੈ ਜਾਇਆ, ਸਾਰਾ ਦਾ ਸਾਰਾ ਜ਼ਹਿਰ ਜਿਹੜਾ ਹੈਗਾ ਲੈ ਜਾਏਗਾ। ਹਾਂਜੀ ਗੋਰਖੀ ਜੀ। ਹਾਂਜੀ ਠੀਕ ਹੈ ਨਜਰ ਸਾਹਿਬ, ਬਿਲਕੁਲ ਸਹੀ ਹੈ। ਦੇਖ ਲਓ ਆਪਾਂ ਇੱਕੋ ਤੁਕ ਲੈਨੇ ਵਿੱਚੋਂ, ਕਹਿੰਦੇ ਮਨ ਵਾਲੀ ਬੋਲਦੇ, ਮਨਮੁਖ ਭਿੰਨ ਨਾ ਭਿੱਜਈ, ਮਨਮੁਖ ਭਿੱਜਿਆ ਹੈਗਾ। ਕਹਿੰਦੇ ਉਹਨੇ ਨਹੀਂ ਭਿੱਜਣਾ ਭਾਈ, ਪੱਥਰ ਨੂੰ ਨਵਾਲ ਲਿਆ, ਜਿੰਨਾ ਮਰਜੀ ਪੱਥਰ ਨੂੰ ਭਾਵੇਂ ਰੱਖ ਦੇ ਪਾਣੀ ਦੇ ਵਿੱਚ, ਬਸ ਭਾਵੇਂ ਕਿੰਨੇ ਸਾਲਾਂ ਬੱਧੀ ਰੱਖੋ ਪੱਥਰ ਨੂੰ, ਉਹਨੇ ਨਹੀਂ ਜਿਹੜਾ ਹੈਗਾ ਅੰਦਰੋਂ ਭਿੱਜਣਾ। ਬਿਲਕੁਲ ਸਹੀ ਹੈ। ਉਹ ਕਹਿੰਦੇ ਜਿੱਦਾਂ ਪੱਥਰ ਨੂੰ ਪਾਣੀ 'ਚ ਰੱਖੀਏ ਉਹਦੇ ਤੇ ਪਾਣੀ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਹਾਂ, ਇੱਟ ਰੱਖ ਦੋ ਤੇ ਉਹ ਭਿੱਜ ਜਾਂਦੀ ਆ। ਇਸੇ ਤਰ੍ਹਾਂ ਮਨਮੁਖ ਬਣਦਾ ਵਾ, ਉਹ ਭਾਵੇਂ ਉਹ ਸੰਗਤਾਂ ਦੇ ਵਿੱਚ ਬੈਠਾ ਹੋਵੇ ਪਰ ਉਹਦੇ 'ਚ ਗਿਆਨ ਨਹੀਂ ਪ੍ਰਵੇਸ਼ ਕਰਨਾ, ਨਾ ਉਹਨੇ ਭਿੱਜਣਾ, ਕਿਉਂਕਿ ਉਹਨੇ ਇੱਕ ਆਪਣੇ ਹੀ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਨਾ। ਕਿਉਂਕਿ ਉਹਨੇ ਕੀ ਕੀਤਾ ਕਿ ਉਹਨੇ ਆਪਣਾ ਜਿਹੜਾ ਬਰਤਨ ਹੈ ਉਹਨੂੰ ਮੁੱਧਾ ਕਰਤਾ। ਬਿਲਕੁਲ। ਹੁਣ ਇੱਕ ਬਰਤਨ ਦਾ ਮੂੰਹ ਕਰੋ ਤੇ ਉਹ 'ਚ ਬੂੰਦਾਂ ਪੈਣੀਆਂ ਮੀਂਹ ਦੇ ਟਾਈਮ ਤੇ। ਹੁਣ ਮੁੱਧਾ ਕਰ ਦੋ, ਮੈਂ ਕਹਿੰਦਾ 1000 ਕੀ ਕਰੋੜ ਸਾਲ ਪਿਆ ਰਵੇ ਨਾ, ਬਰਤਨ 'ਚ ਇੱਕ ਬੂੰਦ ਨਹੀਂ ਬਣਨੀ। ਇਹ ਮਨਮੁਖ ਦਾ ਸੁਭਾਅ ਜੇ। ਮਨਮੁਖ ਤੇ ਵੇਖ ਲਓ, ਮਨਮੁਖ ਤੇ ਮਨਮੁਖ ਹੀ ਹੁੰਦੇ ਆ, ਉਹਨਾਂ ਨੂੰ ਕੁਝ ਨਹੀਂ ਪ੍ਰਾਪਤ ਹੁੰਦਾ, ਏਦਾਂ ਹੀ ਚੱਲ ਜਾਂਦੇ ਖਾਲੀ, ਕਿਉਂਕਿ ਉਹਨਾਂ ਦਾ ਸੁਭਾਅ ਜਿਹੜਾ ਪੱਥਰਾਂ ਵਾਂਗੂ ਬਣ ਚੁੱਕਿਆ। ਤੇ ਆਹ ਲਿਖੋ, ਕਹਿੰਦੇ ਬਿਖ ਮੈਂ ਅੰਮ੍ਰਿਤ ਸਿੰਚੀਏ ਬਿਖ ਕਾ ਫਲ ਪਾਇਆ। ਜ਼ਹਿਰ ਦੇ ਵਿੱਚ ਅੰਮ੍ਰਿਤ ਪਾਈ ਜਾਓ ਤੇ ਜ਼ਹਿਰ ਦਾ ਹੀ ਫਲ ਮਿਲਣਾ ਹੈ ਕਹਿੰਦੇ। ਹਾਂ, ਤੇ ਵੇਖ ਲਓ, ਕਹਿੰਦੇ ਕਿ ਆਪਣੇ ਕਰਮਾਂ ਨੂੰ ਕਹਿ ਰਹੇ ਨੇ ਕਿ ਕਰਮ ਜਿਹੜੇ ਆਪਣੇ ਉਹਨਾਂ ਨੂੰ ਵੇਖੋ ਨਾ। ਬਿਖ ਦਾ ਮਤਲਬ ਹੈ ਵੀ ਜਿਹੜੇ ਆਪਾਂ ਜੇ ਹੁਣ ਜਿਹੜਾ ਹੈਗਾ ਪੂਰਾ ਡੁਆਲਿਟੀ ਜਿਹੜੀ ਹੈ ਜ਼ਹਿਰ ਵੱਲ ਨੂੰ ਜਿਹੜੇ ਹੈਗੇ ਗਤੀ ਕਰੀ ਜਾ ਰਹੇ ਜ਼ਹਿਰ ਵੱਲ ਨੂੰ, ਤੇ ਕਹਿੰਦੇ ਆ ਵੀ ਅਸੀਂ ਜਿਹੜੇ ਹੈਗੇ ਰੱਬ ਵਾਲੇ ਪਾਸੇ ਨੂੰ ਜਿਹੜਾ ਹੈਗਾ ਇਹ ਸਾਨੂੰ ਜਿਹੜਾ ਹੈਗਾ ਇਹਦੇ ਨਾਲ ਅਸੀਂ ਜਿਹੜੇ ਹੈਗੇ ਬਦਲ ਜਾਵਾਂਗੇ। ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਜ਼ਹਿਰ ਦੇ ਵਿੱਚ ਜੇ ਅੰਮ੍ਰਿਤ ਪਾਈ ਜਾਵਾਂਗੇ ਜਿਹੜੇ ਹੈਗੇ ਤੇ ਜ਼ਹਿਰ ਦਾ ਹੀ ਫਲ ਮਿਲਣਾ ਹੈ ਭਾਈ ਆਪਣੇ ਆਪ। ਉਹ ਕਹਿੰਦੇ ਆ ਕਿ ਹਾਂ, ਭਾਵੇਂ ਤੂੰ ਧਾਰਮਿਕ ਕਰਮ ਕਰ ਰਿਹਾ ਪਰ ਜੇ ਤੂੰ ਕਿਸੇ ਦਾ ਦਿਲ ਦਿਖਾਉਂਦੇ ਆਵਾਂ ਤੇ ਉਹ ਵੀ ਦੇਖੀ ਆ, ਉਹ ਜ਼ਹਿਰ ਹੀ ਆ। ਨਜਰ ਸਾਹਿਬ ਬਿਲਕੁਲ। ਹੁਣ ਆਪਾਂ ਕਈ ਲੋਕ ਕਹਿੰਦੇ ਨਾ ਕਿ ਮਤਲਬ ਕੋਈ ਧਾਰਮਿਕ ਕੰਮ ਕਰ ਰਿਹਾ, ਪਰ ਜੇ ਤੂੰ ਕਿਸੇ ਦਾ ਨੁਕਸਾਨ ਹੀ ਕਰੀ ਜਾ ਰਿਹਾ, ਉਹ ਤੇਰਾ ਕਾਹਦਾ ਧਾਰਮਿਕ ਕਰਮ ਹੈ? ਉਹ ਤੇ ਉਹੀ ਹੋ ਗਿਆ, ਤੂੰ ਜ਼ਹਿਰ ਦੇ ਵਿੱਚ ਅੰਮ੍ਰਿਤ ਪਾ ਰਿਹਾ, ਰਾਈਟ? ਤੇ ਪਰ ਤੂੰ ਇਹ ਕਿ ਉਹ ਨਾ ਉਹਦਾ ਬਦਲਿਆ, ਪਰ ਅੰਦਰ ਜਿਹੜਾ ਉਹਦਾ ਮਨੋਰਥ ਉਹ ਉਦਾਂ ਦਾ ਰਹਿਣਾ। ਹਾਂਜੀ ਨਜਰ ਸਾਹਿਬ, ਅੱਗੇ ਚੱਲੀਏ। ਅੱਗੇ ਮਹਾਰਾਜ ਕਹਿੰਦੇ ਆ ਕਿ ਦੇਖੋ ਬਈ ਨਾਨਕ ਸੰਗਤ ਮੇਲ ਹਰ, ਹੇ ਮੇਰੇ ਮਾਲਕਾ ਮੈਨੂੰ ਜਿਹੜਾ ਹੈ ਗੁਰਮੁਖਾਂ ਦੀ ਸੰਗਤ ਦੇ, ਮੈਨੂੰ ਸੰਗਤ ਦੇ
ਤੇ ਸੰਗਤ ਦੇ ਨਾਲ ਮੈਨੂੰ ਕੋਈ ਮੇਰੇ ਅੰਦਰ ਕੋਈ ਮੇਰੇ ਪੱਲੇ ਦੇ ਵਿੱਚ ਕੋਈ ਚੀਜ਼ ਪੈ ਜਾਏ ਤੇ ਸਭ ਵਿਖ ਲੈ ਜਾਇਆ, ਸਾਰੀ ਵਿਖ ਜਿਹੜੀ ਲੈ ਜਾਏਗੀ। ਜਿਹੜਾ ਇਨਸਾਨ ਇਸ ਤਰ੍ਹਾਂ ਸੰਗਤ ਮੰਗਦਾ ਆ, ਜਿਹੜਾ ਇਨਸਾਨ ਦੇ ਅੰਦਰ ਜਿਹੜਾ ਹੈਗਾ, ਜਿਹਨੂੰ ਪਤਾ ਹੈ ਜ਼ਹਿਰ ਹੈਗੀ ਆ, ਔਰ ਉਹ ਜਿਹੜਾ ਹੈਗਾ ਉਹ ਜ਼ਹਿਰ ਤੋਂ ਜਿਹੜਾ ਹੈਗਾ ਵਿਖ ਤੋਂ ਨਿਜਾਤ ਪਾਉਣਾ ਚਾਹੁੰਦਾ ਆ, ਉਹਦੇ ਅੰਦਰ ਇੱਛਾ ਹੈਗੀ ਆ, ਤੇ ਕਹਿੰਦੇ ਫਿਰ ਸੰਗਤ ਦੇ ਨਾਲ ਜਿਹੜਾ ਹੈਗਾ ਵਿਖ ਲੈ ਜਾਂਦੀ ਆ ਉਹਦੀ। ਹਾਂਜੀ ਹਾਂ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਉਹ ਬਾਣੀ ਤੇ ਉਹ ਕਹਿ ਰਹੀ ਇਮਾਨਦਾਰ ਬਣੋ ਬਸ। ਜੇ ਇਮਾਨਦਾਰ ਜੀ ਤੇ ਤੁਹਾਡੇ ਜਿਹੜਾ ਵੀ ਔਗਣ ਹੈਗਾ ਉਹਨੂੰ ਐਕਸੈਪਟ ਕਰੋ, ਉਹਨੂੰ ਮਨਜ਼ੂਰ ਕਰੋ, ਔਰ ਉਹਨੂੰ ਉਹ ਤੋਂ ਭੱਜੋ ਨਾ, ਉਹਨੂੰ ਛੁਪਾਓ ਨਾ। ਬਿਮਾਰੀ ਜਦੋਂ ਹੁਣ ਮੰਨ ਲਓ ਮੈਨੂੰ ਕੋਈ ਬਿਮਾਰੀ ਲੱਗੀ ਆ, ਮੈਂ ਡਾਕਟਰ ਕੋਲ ਗਿਆ ਵਾਂ ਤੇ ਮੈਂ ਡਾਕਟਰ ਨੂੰ ਨਹੀਂ ਦੱਸਦਾ ਤੇ ਕੀ ਮੇਰਾ ਸਹੀ ਇਲਾਜ ਹੋਊਗਾ? ਨਹੀਂ ਹੋਣਾ। ਸਭ ਤੋਂ ਪਹਿਲਾਂ ਤੇ ਮੈਨੂੰ ਮਨਜ਼ੂਰ ਕਰਨਾ ਪਊਗਾ ਕਿ ਮੇਰੇ ਚ ਮੇਰੀ ਚ ਬਿਮਾਰੀ ਹੈਗੀ ਹੈ, ਤੇ ਫਿਰ ਉਹਦਾ ਇਲਾਜ ਵੀ ਹੋ ਸਕਦਾ। ਸੰਗਤ ਉਹਦਾ ਇਲਾਜ ਹੋ ਜਾਊਗਾ, ਪਰ ਤੁਹਾਡੀ ਬਿਮਾਰੀ ਦਾ ਉਹਨਾਂ ਚਿਰ ਤੱਕ ਇਲਾਜ ਨਹੀਂ ਹੋਣਾ ਜਿੰਨਾ ਚਿਰ ਤੱਕ ਤੁਹਾਨੂੰ ਆਪਣੀ ਬਿਮਾਰੀ ਦਾ ਪਤਾ ਨਹੀਂ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂ, ਤੁਹਾਨੂੰ ਅਗਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਿਹੜੀ ਬਿਮਾਰੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ। ਇਹਦਾ ਮਤਲਬ ਇਹ ਨਹੀਂ ਆ ਕਿ ਬਿਮਾਰੀ ਦਾ ਪਤਾ ਜਿੰਨਾ ਚਿਰ ਪਤਾ ਹੀ ਨਹੀਂ ਹੋਊਗਾ ਇਲਾਜ ਕਿੱਥੋਂ ਹੋਊਗਾ ਉਹਦਾ। ਫਿਰ ਸੰਗਤ 'ਚ ਬਹਿ ਜਾਓ ਬਸ। ਆਪ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ 'ਚ ਆ ਔਗਣ ਹੈਗਾ, ਤੇ ਸੰਗਤ ਨੇ ਉਹ ਵੇਖੋ ਆਪਣਾ ਕੰਮ ਕਰ ਦੇਣਾ, ਤੁਹਾਨੂੰ ਉਹ ਚੀਜ਼ ਤੋਂ ਮੁਕਤ ਕਰ ਦੇਣਾ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਜੀ। ਸੰਗਤ ਕਰੀ ਜਾਓ, ਸੰਗਤ ਦੇ ਵਿੱਚ ਬੈਠਿਆਂ ਹੀ ਤੇ ਸਾਰਾ ਉਹ ਸਹੀ ਹੋ ਜਾਏਗਾ। ਹਾਂਜੀ ਕੀ ਕਹਿ ਰਹੇ ਸੀ ਅੱਗੇ? ਹੁਣ ਕੀ ਵਿਚਾਰ ਅਗਲੀ ਬੰਨੇ ਟਾਈਮ? ਮੈਂ ਕਹਿ ਰਿਹਾ ਸੰਗਤ ਜਿਹੜੀ ਹੈਗੀ, ਸੰਗਤ ਦਾ ਮਤਲਬ ਹੈਗਾ ਭਾਈ ਧਿਆਨ ਸਿਮਰਨ। ਹਾਂ ਠੀਕ ਹੈ ਠੀਕ ਹੈ। ਹਾਂ ਇਹ ਸਾਧ ਸੰਗਤ ਜੀ ਦੇਖੋ, ਜਿਹੜੀ ਸੰਗਤ ਦਾ ਮਤਲਬ ਇਹੋ ਹੀ ਆ ਕਿ ਆਪਾਂ ਦੇਖੋ ਜਿਹੜੀ ਸੂਈ ਜਿੱਥੇ ਮਰਜ਼ੀ ਘੁਮਾ ਲਓ, ਆਖਰ ਤੇ ਜਿਹੜੀ ਗੱਲ ਭਗਤੀ ਤੇ ਆਉਣੀ ਆ। ਭਗਤੀ ਕਰਨੀ ਪੈਣੀ ਆ, ਰੱਜ ਕੇ ਭਗਤੀ ਕਰਨੀ ਪੈਣੀ ਆ। ਉਹ ਉਹਨਾਂ ਬਾਬਿਆਂ ਵਾਂਗੂ, ਗੁਰੂਆਂ ਵਾਂਗੂ, ਰਿਸ਼ੀਆਂ ਮੁਨੀਆਂ ਵਾਂਗੂ ਸਾਨੂੰ ਭਗਤੀ ਹੀ ਕਰਨੀ ਪੈਣੀ, ਕਿਉਂਕਿ ਜਿੰਨਾ ਚਿਰ ਤੱਕ ਆਪਾਂ ਉਸ ਦਿਸ਼ਾ ਦੇ ਵੱਲ ਚੱਲਦੇ ਨਹੀਂ ਨਾ, ਗੱਲ ਨਹੀਂ ਬਣਦੀ। ਔਰ ਭਗਤੀ ਹੀ ਚਾਹੀਦੀ ਹੈ ਪਰਮਾਤਮਾ ਨੂੰ, ਹੋਰ ਕੋਈ ਤਰੀਕਾ ਨਹੀਂ ਹੈ ਇਸ ਤੋਂ ਬਾਹਰ ਆਉਣ ਦਾ। ਔਰ ਇਹ ਗੱਲ ਬਾਹਰ ਆਉਣ ਦੀ ਤੇ ਬੜੀ ਦੂਰ ਦੀ ਗੱਲ ਆ। ਤੁਸੀਂ ਭਗਤੀ ਕੀਤੀ, ਤੁਹਾਡਾ ਜੀਵਨ ਸਵਰਗ ਹੋ ਜੀ, ਤੁਹਾਨੂੰ ਹੋਸ਼ ਆਊਗੀ। ਤੁਹਾਡੀ ਜਿਹੜੀ ਬੇਹੋਸ਼ੀ ਹੈ, ਜਿਹੜਾ ਕੰਪਿਊਟਰ ਹੈ ਤੁਹਾਡੇ ਅੰਦਰ ਚੱਲਣ ਰਿਹਾ, ਜਿਹੜਾ ਤੁਹਾਡਾ ਜੀਵਨ ਨੂੰ ਚਲਾਈ ਜਾ ਰਿਹਾ ਹੈ, ਉਹ ਰੋਬੋਟ ਜਿਹੜਾ ਹੈ ਉਦੋਂ ਤੋਂ ਸਾਰੀ ਸ਼ਕਤੀ ਖੋ ਕੇ ਤੁਹਾਨੂੰ ਵਾਪਸ ਪ੍ਰਾਪਤ ਹੋ ਜਾਊ। ਤੁਹਾਨੂੰ ਖੁਦ ਪਤਾ ਲੱਗੂਗਾ ਕਿ ਮੈਂ ਜੀਵਨ 'ਚ ਹੁਣ ਵਾਪਸ ਆ ਗਿਆ, ਮੇਰੇ ਜੀਵਨ 'ਚ ਫੁੱਲ ਖਿੜੇ ਨੇ। ਤੁਸੀਂ ਲਾਗੇ ਬੰਨੇ ਨਜ਼ਰ ਮਾਰੋਗੇ ਤੇ ਤੁਸੀਂ ਵੇਖੋਗੇ ਕਿ ਹਾਂ ਯਾਰ, ਇਹ ਕੱਲ ਇਹ ਫੁੱਲ ਨੂੰ 5 ਲੱਗੇ ਸੀ, ਅੱਜ 10 ਫੁੱਲ ਲੱਗੇ ਨੇ। ਉਹਦਾ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਵੇਂਦੇ ਵੀ ਨਹੀਂ। ਤੁਸੀਂ ਇਹ ਨਹੀਂ ਵੇਂਦੇ ਸੂਰਜ ਚੜ੍ਹਨ ਤੇ ਆ, ਤੁਹਾਨੂੰ ਇਹ ਨਹੀਂ ਪਤਾ ਸੂਰਜ ਡੁੱਬਣ ਤੇ ਆ। ਛੋਟੇ ਹੁੰਦੇ ਹਾਂ ਕੋਠੇ ਜਾਂਦੇ ਹੁੰਦੇ ਵੇਂਦੇ ਤਾਰੇ ਚੜੇ, ਕਿਤੇ ਤਾਰੇ ਵੇਖੇ ਤੁਸੀਂ? ਹੁਣ ਕਿਤੇ ਨਹੀਂ ਵੇਖੇ। ਘਰੇ ਟੀਵੀ, VCR, ਫਿਲਮਾਂ ਵੇਖਣੀਆਂ, ਮੋਬਾਈਲ। ਬਾਹਰ ਜਾ ਕੇ ਵੇਖੋ ਦੁਨੀਆ ਤੇ, ਕੁਦਰਤ ਦਾ ਨਜ਼ਾਰਾ ਵੇਖੋ। ਜਿਹੜੀ ਆਪਣੀ ਉਹ ਆਰਤੀ ਗਾਉਂਦੇ ਆਪਣੇ ਗੁਰਦੁਆਰਿਆਂ 'ਚ, ਉਹੀ ਪ੍ਰਮਾਤਮਾ ਦੀ ਤੇ ਆਰਤੀ ਦੀ ਗੱਲ ਕੀਤੀ ਹੈ ਕਿ ਪ੍ਰਮਾਤਮਾ ਦੀ ਆਰਤੀ ਹੋ ਰਹੀ ਹੈ ਤਾਰਿਆਂ ਦੇ ਨਾਲ। ਗगन में थाल रब। ਹਾਂ ਜੇ ਆਪਾਂ ਲੋਕ ਸੰਸਾਰ ਨਾਲ, ਜੇ ਕੁਦਰਤ ਨਾਲ ਵੇਂਦੇ ਨਹੀਂ ਆਪਾਂ, ਤੇ ਫਿਰ ਕੁਦਰਤ ਸਾਨੂੰ ਕਿੱਦਾਂ ਪਤਾ ਲੱਗੂਗਾ? ਅਸੀਂ ਤੇ ਬਹੁਤ ਕੀ ਰੋਟੀ ਪਾਣੀ ਖਾਣਾ ਤੇ ਸੌਣਾ, ਪੈਸੇ ਕਮਾਉਣੇ, ਬੱਚੇ ਸਾਹਮਣੇ, ਇਹੋ ਜੀਵਨ ਹੈ। ਕੁਦਰਤ ਕੋਲ ਜਾ ਕੇ ਵੇਖੋ। ਨਹੀਂ ਤੇ ਆਪਣੇ ਘਰੇ ਗਮਲੇ 'ਚ ਪਾਣੀ ਪਾ ਦਿਓ। ਕੀ ਇੱਕ ਗਲਾਸ ਪਾਣੀ ਦਾ ਜ਼ਰੂਰੀ ਥੋੜੀ ਮੰਮੀ ਦੀ ਜ਼ਿੰਮੇਵਾਰੀ ਮੰਮੀ ਨੇ ਪਾਉਣਾ, ਤੁਸੀਂ ਵੀ ਪਾ ਕੇ ਆਓ। ਤੁਸੀਂ ਇੱਕ ਗਲਾਸ ਅੱਜ ਪਾਣੀ ਦਾ ਪਾਇਆ ਨਾ, ਦੂਜੇ ਦਿਨ ਗਮਲਾ ਤੁਹਾਡਾ ਇੰਤਜ਼ਾਰ ਕਰੂਗਾ ਫੁੱਲੋ ਕਿ ਚਰਨਜੀਤ ਪਾਣੀ ਲੈ ਕੇ ਨਹੀਂ ਆਇਆ। ਦੇਖੋ ਇੰਨਾ ਪਿਆਰ ਕਰਦੇ ਨੇ ਬੱਚੇ, ਰੁੱਖ ਇਨਸਾਨਾਂ ਦੇ ਨਾਲ। ਜਾਨਵਰ ਨੂੰ ਰੋਟੀ ਪਾ ਦਿਓ ਯਾਰ। ਸੜਕ ਤੇ ਗਏ ਜੋ, ਆਪਣੇ ਘਰ ਦੇ ਬਾਹਰ ਕੋਈ ਕੁੱਤਾ ਕੱਤਾ ਮਿਲਿਆ, ਉਹਨੂੰ ਰੋਟੀ ਪਾ ਕੇ ਆਓ ਯਾਰ। ਉਹਦੀ ਕਿਹੜੀ ਫੈਕਟਰੀ ਲੱਗੀ ਆ? ਯਹੀ ਨਹੀਂ ਪਾਵਾਂਗੇ ਤੇ ਕੌਣ ਪਾਊਗਾ ਉਹਨੂੰ? ਔਰ ਇਹ ਚੀਜ਼ਾਂ ਸਾਡੀਆਂ ਜ਼ਿੰਮੇਵਾਰੀਆਂ ਨੇ। ਲੋੜਵੰਦ ਜੋ ਹੈਗਾ ਵਾ ਉਹਦੀ ਮਦਦ ਕਰੋ। ਲੱਭਣ ਨਹੀਂ ਜਾਣਾ, ਤੁਹਾਡੇ ਸਾਹਮਣੇ ਆ ਗਿਆ ਤੇ ਉਹਨੂੰ ਵੇਖੋ, ਉਹਦੀ ਮਦਦ ਕਰੋ। ਇਹੋ ਤੇ ਜੀਵਨ ਹੈ, ਹੋਰ ਜੀਵਨ ਕਾਹਦਾ? ਕੁਦਰਤ ਸਾਨੂੰ ਫ੍ਰੀ 'ਚ ਦੇ ਰਹੀ ਆ ਸਭ ਕੁਝ। ਧਰਤੀਆਂ ਦੇ ਵਿੱਚ ਰੋਟੀ ਪਾਣੀ ਕਿੰਨਾ ਦੇ ਰਹੀ, ਕਿੰਨੀ ਆਕਸੀਜਨ। ਕਦੇ ਆਪਾਂ ਰੁੱਖ ਲਾਇਆ? ਇੱਕ ਛੋਟਾ ਜਿਹਾ ਰੁੱਖ ਲਾ ਦਿਓ ਜਾ ਕੇ। ਕਮ ਸੇ ਕਮ ਤੁਹਾਡਾ ਇੱਕ ਬੋਝ ਤੇ ਤੁਹਾਡੇ ਤੇ ਜਿਹੜਾ ਕਰਜ਼ਾ ਹੈਗਾ ਧਰਤੀ ਮਾਤਾ ਦਾ, ਉਹ ਤੇ ਉਤਰ ਜੇ। ਇੱਕ ਰੁੱਖ ਲਾਓ, ਕਮ ਸੇ ਕਮ ਤੁਸੀਂ ਫ੍ਰੀ 'ਚ ਆਕਸੀਜਨ ਪੀਂਦੇ ਜੋ। ਰਾਈਟ ਨੇਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਕਿੰਨਾ ਕੁ ਖਰਚਾ ਆਉਂਦਾ ਨਰ ਤੇ? ਚਲੋ ਠੀਕ ਹੈ। ਹਾਂਜੀ ਅੱਗੇ ਬੋਲੋ। ਹਾਂਜੀ ਹੋ ਗਿਆ ਜੀ। ਅੱਛਾ, ਅੱਜ ਦੀ ਵਿਚਾਰ ਪੂਰੀ ਹੋ ਗਈ? ਹੈਲੋ? ਹਾਂਜੀ ਠੀਕ ਹੈ ਜੀ ਨਿਜਰ ਸਾਹਿਬ, ਠੀਕ ਹੈ ਜੀ। ਸਾਧ ਸੰਗਤ ਜੀ ਬਸ ਏਦਾਂ ਹੀ ਆ
ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ ਆਪਣੀਆਂ ਨਿਭਾਓ। ਇੱਕ ਤੇ ਬੱਚਿਆਂ ਦੇ ਬਾਰੇ ਅੱਜ ਗੱਲ ਕੀਤੀ ਸੀ, ਥੋੜਾ ਧਰਤੀ ਦੇ ਬਾਰੇ ਗੱਲ ਕੀਤੀ ਹੈ। ਬੱਚਿਆਂ ਨੂੰ ਜਦੋਂ ਬੱਚਿਆਂ ਨੂੰ ਆਪਾਂ ਥੋੜੀ ਜਿਹੀ ਫੈਸਲਾ ਕਰਨ ਦੀ ਉਹਨਾਂ ਨੂੰ ਦਿੰਦੇ ਹਾਂ ਨਾ ਆਪਾਂ ਆਜ਼ਾਦੀ, ਤੇ ਬੱਚੇ ਦੇ ਵਿੱਚ ਕੀ ਹੁੰਦਾ ਕਿ ਬੱਚੇ 'ਚ ਨਾ ਕੌਨਫੀਡੈਂਸ ਆਉਂਦਾ ਤੇ ਬੱਚਾ ਚਾਹੁੰਦਾ ਹੈ ਕਿ ਮੈਂ ਆਪਣੇ ਜੀਵਨ ਦੇ ਛੋਟੇ-ਮੋਟੇ ਫੈਸਲੇ ਆਪ ਕਰਾਂ। ਠੀਕ ਹੈ, ਤੇ ਕੋਸ਼ਿਸ਼ ਕਰਿਆ ਕਰੋ ਬੱਚੇ ਦਾ ਬਣਦਾ ਮਾਣ ਦਿਓ, ਉਹਨੂੰ ਉਹਦੀਆਂ ਜ਼ਿੰਮੇਵਾਰੀਆਂ ਦਿਓ, ਤੇ ਤਾਂ ਜੋ ਤੁਹਾਡਾ ਘਰ ਸਵਰਗ ਰਵੇ। ਤੇ ਜਿੱਦਾਂ ਨਹੀਂ ਤੇ ਕੋਈ ਵੀ ਚੀਜ਼ ਥੋੜੀ ਟੁੱਟਦੀ ਜਾਂਦੀ ਹੈ, ਇੱਕ ਸਮਾਂ ਆਉਂਦਾ ਬਹੁਤ ਟੁੱਟ ਜਾਂਦੀ, ਫਿਰ ਉਹਨੂੰ ਸਹੀ ਕਰਨਾ ਬੜਾ ਔਖਾ, ਫਿਰ ਕਾਫੀ ਗੜਬੜ ਹੋ ਜਾਂਦੀ। ਜੇ ਤੁਸੀਂ ਚਾਹੁੰਦੇ ਕਿ ਲੋਕੀ ਤੁਹਾਨੂੰ ਪਿਆਰ ਕਰਨ, ਤੁਸੀਂ ਵੀ ਪਿਆਰ ਕਰੋ। ਜਦੋਂ ਤੁਸੀਂ ਪਿਆਰ ਦਿਓਗੇ ਉਹੀ ਪਿਆਰ ਤੁਹਾਨੂੰ ਵਾਪਸ ਆਉਣਾ ਹੈ। ਨਲਕੇ ਦਾ ਪਾਣੀ ਉਨਾ ਚਿਰ ਨਹੀਂ ਆਉਂਦਾ ਜਿੰਨਾ ਚਿਰ ਤੱਕ ਉੱਤੋਂ ਪਾਣੀ ਨਹੀਂ ਪਾਈਦਾ। ਜਦੋਂ ਬੋਕੀ ਗਿੱਲੀ ਹੋ ਜਾਂਦੀ ਹੈ ਫਿਰ ਥੱਲੋਂ ਪਾਣੀ ਆਪਣੇ ਆਪ ਹੀ ਆਉਂਦਾ। ਪਰ ਇਨਸਾਨ ਦੀ ਇੱਕ ਪ੍ਰੋਬਲਮ ਹੈ, ਇਨਸਾਨ ਚਾਹੁੰਦਾ ਮੈਨੂੰ ਪਿਆਰ ਕਰੋ, ਮੈਨੂੰ ਪਿਆਰ ਕਰੋ, ਪਰ ਤੈਨੂੰ ਸ਼ੁਰੂਆਤ ਤੇ ਕਰਨੀ ਪੈਣੀ ਹੈ ਨਾ। ਤੂੰ ਦੇਵੇਂਗਾ ਤੇ ਉਹੀ ਪਿਆਰ ਵਾਪਸ ਆਉਂਦਾ। ਠੀਕ ਹੈ ਨਿੱਜਰ ਸਾਹਿਬ? ਠੀਕ ਹੈ ਜੀ। ਤੇ ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ